ਪੰਜਾਬੀ ਪੌਡਕਾਸਟ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ ਕੁਟਕੂਰਾ। ਪੰਜਾਬ ਦੀ ਸਿਆਸਤ ਦੇ ਵੱਡੇ ਥੰਮ ਮੰਨੇ ਜਾਂਦੇ ਬਾਬਾ ਬੋੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਦੇਹਾਂਤ ਹੋ ਚੁੱਕਿਆ। ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹੁਣ ਯਾਦ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਨਾਲ ਵੱਖ-ਵੱਖ ਸਮਿਆਂ ਦੇ ਉੱਤੇ ਕਈ ਵਿਵਾਦ ਵੀ ਜੁੜੇ। 5 ਵਾਰ ਮੁੱਖ ਮੰਤਰੀ ਰਹਿਣਾ ਅਤੇ LOP ਰਹਿਣਾ ਅਤੇ ਪੰਜਾਬ ਨੂੰ ਰੀਪ੍ਰਜੈਂਟ ਕਰਨਾ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਹਿੱਸੇ ਆਇਆ। ਪਰ ਉਹਨਾਂ ਦੇ ਨਾਲ ਕਈ ਵਿਵਾਦ ਵੀ ਜੁੜੇ। ਉਹਨਾਂ ਦੇ ਜੀਵਨ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜੀਵਨ ਕਿਵੇਂ ਰਿਹਾ, 5 ਵਾਰ ਲਗਾਤਾਰ ਮੁੱਖ ਮੰਤਰੀ ਰਹਿੰਦਿਆਂ, LOP ਰਹਿੰਦਿਆਂ ਜਾਂ ਬਤੌਰ ਖੇਤੀਬਾੜੀ ਮੰਤਰੀ ਭਾਰਤ ਰਹਿੰਦਿਆਂ ਕੀ ਕੁਝ ਵਾਪਰਿਆ, ਇਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਪੌਡਕਾਸਟ ਦੇ ਵਿੱਚ। ਮੈਂ ਤੁਹਾਡਾ ਸਵਾਗਤ ਕਰਦਾ। ਰਤਨ, ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵੱਡੇ ਥੰਮ ਮੰਨੇ ਜਾਂਦੇ, ਖਾਸ ਕਰ ਮਾਲਵਾ ਬੈਲਟ ਦੇ ਜੀ, ਕਿਉਂਕਿ ਪੰਜਾਬ ਦੀ ਰਾਜਨੀਤੀ ਖਾਸ ਕਰ ਆਪਾਂ ਕਹਿੰਦੇ ਰਹੇ ਹਾਂ ਕਿ ਬਠਿੰਡੇ ਤੋਂ ਘੁੰਮਦੀ ਰਹੀ ਹੈ, ਸਭ ਨੂੰ ਪਤਾ ਹੈ, ਅਤੇ ਬਠਿੰਡੇ ਤੋਂ ਲੰਬੀ 'ਚੋਂ ਘੁੰਮਦੀ ਰਹੀ ਹੈ। ਅਤੇ ਅੱਜ ਲੰਬੀ ਪਿੰਡ, ਬਾਦਲ ਪਿੰਡ, ਖਾਸ ਕਰ ਸਾਰੀ ਮਾਲਵਾ ਬੈਲਟ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਜਦੋਂ 28 ਆਉਂਦੇ ਆ ਸੈਕਟਰ 28 ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਜਦਾ ਕਰਦੇ ਆ ਜੀ। ਪਹਿਲਾਂ ਤਾਂ ਜਿੰਨੇ ਵੀ ਸੱਜਣ ਮਿੱਤਰ ਪੌਡਕਾਸਟ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਚਾਹੂੰਗਾ ਵੀ ਜਿਹੜਾ ਆਪਾਂ ਪੌਡਕਾਸਟ ਕਰਨਾ ਨਾ ਅੱਜ ਵਾਲਾ, ਆਪਾਂ ਇਹਦੇ 'ਚ ਪ੍ਰਕਾਸ਼ ਸਿੰਘ ਬਾਦਲ ਦੇ ਮਤਲਬ ਉਹਨਾਂ ਦਾ ਜਿਹੜਾ ਰਾਜਨੀਤਿਕ ਕੈਰੀਅਰ ਸੀ ਉਹਦੇ ਬਾਰੇ ਵੀ ਦੱਸੀਏ, ਉਹਨਾਂ ਦੇ ਕਿਹੋ ਜਿਹੇ ਸੰਬੰਧ ਰਹੇ ਹੋਰ ਲੀਡਰਾਂ ਦੇ ਨਾਲ ਉਹਦੇ ਬਾਰੇ ਵੀ, ਖਾਸ ਕਰਕੇ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਵੱਡਾ ਚਿਹਰਾ ਬਣਦੇ ਨੇ, ਸੰਗਤ ਦਰਸ਼ਨ ਵੀ ਲੋਕਾਂ ਨਾਲ ਉਹਨਾਂ ਦੀ ਅਟੈਚਮੈਂਟ, ਉਹਦੇ ਬਾਰੇ ਵੀ ਆਪਾਂ ਇਹਨੂੰ 2-3 ਹਿੱਸਿਆਂ 'ਚ ਆਪਾਂ ਗੱਲਬਾਤ ਕਰਾਂਗੇ। ਜਿਵੇਂ ਸਾਰਿਆਂ ਨੂੰ ਪਤਾ ਗਾ, ਹਾਲਾਂਕਿ ਆਪਣੀ ਤਾਂ ਉਮਰ ਨਾਲੋਂ ਬਹੁਤ ਜ਼ਿਆਦਾ ਕਿਤੇ ਉਹਨਾਂ ਦਾ ਤਜਰਬਾ ਸੀ। 7 ਦਹਾਕੇ ਉਹਨਾਂ ਨੇ ਰਾਜਨੀਤਿਕ ਕੈਰੀਅਰ ਦੀ ਆਪਣੀ ਜਿਹੜੀ ਇਹ ਪਾਰੀ ਖੇਡੀ ਆ। 20 ਸਾਲਾਂ ਦੀ ਉਮਰ ਦੇ ਵਿੱਚ ਉਹ ਪਿੰਡ ਦੇ ਜਿਹੜੇ ਸਰਪੰਚ ਬਣਦੇ ਨੇ 1947 ਦੇ ਵਿੱਚ, ਫਿਰ 57 ਦੇ ਵਿੱਚ ਪਹਿਲੀ ਵਾਰ ਬਤੌਰ MLA ਜਦੋਂ ਉਹਨਾਂ ਦੀ ਉਮਰ 30 ਸਾਲ ਦੀ ਹੁੰਦੀ ਆ, ਉਦੋਂ ਉਹ ਆਪਾਂ ਕਹਿ ਦਈਏ ਵੀ ਐਕਟਿਵ ਪੋਲੀਟਿਕਸ ਦੇ ਵਿੱਚ ਉਵੇਂ ਪ੍ਰਕਾਸ਼ ਸਿੰਘ ਬਾਦਲ ਆਉਂਦੇ ਨੇ। ਅਤੇ ਜਿੱਥੋਂ ਉਹਨਾਂ ਦਾ ਨਾਮ, ਉਹਨਾਂ ਦਾ ਪੂਰਾ ਨਾਮ ਪ੍ਰਕਾਸ਼ ਸਿੰਘ ਢਿੱਲੋਂ ਸੀ, ਅਤੇ ਜਿੱਥੋਂ ਉਹਨਾਂ ਦੇ ਨਾਲ ਬਾਦਲ ਪਿੰਡ ਜੁੜਦਾ ਹੈਗਾ 1957 ਦੇ ਵਿੱਚ। ਅਤੇ ਫਿਰ ਚਲੋ ਉਦੋਂ ਬਾਅਦ ਇੱਕ ਚੋਣ ਵੀ ਉਹ ਹਾਰਦੇ ਨੇ, ਉਹਦੇ ਬਾਰੇ ਵੀ ਆਪਾਂ 67 'ਚ ਉਹ ਹਰਚਰਨ ਸਿੰਘ ਬਰਾੜ ਤੋਂ ਚੋਣ ਗਿੱਦੜਬਾਹੋਂ ਹਾਰਦੇ ਨੇ, ਅਤੇ ਉਦੋਂ ਬਾਅਦ 70 ਦੇ ਵਿੱਚ ਉਹ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਨੇ। 2 ਚੀਜ਼ਾਂ ਆਪਣੇ ਟਾਈਮ ਦੀਆਂ ਉਹਨਾਂ ਦੇ ਆਪਣੇ ਹਿੱਸੇ ਆਈਆਂ। ਇੱਕ ਤਾਂ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣਦੇ ਨੇ, ਤੇ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣਦੇ ਨੇ ਆਪਣੇ ਪਿੰਡ ਦੇ। ਤੇ ਉਹਨਾਂ ਨੂੰ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣਨਾ ਵੀ ਉਹਨਾਂ ਦੇ ਹਿੱਸੇ ਆ, ਉਹਨਾਂ ਦੇ ਹਿੱਸੇ ਆਇਆ ਹੈਗਾ। ਸ਼ਾਇਦ ਉਦੋਂ ਉਹਨਾਂ ਦੀ ਉਮਰ 80+ ਸੀ, 83-85 ਇੰਨੀ ਉਮਰ ਸੀਗੀ। ਬਿਲਕੁਲ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਬਹੁਤ ਉਤਰਾਅ ਚੜ੍ਹਾਅ ਦੇਖੇ। ਉਹਨਾਂ ਨੇ ਉਹ ਸੱਤਾ ਦਾ ਚੜ੍ਹਦੇ ਸੂਰਜ ਦਾ ਨਿੱਘ ਵੀ ਮਾਣਿਆ, ਤੇ ਸੱਤਾ ਦੇ ਢਲਦੇ ਸੂਰਜ ਦਾ ਨਿੱਘ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹੀ ਕਹਿੰਦੇ ਹਿੱਸੇ ਆਇਆ ਹੈਗਾ। ਕਹਿੰਦੇ ਵੀ ਜਦੋਂ ਸੱਤਾ ਹੋਵੇ ਤੁਹਾਡੇ ਕੋਲੇ, ਜਦੋਂ ਕੁਰਸੀ ਹੋਵੇ, ਜਦੋਂ ਪਾਵਰ ਹੋਵੇ, ਉਦੋਂ ਬਹੁਤ ਕੁਛ ਇਨਸਾਨ ਨੂੰ ਬਦਲ ਦਿੰਦਾ ਗਾ। ਪਰ ਕਾਫੀ ਲੋਕ, ਜਿਵੇਂ ਆਪਾਂ ਪਰਸੋਂ ਚੌਥੇ ਦੇ ਸਾਰੀ ਰਿਸਰਚ ਕਰ ਰਹੇ ਸੀ, ਆਪਾਂ ਸੋਚੀ ਬੈਠੇ ਸੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਪੌਡਕਾਸਟ ਕਰਨਾ ਗਾ, ਤਾਂ ਆਪਾਂ ਲੋਕਾਂ ਨੂੰ ਪੁੱਛ ਰਹੇ ਸੀਗੇ। ਤਾਂ ਇਹ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਨਾ, ਜਿਵੇਂ ਸਾਰੇ ਚੈਨਲਾਂ ਦੇ ਉੱਤੇ ਜਾਂ ਹੋਰ ਵੱਡੇ ਵੱਡੇ ਅਦਾਰਿਆਂ ਦੇ ਉੱਤੇ ਇਹ ਗੱਲ ਤਾਂ ਆਮ ਹੀ ਤੌਰ 'ਤੇ ਚੱਲੀ ਜਾਂਦੀ ਆ ਵੀ ਉਹ ਚਾਹੇ ਛੋਟੀ ਉਮਰ ਦਾ ਕੋਈ ਮਿਲਦਾ, ਚਾਹੇ ਵੱਡੀ ਉਮਰ ਦਾ, ਚਾਹੇ ਕੋਈ ਉਹਨਾਂ ਦਾ ਸਮਕਾਲੀ ਹੁੰਦਾ, ਉਹ ਕਾਕਾ ਜੀ ਕਹਿ ਕੇ, ਸਰਦਾਰ ਜੀ ਕਹਿ ਕੇ ਬੁਲਾਉਂਦੇ। ਬਿਲਕੁਲ। ਪਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਨਿਕਲ ਕੇ ਹੋਰ ਸਾਹਮਣੇ ਆਉਂਦੀ ਆ ਵੀ ਜਦੋਂ ਉਹ ਐਕਸਟ੍ਰੀਮ ਪਾਵਰ ਦੇ ਵਿੱਚ ਸੀ ਨਾ, ਤਾਂ ਉਦੋਂ ਵੀ ਉਹਨਾਂ ਨੇ ਆਪਦੀ ਸੱਤਾ ਦਾ ਜਿਹੜਾ ਉਪਯੋਗ ਆ ਜਾਂ ਉਵੇਂ ਹੰਕਾਰ ਨਹੀਂ ਕਹਿੰਦੇ ਉਹਨਾਂ 'ਚ ਆਇਆ ਸੀ। ਅਤੇ ਇੱਕ ਉਹ ਆਪਦੇ ਮਨ ਦੀ ਜਿਹੜੀ ਗੱਲ ਆ ਨਾ, ਦਿਲ ਦੀ ਗੱਲ, ਉਹ ਦੱਸਦੇ ਨਹੀਂ ਸੀ ਕਦੇ ਕਿਸੇ ਨੂੰ। ਹਾਲਾਂਕਿ ਇਹ ਵੀ ਉਹਨਾਂ ਦੇ ਕਰੀਬੀ ਜਿਹੜੇ ਲੋਕ ਰਹੇ ਆ ਪਿਛਲੇ ਦਿਨਾਂ ਦੇ ਵਿੱਚ, ਜਿਵੇਂ ਲਾਸਟ ਈਅਰ ਮੈਂ ਵੀ ਉਹਨਾਂ ਦਾ ਇੰਟਰਵਿਊ ਕਰਿਆ, ਅਤੇ ਉਹ ਲਾਸਟ ਇੰਟਰਵਿਊਆਂ 'ਚੋਂ ਇੱਕ ਇੰਟਰਵਿਊ ਸੀਗਾ, ਆਖਰੀ ਇੰਟਰਵਿਊ ਸੀਗਾ, ਹੈ ਨਾ। ਹਾਲਾਂਕਿ ਸਾਨੂੰ 20 ਮਿੰਟ ਦਾ ਸਮਾਂ ਮਿਲਿਆ ਸੀ। ਉਹਨਾਂ ਦੀ ਸਿਹਤ ਵੀ ਠੀਕ ਨਹੀਂ ਸੀ, ਅਤੇ ਉਹਨਾਂ ਦਾ ਪ੍ਰੋਗਰਾਮ ਵੀ ਸੀ, ਕਿਉਂਕਿ ਇਲੈਕਸ਼ਨ ਦੇ ਵਿੱਚ ਖੜ੍ਹੇ ਹੋਏ ਸੀ, ਉਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ ਸੀ, ਅਤੇ ਸਾਨੂੰ 6-7 ਮਿੰਟ ਹੀ ਮਿਲੇ ਜਿਹੜੇ ਸਾਰੇ। ਪਰ ਅਸੀਂ ਉਹਨਾਂ ਨੂੰ ਉੱਥੇ ਬੈਠ ਕੇ ਮਤਲਬ 20 ਤੋਂ 25 ਮਿੰਟ ਦੇਖਿਆ ਸਾਡੇ ਸਾਹਮਣੇ, ਜਾਂ ਅਸੀਂ ਕੈਮਰੇ ਲਾ ਰਹੇ ਸੀ ਜਾਂ ਹੋਰ ਕਾਫੀ ਚੀਜ਼ਾਂ, ਹੈ ਨਾ। ਤਾਂ ਉਹਨਾਂ ਦਾ ਜਿਹੜਾ ਪਹਿਲਾ ਗੱਲ ਸੀ, ਕਾਕਾ ਜੀ ਤੁਸੀਂ ਕਿੱਥੋਂ ਆਏ ਹੋ, ਮਤਲਬ ਉਹ ਜਿਵੇਂ ਆਪਾਂ ਕਹਿੰਦੇ ਗੱਲ ਸੁਣੀ ਵੀ ਸੀ ਕਿਸੇ ਤੋਂ ਵੀ ਕਾਕਾ ਜੀ ਕਹਿ ਕੇ ਬੁਲਾਉਂਦੇ, ਮਤਲਬ ਉਹ ਤਾਂ ਉਹਨਾਂ ਦਾ ਪੱਕਾ ਹੀ ਆ, ਉਹ ਐਵੇਂ ਨਹੀਂ ਹੁਣ ਗੱਲ ਘੁੰਮ ਰਹੀ। ਪਰ ਸਭ ਤੋਂ ਜਿਹੜੀ ਵੱਡੀ ਗੱਲ ਆ ਨਾ, ਵੀ ਉਹਨਾਂ ਦੇ ਜਿਹੜੇ ਕਰੀਬੀ, ਜਿਵੇਂ ਸਾਡਾ ਇੰਟਰਵਿਊ ਜਿਹੜੇ ਸੱਜਣ ਨੇ ਮਤਲਬ ਸਾਰਾ ਕਰਵਾਇਆ ਸੀਗਾ, ਹੈ ਨਾ, ਉਹ ਵੀ ਇੱਕ ਰਾਜਨੀਤਿਕ ਆਗੂ ਨੇ, ਹੈ ਨਾ, ਉਹਨਾਂ ਦੀ ਪਾਰਟੀ ਦੇ, ਉਹ ਵੀ ਦੱਸਦੇ ਸੀ ਵੀ ਹੁਣ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਨਾ ਇਹ ਗੱਲਾਂ ਡਿਸਟਰਬ ਕਰਨ ਲੱਗ ਗਈਆਂ ਸੀ।
ਵੀ ਖਾਸ ਕਰਕੇ ਜਿਹੜੀ 2012 ਵਾਲੀ ਸਰਕਾਰ ਜਦੋਂ ਉਦੋਂ ਸਰਕਾਰ ਹਨਾ ਜੋ ਘਟਨਾਵਾਂ ਹਾਂ ਉਹ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਚਿੱਠੀ ਵੀ ਆਈ ਰਤਨ ਹਾਂ ਚਿੱਠੀ ਵੀ ਆਈ ਥੋੜੇ ਦਿਨ ਪਹਿਲਾਂ ਹੀ ਹਨਾ ਚਿੱਠੀ ਵੀ ਆਈ 20-25 ਦਿਨ ਪਹਿਲਾਂ ਹੀ ਇੱਕ ਚਿੱਠੀ ਉਹਨਾਂ ਵੱਲੋਂ ਲਿਖੀ ਜਾਂਦੀ ਹੈ ਖੁੱਲੀ ਚਿੱਠੀ ਪੰਜਾਬ ਦੇ ਨਾਂ ਪੰਜਾਬੀਆਂ ਦੇ ਨਾਂ ਕਿ ਬਤੌਰ ਮੁੱਖ ਮੰਤਰੀ ਰਹਿੰਦਿਆਂ ਕੁਝ ਗਲਤੀਆਂ ਵੀ ਹੋਈਆਂ ਸਾਥੋਂ ਹਾਂ ਤਾਂ ਉਹ ਜਿਹੜੇ ਗੁਨਾਹਾਂ ਦੀ ਆ ਕਿਤੇ ਨਾ ਕਿਤੇ ਮਾਫੀ ਵੀ ਉਹਨਾਂ ਨੇ ਮੰਗੀ। ਮੈਂ ਇੱਕ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੂੰਗਾ ਮੈਂ ਇੱਥੇ ਹੁਣ ਆਪਣਾ ਸ਼ੁਰੂਆਤ ਹੀ ਆ ਪੌਡਕਾਸਟ ਦੀ ਇਹ 3-4 ਮਿੰਟ ਹੀ ਹੋ ਜਾਣਾ ਮੈਂ ਕਈ ਵੀ ਦੱਸ ਦੂੰ ਵੀ ਆਪਣਾ ਪੌਡਕਾਸਟ ਦਾ ਕਰਨ ਦਾ ਮਤਲਬ ਇਹ ਵੀ ਹੈ ਵੀ ਉਹ ਸਿਆਸਤਦਾਨ ਤਾਂ ਦੇਖੋ ਸੀਗੇ ਵੱਡੇ ਐਲੀਗੇਸ਼ਨ ਵੀ ਬਹੁਤ ਜੁੜੇ ਬਹੁਤ ਤਰ੍ਹਾਂ ਦੀ ਜਿਵੇਂ ਹੁਣ ਐਲੀਗੇਸ਼ਨਾਂ ਤੇ ਵੀ ਗੱਲ ਕਰਾਂਗੇ ਆਪਾਂ ਐਲੀਗੇਸ਼ਨਾਂ ਤੇ ਵੀ ਕਰਾਂਗੇ ਪਰ ਜਿਹੜੀ ਜਿਵੇਂ ਹੁਣ ਮੈਂ ਪੋਸਟ ਪਾਈ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਪਾਈਆਂ ਹਨਾ ਚਲੋ ਮਤਲਬ ਸ਼ਰਧਾ ਦੇ ਫੁੱਲ ਭੇਟ ਕੀਤੇ ਕੋਈ ਵੀ ਜਦੋਂ ਵੱਡਾ ਬੰਦਾ ਜਾਂਦਾ ਜਾਂ ਕੋਈ ਵੀ ਆਪਣੇ ਪਰਿਵਾਰ 'ਚ ਜਾਂਦਾ ਉਹ ਤਾਂ ਲੀਡਰ ਹੀ ਵੱਡੇ ਸੀ ਤੇ ਵੈਸੇ ਵੀ ਬਜ਼ੁਰਗ ਸੀ ਜਿਹੜਾ ਆਪਣਾ ਕਲਚਰ ਆ ਉਹਦੇ ਵਿੱਚ ਵੀ ਬਜ਼ੁਰਗਾਂ ਦੀ ਕੀ ਮਹੱਤਤਾ ਗਈ ਉਹ ਗੱਲ ਅਲੱਗ ਆ ਚੰਗਾ ਮਾੜਾ ਸਭ ਦਾ ਹੀ ਹੁੰਦਾਗਾ ਆਪਣਾ ਵੀ ਆ ਉਹਨਾਂ ਦਾ ਵੀ ਸੀ ਸਭ ਦਾ ਹੁੰਦਾਗਾ ਪਰ ਕਈ ਚੀਜ਼ਾਂ ਨਾ ਕਮੈਂਟਾਂ ਦੇ ਵਿੱਚ ਜਾਂ ਸ਼ਬਦਾਵਲੀ ਦੇ ਵਿੱਚ ਜਦੋਂ ਕੋਈ ਤੁਰ ਜਾਂਦਾ ਨਾ ਇਨਸਾਨ ਉਦੋਂ ਥੋੜਾ ਜਿਹਾ ਆਪਾਂ ਨੂੰ ਮੈਨੂੰ ਲੱਗਦਾ ਵੀ ਥੋੜਾ ਜਿਹਾ ਹੋਰ ਹਿਸਾਬ ਨਾਲ ਦੇਖਣਾ ਚਾਹੀਦਾ ਕਿਉਂਕਿ ਤੁਸੀਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਾਂਗਾ ਕਈ ਚੀਜ਼ਾਂ ਜਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੁੜੀਆਂ ਸੀਗੀਆਂ ਪੋਜ਼ਿਟਿਵ ਤੇ ਨੈਗੇਟਿਵ ਉਹ ਇਤਿਹਾਸ ਦੇ ਵਿੱਚ ਲਿਖੀਆਂ ਗਈਆਂ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਦਾ ਮਤਲਬ ਜਦੋਂ ਵੀ ਜ਼ਿਕਰ ਆਊਗਾ ਤਾਂ ਉਹ ਗੱਲਾਂ ਦਾ ਜਿਵੇਂ ਕੋਈ ਵੀ ਦਿਨ ਆਉਂਦਾ ਗਾ ਤਾਂ ਉਦੋਂ ਜ਼ਿਕਰ ਆਊਗਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਆਪਦਾ ਇੱਕ ਵਧੀਆ ਰੋਲ ਪਲੇ ਕੀਤਾ ਸੀ ਜਾਂ ਇੱਥੇ ਆਪਦਾ ਇੱਕ ਮਾੜਾ ਰੋਲ ਪਲੇ ਕੀਤਾ ਸੀਗਾ ਐਜ਼ ਆ ਬਤੌਰ ਮੁੱਖ ਮੰਤਰੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋਏ ਜਾਂ ਜਿਹੜੀ ਵੀ ਉਦੋਂ ਉਹਨਾਂ ਕੋਲੇ ਅਹੁਦਾ ਸੀ ਉਹ ਗੱਲਾਂ ਹੋਣਗੀਆਂ ਪਰ ਜਦੋਂ ਕਿਸੇ ਦੇ ਮਰਨ ਦੇ ਉੱਤੇ ਆਪਾਂ ਇਹੋ ਜਿਹੀਆਂ ਟੀਕਾ ਟਿੱਪਣੀ ਕਰਦੇ ਹਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਇਦਾਂ ਲੱਗਦਾ ਵੀ ਆਪਾਂ ਉਹ ਪੰਜਾਬੀ ਕਲਚਰ ਦੇ ਥੋੜ੍ਹਾ ਜਿਹਾ ਦੂਰ ਹੋ ਗਏ ਕਈ ਪਾਰਟੀਬਾਜ਼ੀ ਨੂੰ ਛੱਡ ਕੇ ਮੈਂ ਬਹੁਤ ਸਾਰੇ ਲੀਡਰ ਦੇਖੇ ਜਿਹੜੇ ਖਾਸ ਕਰਕੇ ਕਾਂਗਰਸੀ ਲੀਡਰਾਂ ਦੀ ਜੇ ਆਪਾਂ ਕਹਿ ਦਈਏ ਵੀ ਉਹਨਾਂ ਨੇ ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੀ ਹੈ ਖਾਸ ਕਰਕੇ ਮੈਂ ਇੱਥੇ ਕਹੂੰਗਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਬਹੁਤ ਵਧੀਆ ਜਦੋਂ ਉਹਨਾਂ ਨੇ ਬੋਲਿਆ ਹੈਗਾ ਸਾਬਕਾ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਆਪਣੇ ਡਿਪਟੀ ਮੁੱਖ ਮੰਤਰੀ ਜਿਹੜੇ ਸਾਬਕਾ ਰਹੇ ਓਪੀ ਸੋਨੀ ਉਹਨਾਂ ਦਾ ਬਿਆਨ ਸੁਣਨ ਵਾਲਾ ਸੀ ਵੀ ਉਹ ਮਤਲਬ ਕਿਹੜੇ ਲੈਵਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਗਏ ਖਾਸ ਕਰਕੇ ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਵਿੱਚ ਨੇ ਉਹਨਾਂ ਦੇ ਮਤਲਬ ਬੋਲ ਬਾਰ-ਬਾਰ ਉਹ ਨੈਸ਼ਨਲ ਮੀਡੀਆ ਦੇ ਉੱਤੇ ਆ ਵੀ ਰਹੇ ਸੀ ਖੁੱਲ੍ਹ ਕੇ ਬੋਲ ਰਹੇ ਸੀ ਤਾਂ ਉਹ ਗੱਲਾਂ ਕਿਤੇ ਨਾ ਕਿਤੇ ਫਿਰ ਇੱਕ ਜਿਹੜਾ ਸਾਡਾ ਮੈਨੂੰ ਇੱਕ ਹੋਰ ਬਹੁਤ ਵਧੀਆ ਗੱਲ ਲੱਗੀ ਵੀ ਜਦੋਂ ਉੱਥੋਂ ਚੰਡੀਗੜ੍ਹ ਤੋਂ ਅੰਤਮ ਜਿਹੜੀ ਉਹਨਾਂ ਦੀ ਯਾਤਰਾ ਉਹ ਚੱਲਦੀ ਆ ਪਿੰਡ ਬਾਦਲ ਨੂੰ ਥਾਂ ਤੇ ਲੋਕਾਂ ਨੇ ਜਿਹੜੇ ਫੁੱਲ ਤਾਂ ਸਿੱਟੀ ਪਰ ਜਿਹੜੀ ਸਭ ਤੋਂ ਗੱਲ ਦੇਖਣ ਵਾਲੀ ਸੀ ਜਿਹੜੀ ਅਸੀਂ ਕਹਿੰਦੇ ਆ ਵੀ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਤੇ ਇਹ ਐਲੀਗੇਸ਼ਨ ਵੀ ਲੱਗਦਾਗਾ ਮੈਂ ਇੱਕ ਵਾਰ ਸ਼ਾਇਦ ਬੰਟੀ ਰਮਾਣੇ ਨੂੰ ਪੁੱਛਿਆ ਸੀਗਾ ਵੀ ਤੁਹਾਨੂੰ ਲੱਗਦਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਵੀ ਆਫ ਰਿਕਾਰਡ ਮੈਂ ਇਹ ਗੱਲ ਕੀਤੀ ਸੀ ਵੀ ਜਿਹੜਾ ਯੂਥ ਅਕਾਲੀ ਦਲ ਆ ਵੀ ਉਹਦੇ ਵਿੱਚ ਪੱਗਾਂ ਵਾਲੇ ਦਸਤਾਰਾਂ ਵਾਲੇ ਮੁੰਡੇ ਘਟਦੇ ਜਾਂਦੇ ਆ ਵੀ ਇਸ ਚੀਜ਼ ਉਹ ਕਹਿੰਦਾ ਵੀ ਸਾਨੂੰ ਮਤਲਬ ਚਿੰਤਾ ਹੈਗੀ ਚਲੋ ਜਿੱਦਾਂ ਦਾ ਵੀ ਚਲੋ ਉਹ ਇੱਕ ਪੋਲੀਟੀਕਲ ਸਟੇਟਮੈਂਟ ਲਾ ਲਓ ਜਾਂ ਅੰਦਰਲੀ ਗੱਲ ਪਰ ਇੱਕ ਚੀਜ਼ ਬਹੁਤ ਵਧੀਆ ਲੱਗੀ ਵੀ ਜਿਵੇਂ ਬਿਕਰਮ ਸਿੰਘ ਮਜੀਠੀਆ ਉਹ ਐਂਬੂਲੈਂਸ ਚਲਾ ਰਹੇ ਸੀ ਉਹਨਾਂ ਸੁਖਬੀਰ ਸਿੰਘ ਬਾਦਲ ਉਹ ਨਾਲ ਮਤਲਬ ਉਹ ਵੀ ਇੱਕ ਮਤਲਬ ਆਪਣਾ ਕਲਚਰ ਜਾਂ ਆਪਣੀ ਉਹ ਚੀਜ਼ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਹਾਲਾਂਕਿ ਪੋਲੀਟੀਕਲ ਲੀਡਰਾਂ ਬਾਰੇ ਅਕਸਰ ਕਿਹਾ ਜਾਂਦਾ ਵੀ ਇਹਨਾਂ ਦੇ ਮਤਲਬ ਜਿਹੜੇ ਹੱਥ ਹੁੰਦੇ ਆ ਉਹ ਗੰਦੇ ਹੱਥ ਹੁੰਦੇ ਆ ਜਾਂ ਇਹਨਾਂ ਦਾ ਕੈਰੀਅਰ ਉਹ ਅਲੱਗ ਗੱਲ ਆ ਪਰ ਜਿਹੜੀ ਉਹਨਾਂ ਦਾ ਇੱਕ ਨਿੱਜੀ ਜ਼ਿੰਦਗੀ ਆ ਜਾਂ ਲੋਕਾਂ ਨੂੰ ਕੀ ਸੇਧ ਦੇ ਰਹੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਾਂ ਕੱਲ੍ਹ ਜਿਹੜੀਆਂ ਭਾਵਕ ਕਰਨ ਵਾਲੀਆਂ ਕਿ ਦੇਖੋ ਬਾਪ ਤਾਂ ਬਾਪ ਹੁੰਦਾ ਗਾ ਉਹ ਕਿਸੇ ਦਾ ਵੀ ਹੋਵੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਦਾ ਹੋਵੇ ਚਾਹੇ ਉਹ ਆਪਣਾ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਉਹਦੇ ਭਾਵਕ ਕਰਨ ਵਾਲੇ ਜਦੋਂ ਬਾਪ ਦਾ ਸਾਇਆ ਸਿਰ ਤੋਂ ਜਾਂਦਾ ਨਾ ਚਾਹੇ ਉਹ ਬਾਪ 95 ਸਾਲ ਦਾ ਹੋਵੇ ਚਾਹੇ 60 ਸਾਲ ਦਾ ਤੇ ਚਾਹੇ ਉਦੋਂ ਛੋਟੀ ਉਮਰ ਦਾ ਤੇ ਉਹ ਬੰਦੇ ਦਾ ਮਨ ਪੁੱਛਿਆ ਜਾਣਦਾ ਗਾ ਤੇ ਇਹ ਚੀਜ਼ ਉਹੀ ਬੰਦਾ ਫੀਲ ਕਰ ਸਕਦਾ ਜਿਹਦਾ ਬਾਪ ਇਸ ਦੁਨੀਆ ਦੇ ਮਾਂ ਪਿਓ ਨਹੀਂ ਹੁੰਦਾ ਕਿਉਂਕਿ ਜਿਵੇਂ ਹਰਭਜਨ ਮਾਨ ਦਾ ਇੱਕ ਗਾਣਾ ਵੀ ਆ ਹਨਾ ਬਾਪ ਦੇ ਹੁੰਦੇ ਆ ਬੇਪਰਵਾਹੀਆਂ ਰੱਬ ਯਾਦ ਨਾ ਰਹਿੰਦਾ ਰੱਬ ਯਾਦ ਨਾ ਰਹਿੰਦਾ ਤੇ ਇਹ ਗੱਲ ਸੱਚੀ ਆ ਤੇ ਅੱਜ ਤੋਂ ਕਹਿੰਦੇ ਹਜੇ ਆਹ ਸਾਲ 1.5 ਸਾਲ ਦੀ ਉਹਨਾਂ ਦੀ ਸਿਹਤ ਥੋੜ੍ਹੀ ਬਹੁਤ ਨਾਜ਼ੁਕ ਹੋ ਗਈ ਸੀ ਬਾਦਲ ਸਾਹਿਬ ਦੀ ਪਰ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹਰ ਇੱਕ ਸਲਾਹ ਵੀ ਉਹਨਾਂ ਤੋਂ ਲਿਆ ਕਰਦੇ ਸੀ ਉਹਨਾਂ ਦਾ ਮਤਲਬ ਇੱਕ ਸਿਰਫ ਬਾਪ ਨਹੀਂ ਗਿਆ ਉਹਨਾਂ ਦਾ ਸਲਾਹਕਾਰ ਵੀ ਰਾਜਨੀਤਿਕ ਤੌਰ ਦੇ ਉੱਤੇ ਵੀ ਤੇ ਘਰ ਦੇ ਤੌਰ ਦੇ ਉੱਤੇ ਕਿਉਂਕਿ ਇੱਕ ਪਾਰਟੀ ਦਾ ਪ੍ਰਧਾਨ ਹੋਣਾ ਇੱਕ ਰਾਜਨੀਤਿਕ ਆਗੂ ਹੋਣਾ ਉਹ ਓਨਾ ਹੀ ਔਖਾ ਹੈਗਾ ਉਹਦੀ ਨਿੱਜੀ ਜ਼ਿੰਦਗੀ ਲਈ ਕਿਉਂਕਿ ਉਹਦੀ ਇੱਕ ਨਿੱਜੀ ਜ਼ਿੰਦਗੀ ਵੀ ਆ ਪਰਿਵਾਰਕ ਜ਼ਿੰਦਗੀ ਵੀ ਹੁਣ ਬਾਦਲ ਸਾਹਿਬ ਦੇ 2 ਪੋਤੀਆਂ ਆਈਆਂ ਪੋਤਾ ਹੈਗਾ ਹਨਾ ਕਿਉਂਕਿ ਹਰਸਿਮਰਤ ਕੌਰ ਬਾਦਲ ਉਹ ਖੁਦ ਰਾਜਨੀਤੀ 'ਚ ਨੇ ਇਹ ਵੀ ਇੱਕ ਵਾਰ ਉਹਨਾਂ ਨੂੰ ਸਵਾਲ ਪੁੱਛਿਆ ਸੀ ਵੀ ਤੁਹਾਡੇ ਤੇ ਐਲੀਗੇਸ਼ਨ ਲੱਗਦਾਗਾ ਪਰਿਵਾਰਵਾਦ ਨੂੰ ਲੈ ਕੇ ਹਾਲਾਂਕਿ ਇਹ ਐਲੀਗੇਸ਼ਨ ਮੇਰੇ ਵੱਲੋਂ ਵੀ ਇਹ ਸਵਾਲ ਪੁੱਛਿਆ ਗਿਆ ਸੀ ਬਹੁਤ ਸਾਰੇ ਉਹਨਾਂ ਨੂੰ ਪੱਤਰਕਾਰ ਇਹ ਸਵਾਲ ਹਮੇਸ਼ਾ ਪੁੱਛਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਇਹ ਪਰਿਵਾਰ ਨਾ ਇਸ ਜਿਹੜਾ ਸਵਾਲ ਹੈ ਉਦੋਂ ਖੜਾ ਹੋਣ ਲੱਗ ਗਿਆ ਜਦੋਂ ਹਰਸਿਮਰਤ ਕੌਰ ਬਾਦਲ ਬਠਿੰਡਿਓਂ ਚੋਣ ਲੜਦੇ ਨੇ ਕਹਿੰਦੇ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਬਠਿੰਡੇ ਚੋਣ ਲੜ ਰਿਹਾ ਸੀ ਉਹਨਾਂ ਨੇ ਐਲਾਨ ਕਰਤਾ ਸੀ ਤੇ ਉਹਨਾਂ ਨੇ ਚੈਲੰਜ ਕੀਤਾ ਸੀ
ਤੇ ਕਹਿੰਦਾ ਉਹ ਚੈਲੰਜ ਅਸੀਂ ਅਸੈਪਟ ਕੀਤਾ ਸੀ। ਵੱਡੇ ਬਾਦਲ ਸਾਹਿਬ ਨੇ ਦੱਸਿਆ ਸੀ ਵੀ ਅਸੀਂ ਉਹ ਚੈਲੰਜ ਅਸੈਪਟ ਕੀਤਾ ਸੀ, ਵੀ ਕੁਛ ਗੱਲਾਂ ਪਰੇ ਦੀਆਂ ਵੀ ਹੁੰਦੀਆਂ ਗਈਆਂ ਜਿਹੜੀਆਂ ਸਾਨੂੰ ਜਾ ਕੇ ਕਰਨੀਆਂ ਪੈਂਦੀਆਂ। ਚਲੋ ਬਾਅਦ ਦੇ ਵਿੱਚ ਚੀਜ਼ਾਂ ਬਦਲ ਗਈਆਂ। ਫਿਰ ਉਹ ਮਤਲਬ ਜਿਵੇਂ ਬਿਕਰਮ ਸਿੰਘ ਮਜੀਠੀਆ ਵੀ ਉਹਨਾਂ ਦੇ ਰਿਸ਼ਤੇਦਾਰ ਨੇ, ਉਹ ਵੀ ਕੈਬਨਿਟ ਦੇ ਵਿੱਚ ਆਏ ਹੈ। ਉਹ ਕੈਰੋਂ ਸਾਹਿਬ ਵੀ ਕੈਬਨਿਟ ਦੇ ਵਿੱਚ ਆਏ, ਉਹ ਵੀ ਰਿਸ਼ਤੇਦਾਰ ਨੇ। ਮਤਲਬ ਕਾਫੀ ਚੀਜ਼ਾਂ ਸੀਗੀਆਂ। ਮੈਂ ਚਾਹੂੰਗਾ ਵੀ ਆਪਾਂ ਨੇ ਜਮਾਂ ਸ਼ੁਰੂ ਤੋਂ ਚੱਲੀਏ। 1947 'ਚ ਜਿਵੇਂ ਉਹ ਸਰਪੰਚ ਬਣਦੇ ਆ, ਹਾਲਾਂਕਿ ਤਹਿਸੀਲਦਾਰ ਦੀ ਗੱਲ ਹੁੰਦੀ ਆ, ਹੈ ਨਾ। ਤਹਿਸੀਲਦਾਰ ਪਹਿਲਾਂ ਸਰਪੰਚ ਬਣਦੇ ਨੇ, ਫਿਰ MLA ਬਣਦੇ ਨੇ। ਉਹਨਾਂ ਨੂੰ ਸ਼ਾਇਦ ਗਿਆਨੀ ਕਰਤਾਰ ਸਿੰਘ ਉਹ ਲੈ ਕੇ ਆਏ ਐਕਟਿਵ ਪੋਲੀਟਿਕਸ ਦੇ ਵਿੱਚ, ਹੈ ਨਾ। ਉਹਨਾਂ ਨੇ ਉਹਨਾਂ ਦੀ ਐਂਟਰੀ ਕਰਵਾਈ ਆ। ਅਤੇ ਪਹਿਲੇ ਦਿਨ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਦੱਸਿਆ ਜਾਂਦਾ ਸੀਗਾ ਵੀ ਉਹ ਗੱਲ ਨਾ ਮਤਲਬ ਪੀਂਦੇ ਬਹੁਤ ਸੀ। ਗੱਲ ਪੀਣ ਦਾ ਮਤਲਬ ਵੀ ਉਹ ਅੰਦਰ ਰੱਖਦੇ ਸੀ, ਅੰਦਰ, ਤੇ ਸਹੀ ਸਮਾਂ ਆਉਣ ਤੇ ਫਿਰ ਇੰਪਲੀਮੈਂਟ ਕਰਦੇ ਸੀ। ਜਦੋਂ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਨੇ, ਪਹਿਲੀ ਤੇ ਦੂਜੀ ਵਾਰ, ਪਹਿਲੀ ਵਾਰ ਤਾਂ ਬਹੁਤ ਛੋਟੀ ਟਰਮ ਸੀ ਉਹਨਾਂ ਦੀ, ਦੂਜੀ ਵਾਰ ਵੀ ਛੋਟੀ ਟਰਮ ਹੀ ਸੀ, ਜਿਵੇਂ ਪੂਰੇ 5 ਸਾਲ ਨਹੀਂ ਕਰੇ ਸੀ ਉਹਨਾਂ ਨੇ। 97 ਦੇ ਵਿੱਚ ਆ ਕੇ ਪਹਿਲੀ ਵਾਰ ਉਹ 5 ਸਾਲ ਪੂਰੇ ਕਰਦੇ ਨੇ। ਉਦੋਂ ਬਹੁਤ ਲੋਕਾਂ ਨੂੰ ਨਾ ਉਹ ਮਤਲਬ ਜਿਹੜੇ ਜਾਣਦੇ ਸੀਗੇ, ਖਾਸ ਕਰਕੇ ਉਹ ਬੈਲਟ, ਮੁਕਤਸਰ ਵਾਲੀ ਬੈਲਟ ਜਿਹੜੀ, ਹੈ ਨਾ, ਉਹ ਚਿੱਬੜਾਂ ਵਾਲੀ ਪਿੰਡ ਹੋ ਗਿਆ, ਹੋਰ ਉਹ ਨਾਲ ਦੇ ਪਿੰਡ, ਉਹਨਾਂ ਦਾ ਇਲਾਕਾ, ਉਹ ਪਿੰਡਾਂ ਦੇ ਵਿੱਚ ਬਹੁਤ ਬਾਏ ਨੇਮ ਸਭ ਨੂੰ ਜਾਣਦੇ ਸੀ, ਸਭ ਨੂੰ ਬਾਏ ਨੇਮ ਉਹ ਜਾਣਦੇ ਸੀਗੇ। ਉਹੀ ਕਹਿੰਦੇ ਨਾ ਆਪਾਂ ਵੀ ਲੋਕ ਲੀਡਰ ਉਹ ਹੁੰਦਾ ਜਿਹੜਾ ਲੋਕਾਂ 'ਚ ਵਿਚਰਦਾ, ਤੇ ਜਿਹੜੇ ਲੋਕ ਲੀਡਰ ਨੇ ਉਹ ਲੋਕਾਂ ਨੂੰ ਫਿਰ ਬਾਈ ਨੇਮ ਜਾਣਦੇ ਵੀ ਨਹੀਂ। ਜਿਹੜੇ ਪੁਰਾਣੇ ਰਾਜਨੀਤਿਕ ਲੀਡਰ ਨੇ, ਤੁਸੀਂ ਉਹਨਾਂ ਦਾ ਅੱਜ ਦਾ ਪਹਿਰਾਵਾ ਦੇਖ ਲਓ, ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਲਓ। ਉਹਨਾਂ ਨੂੰ ਜਦੋਂ ਪੁਰਾਣੇ ਵਰਕਰ ਆ ਕੇ ਮਿਲਦੇ ਨੇ, ਉਹ ਅੱਜ ਵੀ ਉਵੇਂ ਹੀ ਬੁਲਾਉਂਦੇ ਨੇ, ਖਾਸ ਕਰ ਅਕਾਲੀ ਦਲ ਦੇ ਤੇ ਕਾਂਗਰਸ ਦੇ ਜਿਹੜੇ ਪੁਰਾਣੇ ਲੀਡਰ ਨੇ। ਹਾਲਾਂਕਿ ਜਿਹੜੇ ਜਿਵੇਂ ਨਵੇਂ ਲੀਡਰਸ ਕੱਲ੍ਹ ਕਹਿ ਰਹੇ ਸੀ, ਜਿਵੇਂ ਸੁਨੀਲ ਜਾਖੜ ਹੋਰਾਂ ਨੇ ਵੀ ਕੱਲ੍ਹ ਕਿਹਾ, ਉਹ ਵੀ ਬਹੁਤ ਪੁਰਾਣੇ ਲੀਡਰ ਨੇ, ਉਹਨਾਂ ਦੀ ਆਪਣੀ ਇੱਕ ਲੈਗੈਸੀ ਆ ਪਰਿਵਾਰ ਦੀ। ਜੀ ਜੀ ਬਿਲਕੁਲ। ਉਹ ਵੀ ਕਹਿ ਰਹੇ ਸੀ ਕਿ ਬਾਦਲ ਸਾਹਿਬ ਤੋਂ ਅੱਜ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਉਹਨਾਂ ਨੂੰ ਬਹੁਤ ਕੁਛ ਸਿੱਖਣ ਦੀ ਬਜਾਏ ਨਾ ਇੱਕ ਗੁਣ ਹੀ ਲੈ ਲਿਆ ਜਾਵੇ, ਉਹ ਵੀ ਬਹੁਤ ਹੈ। ਤੁਸੀਂ ਬਾਦਲ ਸਾਹਿਬ ਦੇ ਵੱਖ-ਵੱਖ ਗੁਣਾਂ 'ਚੋਂ ਨਾ ਤੁਸੀਂ ਇੱਕ ਗੁਣ ਵੀ ਲੈ ਲਓ ਨਾ, ਹਲੀਮੀ ਨਾ ਬੋਲਣਾ, ਹਲੀਮੀ ਤੇ ਨਿਮਰਤਾ ਨਾ ਬੋਲਣਾ, ਇੱਕੋ ਗੁਣ ਹੀ ਲੈ ਲਓ, ਤੁਸੀਂ ਬਹੁਤ ਸਿੱਖ ਜਾਓਗੇ ਤੇ ਤੁਸੀਂ ਤਰ ਜਾਓਗੇ। ਤੇ ਮੈਨੂੰ ਲੱਗਦਾ ਵੀ ਆਪਾਂ ਹੁਣ ਪੋਲੀਟੀਕਲ ਕੈਰੀਅਰ ਵੱਲ ਆਈਏ, ਵੀ ਬਾਦਲ ਸਾਹਿਬ ਦੀ ਜਿਹੜੀ ਆਪਣੀ ਇੱਕ ਗੱਲ ਜ਼ਰੂਰ ਹੈਗੀ, ਉਹ ਨਾ ਆਪਦੇ ਪਿੰਡਾਂ ਦੇ ਲੋਕਾਂ ਨੂੰ, ਜਾਂ ਜਿਹੜੇ ਜਾਂਦੇ ਸੀ, ਜਿਹਨਾਂ ਦੇ ਮੁੰਡੇ ਪੜ੍ਹੇ ਲਿਖੇ ਸੀ, ਜਾਂ ਕਹਿ ਦਿੰਦੇ ਸੀ ਵੀ ਫਲਾਨਾ ਟੈਸਟ ਦਵਾ ਦਿਓ, ਵੀ ਤੇਰੇ ਪੁੱਤ ਨੂੰ ਨੌਕਰੀ ਰਖਵਾ ਦਾਂਗੇ, ਐਂ ਕਰ ਦਾਂਗੇ, ਉਹਨਾਂ ਨੇ ਰਖਵਾਏ ਵੀ। ਬੇਸ਼ੱਕ ਬਹੁਤ ਲੋਕਾਂ ਦੀ ਉਹਨਾਂ ਨੇ ਹੈਲਪ ਕਰੀ। ਬਿਲਕੁਲ। ਇੱਕ ਬਹੁਤ ਕਰੀਬੀ ਨੇ ਬਾਦਲ ਪਰਿਵਾਰ ਦੇ, ਤੇ ਉਹ ਸੁਖਬੀਰ ਸਿੰਘ ਬਾਦਲ ਜੀ ਨਾਲ ਹੁੰਦੇ ਨੇ, ਤਾਂ ਉਹਨਾਂ ਨੇ ਆਪਦੇ ਮਤਲਬ ਵਾਲ ਤੇ ਵੀ ਲਿਖਿਆ ਸੀ ਵੀ ਅੱਜ ਕਈ ਘਰਾਂ ਨੂੰ ਰੋਟੀ ਦੇਣ ਵਾਲਾ ਚਲਾ ਗਿਆ। ਬਿਲਕੁਲ। ਮਤਲਬ ਜਿਨ੍ਹਾਂ ਲਈ ਕਰਿਆ ਤਾਂ ਉਹਨਾਂ ਲਈ ਤਾਂ ਉਹ ਬਹੁਤ ਵੱਡੇ ਸੀਗੇ। ਤਾਂ ਜਦੋਂ ਫਿਰ 97 ਦੀ ਸਰਕਾਰ ਆਈ, ਜਦੋਂ 97 ਦੀ ਸਰਕਾਰ ਆਉਂਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਨੌਕਰੀਆਂ ਵਾਲਾ ਵੀ ਬਹੁਤ ਮਤਲਬ ਸਿਸਟਮ ਹੁੰਦਾ, ਵੀ ਨੌਕਰੀ ਆਪਾਂ ਨੂੰ ਲੱਗੇ। ਉਦੋਂ ਖਾਸ ਕਰਕੇ ਆਪਾਂ ਕਹਿ ਦਈਏ ਹੌਲਦਾਰ ਭਰਤੀ ਹੋਣਾ, ਇੰਸਪੈਕਟਰ ਭਰਤੀ ਹੋਣਾ, ਹੈ ਨਾ। ਤਾਂ ਉਦੋਂ ਥੋੜ੍ਹਾ ਜਿਹਾ ਉਹ ਪਾਸਾ ਵੱਟਣ ਲੱਗ ਗਏ ਸੀ ਬਾਦਲ ਸਾਹਿਬ ਵਰਗੇ। ਫਿਰ 2002 ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਆ। ਉਦੋਂ ਮਤਲਬ ਲੋਕ 7 ਤੱਕ ਬਹੁਤ ਹੋ ਗਏ ਸੀ ਵੀ ਨੌਕਰੀ ਜਿਹਦੇ ਘਰੇ ਸਰਕਾਰੀ ਨੌਕਰੀ ਆ ਬਹੁਤ ਆ। ਤੇ 7 ਤੋਂ ਬਾਅਦ ਜਦੋਂ ਆਉਂਦੀ ਆ, ਫਿਰ ਜਦੋਂ ਬਾਦਲ ਸਾਹਿਬ ਕੋਲੇ ਕੋਈ ਜਾਂਦਾ ਸੀ ਨਾ ਨੌਕਰੀ ਲੈਣ, ਤਾਂ ਇੱਕ ਅਜਿਹਾ ਸੱਚ ਆਫ ਰਿਕਾਰਡ ਤੇ ਔਨ ਰਿਕਾਰਡ ਵੀ ਬੋਲ ਦਿੰਦੇ ਸੀ। ਉਹ ਕਹਿ ਦਿੰਦੇ ਸੀ ਵੀ ਦੇਖੋ ਵੀ ਮੈਥੋਂ ਕੋਈ ਗਲਤ ਕੰਮ ਨਾ ਕਰਾ ਲਿਓ, ਜੇ ਤੁਹਾਡਾ ਸਹੀ ਆ ਤਾਂ ਤੁਹਾਡੇ ਬੱਚੇ ਨੇ ਆਪ ਹੀ ਭਰਤੀ ਹੋ ਜਾਣਾਗਾ, ਜੇ ਤੁਹਾਡਾ ਗਲਤ ਆ ਫਿਰ ਮੈਥੋਂ ਨਾ ਕਰਾ ਲਿਓ, ਨਹੀਂ ਮੇਰੇ ਨਾਲ ਚਟਾਲਿਆਂ ਵਾਲੀ ਹੋ। ਹਾਲਾਂਕਿ ਉਹ ਚਟਾਲਾ ਪਰਿਵਾਰ ਦੇ ਬਹੁਤ ਕਰੀਬੀ ਸੀ। ਤੇ ਜਿਹੜੇ ਅੱਜ ਆਪਾਂ ਬਹੁਤ ਲੋਕਾਂ ਨੂੰ ਲੱਗ ਰਿਹਾ ਵੀ ਇਹ ਗੱਲਾਂ ਕਰੀ ਜਾਂਦੇ ਆ, ਜਿਹੜਾ ਆਪਣੇ ਸੋਰਸ ਨੇ ਉਹ ਬਹੁਤ ਸਾਰੇ ਅਜਿਹੇ ਪੱਤਰਕਾਰ ਸੋਰਸ ਨੇ ਜਿਹੜਿਆਂ ਨੇ ਲੌਂਗ ਟਾਈਮ ਉਹਨਾਂ ਨੂੰ ਸੰਗਤ ਦਰਸ਼ਨ ਦੇ ਵਿੱਚ ਕਵਰ ਕੀਤਾ ਗਾ, ਤੇ ਕੁਛ ਅਜਿਹੇ ਲੋਕ ਨੇ ਜਿਹੜਾ ਨੇ 30-30 ਸਾਲ ਉਹਨਾਂ ਨੂੰ ਕਵਰ ਕੀਤਾ। ਤਾਂ ਹੁਣ ਮੈਨੂੰ ਲੱਗਦਾ ਆਪਾਂ ਪੋਲੀਟੀਕਲ ਤੇ ਝਾਤ ਮਾਰ ਕੇ ਥੋੜੀ ਕੈਰੀਅਰ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ 47 ਦੇ ਵਿੱਚ ਸਰਪੰਚ ਬਣਦੇ ਆ ਜੀ, ਬਾਅਦ ਦੇ ਵਿੱਚ ਉਦੋਂ ਤੱਕ ਪੈਪਸੂ ਜਿਹੜਾ ਭੰਗ ਹੋ ਜਾਂਦਾ 57 ਤੱਕ ਜੀ। 57 ਦੇ ਵਿੱਚ ਜਦੋਂ ਉਹ ਪਹਿਲੀ ਵਾਰ ਕਾਂਗਰਸ ਦੀ ਟਿਕਟ ਤੇ ਚੋਣ ਲੜਦੇ, ਪਹਿਲੀ ਵਾਰੀ ਕਾਂਗਰਸੀ MLA ਬਣਦੇ 57 ਦੇ ਵਿੱਚ, ਉਹ ਪਹਿਲੀ ਪਾਰੀ ਸੀ ਉਹਨਾਂ ਦੀ ਜੀ। ਉਸ ਤੋਂ ਬਾਅਦ 67 ਦੇ ਵਿੱਚ ਜਦੋਂ ਚੋਣ ਲੜਦੇ ਆ ਤਾਂ ਹਰਚਰਨ ਬਰਾੜ ਹੋਰਾਂ ਤੋਂ ਹਾਰ ਜਾਂਦੇ ਆ ਜੀ। ਤੇ 67 ਦੇ ਵਿੱਚ ਜਿਹੜੀ ਸਰਕਾਰ ਬਣਦੀ ਆ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣਦੀ ਆ, ਤੇ ਉਹ ਸਰਕਾਰ ਜਿਹੜੀ ਆ ਕੁਝ ਸਮੇਂ ਜਿਹੜੀ ਆ ਉਹ ਚੱਲ ਪਾਉਂਦੀ ਆ। ਬਾਅਦ ਦੇ ਵਿੱਚ ਲਛਮਣ ਸਿੰਘ ਬਗਾਵਤ ਕਰ ਦਿੰਦੇ ਆ ਅਕਾਲੀ ਦਲ ਤੋਂ, ਤੇ ਲਛਮਣ ਸਿੰਘ ਗਿੱਲ ਜਿਹੜੇ ਮੰਤਰੀ ਬਣਦੇ, ਜਿਨ੍ਹਾਂ ਨੇ ਲਿੰਕ ਸੜਕਾਂ ਬਣਵਾਈਆਂ ਸੀ ਤੇ ਪੰਜਾਬੀ ਦਾ ਮਿਆਰ ਬਹੁਤ ਉੱਚਾ ਚੁੱਕਿਆ ਗਿਆ ਸੀ ਉਹਨਾਂ ਦੀ ਸਰਕਾਰ ਦੇ ਵਿੱਚ, ਕਿਉਂਕਿ ਬੇਸਿਕਲੀ ਦਿਲੋਂ ਅਕਾਲੀ ਸੀਗੇ, ਪਰ ਕਾਂਗਰਸ ਦੀ ਹਮਾਇਤ ਦੇ ਨਾਲ ਮੁੱਖ ਮੰਤਰੀ ਬਣਦੇ ਆ। ਬਾਅਦ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਦੁਬਾਰਾ ਜਦੋਂ ਸਰਕਾਰ ਬਣਦੀ ਹੈ, ਤਾਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਦੇ ਵਿੱਚ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਉਦੋਂ ਮੰਤਰੀ ਬਣਦੇ ਪੰਜਾਬ ਸਰਕਾਰ ਦੇ ਵਿੱਚ, ਸ਼ਾਇਦ ਮੈਨੂੰ ਲੱਗਦਾ ਪੰਚਾਇਤ ਮੰਤਰੀ ਸੀ ਆਈ ਥਿੰਕ, ਹੁਣ ਮੇਰੇ ਚੰਗੀ ਤਰ੍ਹਾਂ ਜਿਹੜਾ ਧਿਆਨ 'ਚ ਨਹੀਂ, ਯਾਦ ਨਹੀਂ। ਤੇ ਜਿਹੜਾ ਪਹਿਲੀ ਵਾਰੀ ਮੰਤਰੀ ਉਦੋਂ ਬਣਦੇ ਆ ਪ੍ਰਕਾਸ਼ ਸਿੰਘ ਬਾਦਲ। ਤੇ ਜਿਹੜੀ 26 ਜਨਵਰੀ 1970 ਦੀ ਸਵੇਰ ਹੈ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਪੰਜਾਬ ਦੇ ਪਹਿਲੀ ਵਾਰੀ। ਹਾਲਾਂਕਿ ਜਿਹੜੀ ਟਰਮ ਆ ਉਹਨਾਂ ਦੀ
ਤਕਰੀਬਨ ਜਿਹੜੀ ਹੈ 1 ਸਾਲ ਹੀ ਰਹਿੰਦੀ ਹੈ। 1 ਸਾਲ ਦੇ ਵਿੱਚ ਕੀ ਕੁਝ ਪਰ ਉਹ ਬਹੁਤ ਟ੍ਰਿਕੀ ਸਿਚੁਏਸ਼ਨ ਸੀ ਕਹਿੰਦੇ ਪੰਜਾਬ ਦੀ ਰਾਜਨੀਤੀ ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਮਤਲਬ 43 ਸਾਲ ਦੇ ਮੁੱਖ ਮੰਤਰੀ ਵਜੋਂ ਸਹੁੰ, ਕਿਉਂਕਿ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ ਤੇ ਪਹਿਲੀ ਵਾਰੀ ਜਦੋਂ ਬੰਦਾ ਮੁੱਖ ਮੰਤਰੀ ਬਣਦਾ ਤੇ ਹਾਲਾਂਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਹੁਣ ਵੀ ਜਿਵੇਂ ਭਗਵੰਤ ਸਿੰਘ ਮਾਨ ਨੇ ਹਨਾ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਆ, ਸੋ ਪਹਿਲੀ ਵਾਰੀ ਜਦੋਂ ਬੰਦਾ ਮੁੱਖ ਮੰਤਰੀ ਬਣਦਾ ਐਕਸਪੀਰੀਅੰਸ ਦੀ ਕਿਤੇ ਨਾ ਕਿਤੇ ਘਾਟ ਵੀ ਹੁੰਦੀ ਹੈ, ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਬਾਕੀ ਕੁਝ ਚੀਜ਼ਾਂ ਸਰਪ੍ਰਾਈਜ਼ ਨਹੀਂ ਹੁੰਦੀਆਂ ਨਾ, ਜਿਵੇਂ ਚਰਨਜੀਤ ਸਿੰਘ ਚੰਨੀ ਆਪਾਂ ਕਹਿ ਦਈਏ ਹਨਾ, ਉਵੇਂ ਹੀ ਪ੍ਰਕਾਸ਼ ਸਿੰਘ, ਹਾਲਾਂਕਿ ਉਹ ਸਿਚੁਏਸ਼ਨਸ ਅਲੱਗ-ਅਲੱਗ ਸੀ ਪਰ ਉਹ ਆਪਾਂ ਕਹਿ ਦਈਏ ਕਿ ਬਹੁਤ ਵੱਡਾ ਸਰਪ੍ਰਾਈਜ਼ ਪੈਕੇਜ ਹੁੰਦਾ ਨਾ। ਕਿਉਂਕਿ ਮੈਂ ਤੁਹਾਨੂੰ ਦੱਸਾਂ ਜੇ 1970 ਦੇ ਵਿੱਚ ਕੀ ਹੋਇਆ ਸੀ, 1970 ਦੇ ਵਿੱਚ ਜਿਵੇਂ ਅਕਾਲੀ ਦਲ ਦੇ ਵੱਖ-ਵੱਖ ਸਮਿਆਂ ਤੇ ਵੱਖੋ-ਵੱਖ ਧੜੇ ਰਹੇ ਆ। ਅਕਾਲੀ ਦਲ ਦੇ ਉਸ ਸਮੇਂ ਵੀ ਜਿਵੇਂ ਪੈਪਸੂ ਦੇ ਵਿੱਚ ਵੀ ਇੱਕ ਪੈਪਸੂ ਅਕਾਲੀ ਦਲ ਸੀ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਸੀ, ਤੇ ਬਾਅਦ ਦੇ ਵਿੱਚ ਵੀ ਸੰਤ ਗਰੁੱਪ ਸੀ, ਇੱਕ ਸ਼੍ਰੋਮਣੀ ਅਕਾਲੀ ਦਲ ਸੰਤ ਗਰੁੱਪ, ਸੰਤ ਫਤਿਹ ਸਿੰਘ ਗਰੁੱਪ, ਤੇ ਦੂਜਾ ਸੀਗਾ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਗਰੁੱਪ। ਤੇ ਜਿਹੜਾ ਜੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਦੂਸਰੇ ਅਕਾਲੀ ਦਲ ਵੱਲੋਂ ਜੇ ਮੈਂ ਗੱਲ ਕਰਾਂ, ਜਸਟਿਸ ਗੁਰਨਾਮ ਸਿੰਘ ਹੋਰਾਂ ਦੇ ਨਾਲ ਤਕਰੀਬਨ ਜਿਹੜੇ ਆ 25 ਜਿਹੜੇ MLA ਸੀਗੇ, ਤੇ ਜਸਟਿਸ ਗੁਰਨਾਮ ਸਿੰਘ ਵੀ ਸਹੁੰ ਚੁੱਕਣ ਦੀ ਕਾਹਲ ਦੇ ਵਿੱਚ ਸੀ। MLAਆਂ ਦੀ ਜੋੜ ਤੋੜ ਉਹਨਾਂ ਵੇਲਿਆਂ 'ਚ ਵੀ ਹੁੰਦੀ ਸੀ, ਇਹ ਤਾਂ ਹੁੰਦੀ ਰਹਿੰਦੀ ਆ। ਤੇ ਜੋੜ ਤੋੜ ਦੇ ਲਈ ਜਸਟਿਸ ਗੁਰਨਾਮ ਸਿੰਘ ਵੀ ਕਾਹਲੇ ਸੀ, ਉਹ ਵੀ DC ਪਾਰਟਵੇ ਹੁੰਦੇ ਸੀ ਉਹਨਾਂ ਵੇਲਿਆਂ ਦੇ ਵਿੱਚ, ਜਿਹੜੇ ਰਾਜਪਾਲ ਪੰਜਾਬ ਦੇ 1970 'ਚ ਉਹ ਵੀ ਜਾਂਦੇ ਆ। ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ 54 MLA ਲੈ ਕੇ ਜਾਂਦੇ ਆ, 54 MLA ਲੈ ਕੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਜਨ ਸੰਘ ਦੇ MLA ਵੀ ਸੀਗੇ, ਹੋਰ ਵੀ ਜਿਹੜੇ ਆਜ਼ਾਦ ਜਿੱਤੇ ਹੋਏ MLA ਸੀਗੇ ਉਹ ਨਾਲ ਸੀਗੇ। ਤੇ 26 ਮਾਰਚ 1970 ਨੂੰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਸਹੁੰ ਚੁੱਕਦੇ ਆ ਤੇ ਮੁੱਖ ਮੰਤਰੀ ਪੰਜਾਬ ਬਣਦੇ ਨੇ ਪ੍ਰਕਾਸ਼ ਸਿੰਘ ਬਾਦਲ ਜੀ। ਤੇ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਜਿਵੇਂ ਜਸਟਿਸ ਗੁਰਨਾਮ ਸਿੰਘ ਕਾਹਲੀ ਦੇ ਵਿੱਚ ਸੀ, ਜਸਟਿਸ ਗੁਰਨਾਮ ਸਿੰਘ ਵੀ ਸਹੁੰ ਚੁੱਕਣ ਨੂੰ ਕਾਹਲੇ ਸੀ, ਪਹਿਲਾਂ ਮੁੱਖ ਮੰਤਰੀ ਰਹਿ ਵੀ ਚੁੱਕੇ ਸੀ, ਤੇ ਫਿਰ ਉਹ ਵੀ ਐਲੀਗੇਸ਼ਨ ਲਾਉਂਦੇ ਆ ਪੰਜਾਬ ਦੇ ਰਾਜਪਾਲ ਦੇ ਉੱਤੇ, ਜਿਹੜੇ DC ਪਾਰਟਵੇ ਸੀਗੇ ਉਹਨਾਂ ਦੇ ਉੱਤੇ ਐਲੀਗੇਸ਼ਨ ਲਾਉਂਦੇ ਆ ਕਿ ਇਹਨਾਂ ਨੇ ਸਹੁੰ ਚੁਕਾਉਣ 'ਚ ਕਾਹਲੀ ਕੀਤੀ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਜੂਨ ਦੇ ਵਿੱਚ ਜਾ ਕੇ ਜਿਹੜਾ ਜਨ ਸੰਘ ਹੁੰਦਾ ਉਹ ਆਪਣੀ ਹਮਾਇਤ ਵਾਪਸ ਲੈ ਲੈਂਦਾ ਪ੍ਰਕਾਸ਼ ਸਿੰਘ ਬਾਦਲ ਤੋਂ। ਮਾਰਚ 'ਚ ਸਰਕਾਰ ਬਣਦੀ ਹੈ, ਤਕਰੀਬਨ 2-3 ਮਹੀਨਿਆਂ ਦੇ ਵਿੱਚ ਹੀ ਜੂਨ ਦੇ ਵਿੱਚ ਜਾ ਕੇ ਜਨ ਸਿੰਘ ਆਪਣੀ ਹਮਾਇਤ ਵਾਪਸ ਲੈਂਦਾ। ਉਦੋਂ ਇੱਕ ਸਿਚੁਏਸ਼ਨ ਬਹੁਤ ਕ੍ਰਿਟੀਕਲ ਬਣ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਲਈ, ਬਣੇ ਰਹਿਣਾ ਪ੍ਰਕਾਸ਼ ਸਿੰਘ ਬਾਦਲ ਦੇ ਲਈ ਮੁੱਖ ਮੰਤਰੀ ਬਣੇ ਰਹਿਣਾ ਬਹੁਤ ਔਖਾ ਹੋ ਜਾਂਦਾ। ਤੇ ਉਸ ਸਮੇਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਦੇ ਨਾਲ ਮੀਟਿੰਗ ਹੁੰਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਹੋਰ ਵੀ ਅਕਾਲੀ ਲੀਡਰ ਮਿਲਦੇ ਨੇ ਜਾ ਕੇ। ਉੱਥੇ ਹੀ ਇਹ ਆਇਆ ਸੀਗਾ ਦੇਖਣ ਨੂੰ, ਜਿਹੜੇ ਬਹੁਤ ਪੁਰਾਣੇ ਜਿਹੜੇ ਆਪਾਂ ਕਹਿ ਦਈਏ ਪੱਤਰਕਾਰ ਨੇ ਜਾਂ ਰਾਜਨੀਤਿਕ ਆਗੂ ਨੇ ਜਿਨ੍ਹਾਂ ਤੋਂ ਗੱਲਬਾਤ ਹੁੰਦੀ ਰਹੀ, ਹਾਲਾਂਕਿ ਉਹ ਪੀਰੀਅਡ ਦੇ ਹਜੇ ਆਗੂ ਨਹੀਂ ਰਹੇ, ਉਹ ਗੱਲਾਂ ਗਾਂਹ ਦੀ ਗਾਂਹ ਆਈਆਂ। ਉੱਥੇ ਹੀ ਕਹਿੰਦੇ ਬਹੁਤ ਲੋਕਾਂ ਨੇ ਦੇਖ ਲਿਆ ਸੀ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਨਾ ਉਹ ਲੰਬੀ ਰੇਸ ਦਾ ਘੋੜਾ ਗਾ ਰਾਜਨੀਤੀ ਦਾ, ਕਿਉਂਕਿ ਜਦੋਂ ਉਹ ਸਿਚੁਏਸ਼ਨ ਆਉਂਦੀ ਆ ਤੇ ਉਹ ਦਿੱਲੀ ਜਾਂਦੇ ਨੇ, ਫਿਰ ਉੱਥੇ ਉਹ ਮੀਟਿੰਗ ਹੁੰਦੀ ਆ ਹਨਾ, ਤਾਂ ਉੱਥੋਂ ਬਹੁਤ ਚੀਜ਼ਾਂ ਪਤਾ ਲੱਗ ਗਈਆਂ ਸੀ। ਕਿਉਂਕਿ ਜਿਹੜੀ ਉਹ ਸਰਕਾਰ ਸੀ ਨਾ ਰਤਨ, ਉਹਦੇ ਵਿੱਚ ਕੀ ਹੋਇਆ ਸੀ, ਕਿਉਂਕਿ ਅਲਾਈਅੰਸ ਸੀਗਾ ਜੇ ਕਹਿ ਲਈਏ ਜਨ ਸੰਘ ਦੇ ਨਾਲ, ਜਨ ਸੰਘ ਨੇ ਹਮਾਇਤ ਕੀਤੀ ਸੀ, ਹੋਰ ਵੀ ਕਈ ਫਰੰਟ ਸੀਗੇ, ਇਕੱਲਾ ਸ਼੍ਰੋਮਣੀ ਅਕਾਲੀ ਦਲ ਨਹੀਂ, ਸਰਕਾਰ ਨਰੋਲ ਨਹੀਂ ਬਣ ਸਕੀਗੀ, ਤੇ ਉਦੋਂ ਕਈ ਫਰੰਟ ਸੀਗੇ ਤੇ ਉਹਨਾਂ ਨੂੰ ਮਨਾ ਕੇ ਰੱਖਣਾ ਬਹੁਤ ਔਖਾ ਹੋ ਰਿਹਾ ਸੀਗਾ। ਸੰਤ ਫਤਿਹ ਸਿੰਘ ਕਦੇ ਕਿਸੇ ਨੂੰ ਕਹਿ ਦਿੰਦੇ ਸੀ ਭਾਈ ਇਹਨੂੰ ਬਣਾ ਦੇ ਮੰਤਰੀ, ਇਹਨੂੰ ਰਾਜ ਮੰਤਰੀ ਬਣਾ ਦੇ। ਕੈਬਨਿਟ ਦਾ 3 ਵਾਰ ਵਿਸਥਾਰ ਹੋਇਆ ਸੀ, ਉਦੋਂ 2 ਜਾਂ 3 ਵਾਰ ਵਿਸਥਾਰ ਹੋਇਆ ਸੀ। ਤੇ ਗੁਰਮੀਤ ਸਿੰਘ ਬਰਾੜ ਜਿਹੜੇ ਜਗਮੀਤ ਸਿੰਘ ਬਰਾੜ ਦੇ ਫਾਦਰ ਸਾਹਿਬ ਨੇ, ਉਹ ਵੀ ਉਦੋਂ ਮਲੋਟ ਤੋਂ ਚੋਣ ਜਿੱਤੇ ਸੀ, ਤੇ ਗਿੱਦੜਬਾਹੇ ਤੋਂ ਪ੍ਰਕਾਸ਼ ਸਿੰਘ ਬਾਦਲ ਜਿੱਤੇ ਸੀ 70 'ਚ। ਉਹ ਮਲੋਟ ਤੋਂ ਚੋਣ ਜਿੱਤ ਕੇ ਰਾਜ ਮੰਤਰੀ ਬਣੇ ਸੀ 70 ਵਾਲੀ ਸਰਕਾਰ ਦੇ ਵਿੱਚ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਰਾਜ ਮੰਤਰੀ ਬਣਾਇਆ ਸੀ ਉਹਨਾਂ ਨੂੰ। ਤੇ ਇੱਕ ਜਿਹੜੇ ਤੇਜਾ ਸਿੰਘ ਤੇ ਤਰਲੋਚਨ ਸਿੰਘ ਰਾਜ ਮੰਤਰੀ ਸੀਗੇ, ਉਹ ਬਹੁਤ ਨਾਰਾਜ਼ ਰਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੋਂ, ਉਹ ਵੀ ਬਹੁਤ ਵੱਡੀ ਵਜ੍ਹਾ ਬਣੇ ਸੀ ਸਰਕਾਰ ਡਿੱਗਣ ਦੀ। ਜੂਨ ਦੇ ਵਿੱਚ ਜਦੋਂ ਜਨ ਸੰਘ ਜਨ ਸੰਘ ਹਮਾਇਤ ਵਾਪਸ ਲੈਂਦਾ, ਜੁਲਾਈ ਦੇ ਵਿੱਚ ਮਤਾ ਪੇਸ਼ ਕੀਤਾ ਜਾਂਦਾ ਵਿਧਾਨ ਸਭਾ ਦੇ ਵਿੱਚ, ਬੇਵਿਸ਼ਵਾਸੀ ਮਤਾ ਜਨ ਸੰਘ ਦੇ ਵੱਲੋਂ। ਤੇ ਬੇਵਿਸ਼ਵਾਸੀ ਮਤਾ ਜਦੋਂ ਆਉਂਦਾ, ਪਹਿਲਾਂ ਮੀਟਿੰਗ ਹੋ ਚੁੱਕੀ ਸੀ ਇੰਦਰਾ ਗਾਂਧੀ ਹੋਰਾਂ ਦੇ ਨਾਲ, 26 MLAs ਦਾ ਖੜਾ ਹੋਣਾ ਜ਼ਰੂਰੀ ਸੀ ਸਰਕਾਰ ਡਿੱਗਣ ਦੇ ਲਈ। ਉਸ ਤੋਂ ਪਹਿਲਾਂ ਸਰਕਾਰ ਕਿੰਨੇ ਵਾਰੀ ਡਿੱਗੀ ਸੀ ਜੇ ਗੱਲ ਆਪਾਂ ਕਰੀਏ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵੀ ਐਂ ਡਿੱਗੀ ਸੀ, ਉਸ ਤੋਂ ਬਾਅਦ ਲਛਮਣ ਸਿੰਘ ਗਿੱਲ ਦੀ ਸਰਕਾਰ ਵੀ ਐਂ ਡਿੱਗੀ ਸੀ। ਤੇ ਉਸੇ ਤਰੀਕੇ ਦੇ ਨਾਲ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਡਿੱਗਣ ਦੀਆਂ ਤਿਆਰੀਆਂ ਸੀ, ਕਿਉਂਕਿ ਅਕਾਲੀ ਦਲ ਦੀ ਜਿਹੜੀ ਸਰਕਾਰ ਜਿੰਨੇ ਵਾਰ ਵੀ ਬਣੀ ਉਸ ਤੋਂ ਪਹਿਲਾਂ ਉਹ ਬਹੁਤਾ ਲੰਮਾ ਸਮਾਂ ਨਹੀਂ ਟਿਕ ਸਕੀਗੀ। ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਟਣ ਦੀਆਂ ਤਿਆਰੀਆਂ ਸੀ ਤਾਂ ਬੇਵਿਸ਼ਵਾਸੀ ਮਤਾ ਜਿਹੜਾ ਪੇਸ਼ ਤਾਂ ਹੋਇਆ, ਪਰ 26 MLA ਖੜੀ ਨਹੀਂ ਹੋਏਗੀ ਤੇ ਬਾਦਲ ਸਾਹਿਬ ਬਚ ਗਏ ਇੱਕ ਵਾਰ। ਤੇ ਉਸ ਤੋਂ ਅਗਲੇ ਸਾਲ ਜਿਹੜਾ ਆ ਬਾਦਲ ਸਾਹਿਬ ਦੀ ਸਰਕਾਰ ਡਿੱਗਦੀ ਹੈ, ਜਦੋਂ ਹਮਾਇਤ ਸਾਰੇ ਵਾਪਸ ਲੈ ਲੈਂਦੇ ਆ, ਤਾਂ ਜੂਨ ਦੇ ਵਿੱਚ ਅਗਲੇ ਸਾਲ 1971 ਜੂਨ ਦੇ ਵਿੱਚ ਜਾ ਕੇ ਪ੍ਰਕਾਸ਼ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਆ।
ਤੇ ਜੇ ਆਪਾਂ ਉਸ ਤੋਂ ਬਾਅਦ ਦੀ ਗੱਲ ਕਰੀਏ 75 ਦੇ ਵਿੱਚ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ, 72 ਦੇ ਵਿੱਚ 1972 ਦੀਆਂ ਜਿਹੜੀਆਂ ਚੋਣਾਂ ਹੁੰਦੀਆਂ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਬਣਦੇ ਆ ਤੇ LOP ਬਣਦੇ ਆ ਜਸਵਿੰਦਰ ਸਿੰਘ ਬਰਾੜ। ਜਸਵਿੰਦਰ ਸਿੰਘ ਬਰਾੜ ਵੀ ਕੁਝ ਸਮਾਂ LOP ਰਹਿੰਦੇ ਆ। ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ LOP ਬਣ ਜਾਂਦੇ ਆ। ਉਹਨਾਂ ਨੂੰ ਜਿਹੜਾ ਲੀਡਰ ਚੁਣ ਲਿਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਜਿਹੜੇ ਹੋਰ ਜਿਹੜੇ ਫਰੰਟ ਹੁੰਦੇ ਆ। ਬਾਅਦ ਦੇ ਵਿੱਚ 77 ਦੇ ਵਿੱਚ ਆ ਕੇ, ਕਿਉਂਕਿ 75 ਚ ਐਮਰਜੈਂਸੀ ਲੱਗ ਜਾਂਦੀ ਆ, ਉਸ ਕੁਝ ਸਮਾਂ ਜੇਲ੍ਹ ਰਹਿੰਦੀ ਆ। ਜੇਲ੍ਹ ਦੇ ਉੱਤੇ ਵੀ ਆਪਾਂ ਜੇਲ੍ਹ ਵਾਲੀ ਗੱਲ ਵਾਰੀ ਵੀ ਜੇਲ੍ਹ ਨੂੰ ਇਹ ਬਹੁਤ ਲੈ ਕੇ ਕਿਹਾ ਜਾਂਦਾ ਵੀ 17 ਸਾਲ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਕੱਟੀ ਆ। ਇਸ ਨੂੰ ਲੈ ਕੇ ਬਹੁਤ ਸਾਰੀਆਂ ਕਨਫਿਊਜ਼ਨ ਆ, ਪਰ ਆਪਾਂ ਜਿੰਨਾ ਕਿ ਆਪਾਂ ਦੇਖਿਆ ਗਿਆ ਵੀ ਇਹ ਸੱਚ ਨਹੀਂ ਸੀ, ਸੱਚ ਕੁਝ ਹੋਰ ਸੀ। ਉੱਤੇ ਗੱਲਬਾਤ ਕਰਾਂਗੇ। ਆਪਾਂ 77 ਵਾਲੇ ਤੇ ਪਹਿਲਾਂ 77 ਤੇ ਆਈਏ ਆਪਾਂ। 75 ਦੇ ਵਿੱਚ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ, ਉਸ ਤੋਂ ਬਾਅਦ ਕੁਝ ਸਮਾਂ ਜੇਲ੍ਹ ਰਹਿੰਦੇ ਆ ਪ੍ਰਕਾਸ਼ ਸਿੰਘ ਬਾਦਲ। 77 ਦੇ ਵਿੱਚ ਚੋਣ ਹੁੰਦੀ ਹੈ। 77 ਦੇ ਵਿੱਚ ਜਦੋਂ ਚੋਣ ਹੁੰਦੀ ਹੈ, ਮੁਰਾਰਜੀ ਦੇਸਾਈ ਦੀ ਸਰਕਾਰ ਬਣਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਖੇਤੀਬਾੜੀ ਮੰਤਰੀ ਭਾਰਤ ਚੁਣੇ ਜਾਂਦੇ ਆ। ਪਹਿਲੀ ਵਾਰੀ ਕੇਂਦਰੀ ਮੰਤਰੀ ਬਣਦੇ ਆ ਪ੍ਰਕਾਸ਼ ਸਿੰਘ ਬਾਦਲ। ਥੋੜੇ ਟਾਈਮ ਲਈ ਬਣਦੇ ਤੇ ਸਿਰਫ ਉਹ 1 ਮਹੀਨੇ ਦੇ ਲਈ ਬਣਦੇ ਆ। 1 ਮਹੀਨੇ ਬਾਅਦ ਸਰਜੀਤ ਸਿੰਘ ਬਰਨਾਲਾ ਨੂੰ ਮੰਤਰੀ ਚੁਣ ਲਿਆ ਜੀ। ਤੇ 77 ਦੇ ਵਿੱਚ ਹੀ ਫਿਰ ਇੱਥੇ ਆਉਂਦੇ ਨੇ, ਦੁਬਾਰਾ ਇੱਥੇ ਆਉਂਦੇ ਨੇ, ਫਿਰ ਆ ਕੇ ਫਿਰ ਪੰਜਾਬ 'ਚ ਜਦੋਂ ਚੋਣ ਹੁੰਦੀ ਹੈ ਤਾਂ ਫਿਰ ਮੁੱਖ ਮੰਤਰੀ ਬਣਦੇ ਆ। ਤੇ ਉਹ ਤਸਵੀਰ ਵੀ ਮੈਂ ਚਾਹੂੰਗਾ ਆਪਾਂ ਉਹ ਸਾਂਝੀ ਕਰਾਂਗੇ। 77 ਵਾਲੀ ਜਦੋਂ ਸਰਕਾਰ ਬਣਦੀ ਆ, ਸਾਰੀ ਜਿਹੜੀ ਕੈਬਨਿਟ ਹੈ ਤੇ ਨਾਲ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਥੀ ਸੀ, ਕਰੀਬੀ ਸਾਥੀ ਸੀਗੇ। ਤੇ ਸੁਖਬੀਰ ਸਿੰਘ ਬਾਦਲ ਉਦੋਂ ਛੋਟੇ ਜਿਹੇ ਆ। 77 ਦੇ ਵਿੱਚ ਹਜੂਰ ਸਾਹਿਬ ਜਾਂਦੇ ਨੇ ਪਹਿਲੀ ਵਾਰੀ ਮੱਥਾ ਟੇਕਣ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣਦੀ ਆ, ਉਹ ਤਖ਼ਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਮਹਾਰਾਸ਼ਟਰ ਮੱਥਾ ਟੇਕਣ ਜਾਂਦੀ ਆ। ਤੇ ਉਸ ਤੋਂ ਬਾਅਦ ਜੋ ਹੈ 78 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਦਾ ਜੀ। ਇੱਕ ਉਹ ਬਹੁਤ ਵੱਡਾ ਵਿਵਾਦ ਜੁੜਿਆ ਸੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ। ਤੇ ਕਿਉਂਕਿ ਉਹ ਪਿੱਛੋਂ ਆ ਕੇ ਵੀ ਵੱਡਾ ਬਣ ਗਿਆ ਨਾ, ਜਦੋਂ ਇਹ ਇੱਕ ਤਰ੍ਹਾਂ ਦਾ ਸਲੋਗਨ ਚੱਲ ਪਿਆ ਵੀ ਅਕਾਲੀਆਂ ਦੀ ਸਰਕਾਰ ਦੇ ਵਿੱਚ ਹੀ ਕਿਉਂ ਇਹ ਚੀਜ਼ ਹੁੰਦੀ ਆ। ਕਿਉਂਕਿ ਪਹਿਲਾਂ 78 ਦੇ ਵਿੱਚ ਤੇ ਬਾਅਦ ਦੇ ਵਿੱਚ 2007 ਵਾਲੀ ਸਰਕਾਰ ਦੇ ਵਿੱਚ ਜਦੋਂ ਆ ਸਲਾਬਤਪੁਰੇ ਹੁੰਦਾ। ਸਲਾਬਤਪੁਰੇ ਫਿਰ 2015 ਦੇ ਵਿੱਚ ਜਦੋਂ ਬਾਬਲ ਕਲਾਂ। ਤੇ ਜਦੋਂ 2078 ਦੇ ਵਿੱਚ ਇਹ ਘਟਨਾ ਵਾਪਰਦੀ ਹੈ, ਨਿਰੰਕਾਰੀ ਕਾਂਡ ਵਾਪਰਦਾ, 13 ਸਿੰਘ ਸ਼ਹੀਦ ਹੁੰਦੇ ਆ। ਵਿਸਾਖੀ ਦਾ ਦਿਨ ਹੁੰਦਾ, ਵਿਸਾਖੀ ਦਾ ਦਿਹਾੜਾ ਮਨਾ ਰਹੀਆਂ ਹੁੰਦੀਆਂ ਸੰਗਤਾਂ। ਦੂਜੇ ਪਾਸੇ ਇਹ ਘਟਨਾ ਦਾ ਵਾਪਰਨਾ ਬਹੁਤ ਮੰਦਭਾਗਾ ਹੁੰਦਾ। ਬਾਅਦ ਦੇ ਵਿੱਚ ਜਿਹੜੇ ਕੇਸ ਟ੍ਰਾਇਲ ਚੱਲਦੇ ਆ, ਕਰਨਾਲ ਕੇਸ ਸ਼ਿਫਟ ਹੁੰਦਾ ਤੇ ਜੀਵਨ ਸਿੰਘ ਉਮਰਾ ਨੰਗਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸੀਗੇ, ਉਹ ਬਾਅਦ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਗਵਾਹੀਆਂ ਦਿੰਦੇ ਆ। ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ, ਉਹਨਾਂ ਤੋਂ ਵੀ ਸਿੱਖ ਸੰਗਤਾਂ ਨਾ ਖੁਸ਼ ਸੀ, ਕਿਉਂਕਿ ਖੇਤਰੀ ਪਾਰਟੀ ਹੋਵੇ ਤੇ ਇੱਕ ਜੋ ਵਿਅਕਤੀ ਜੋ ਨਿਰੰਕਾਰੀ ਮੁਖੀ ਸੀ ਉਸ ਵੇਲੇ ਦਾ, ਜਿਸ ਦੇ ਵੱਲੋਂ ਜੋ ਸੰਗਤਾਂ ਨੇ ਕਿਹਾ ਕਿ ਬੇਅਦਬੀ ਕੀਤੀ ਗਈ ਸੀ ਤੇ ਬੇਅਦਬੀ ਰੋਕਣ ਦੇ ਲਈ ਸੰਗਤਾਂ ਜਾਂਦੀਆਂ ਨੇ। ਜੋ 7 ਸਿਤਾਰੇ ਵਾਲਾ ਜਿਹੜਾ ਕੰਸੈਪਟ ਸੀ ਉਸ ਵੇਲੇ, ਹੈ ਨਾ, ਜੋ ਬਾਅਦ ਦੇ ਵਿੱਚ ਸਲਾਬਤਪੁਰੇ ਵੀ ਉਸੇ ਤਰ੍ਹਾਂ ਵਾਪਰਿਆ। ਤੇ ਉਸ ਨੂੰ ਰੋਕਣ ਦੇ ਲਈ ਜਦੋਂ ਸੰਗਤਾਂ ਜਾ ਰਹੀਆਂ ਸੀਗੀਆਂ, ਅਖੰਡ ਕੀਰਤਨੀ ਜਥੇ ਦੇ ਸਿੰਘ ਸੀਗੇ। ਤਾਂ ਅਖੰਡ ਕੀਰਤਨੀ ਜਥੇ ਦੇ ਜਿਹੜੇ ਸਿੰਘ ਸੀ, ਫੌਜਾ ਸਿੰਘ, ਉਹਨਾਂ ਦੀ ਅਗਵਾਈ ਕਰ ਰਹੇ ਸੀ। ਬਿਲਕੁਲ। ਤੇ ਉਹ ਜਦੋਂ ਸੰਗਤਾਂ ਜਾ ਰਹੀਆਂ ਸੀ ਤਾਂ ਜੋ ਸਭ ਕੁਝ ਵਾਪਰਦਾ, ਉਸ ਤੋਂ ਬਾਅਦ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਬਹੁਤ ਵੱਡੇ ਸਵਾਲ ਹੁੰਦੇ ਆ ਕਿ ਬੇਅਦਬੀ ਹੋ ਗਈ, 13 ਸਿੰਘ ਸ਼ਹੀਦ ਹੋ ਗਏ, ਤੇ ਇੱਕ ਵਿਅਕਤੀ ਪੰਜਾਬ ਚੋਂ ਨਿਕਲ ਕਿਵੇਂ ਗਿਆ, ਇੱਕ ਬਾਬਾ ਜਿਹੜਾ ਪੰਜਾਬ ਚੋਂ ਨਿਕਲ ਕਿਵੇਂ ਗਿਆ। ਉਸ ਤੋਂ ਬਾਅਦ ਫਿਰ 2007 ਦੇ ਵਿੱਚ ਵੀ ਡੇਰਾ ਸਿਰਸਾ ਮੁਖੀ ਪੰਜਾਬ ਚੋਂ ਨਿਕਲ ਕਿਵੇਂ ਗਿਆ। ਇਹ ਦੋ ਘਟਨਾਵਾਂ ਜਿਹੜੀਆਂ ਇਹ ਇਤਿਹਾਸ ਦੇ ਵਿੱਚ ਵੀ ਇੱਕ ਘਟਨਾ ਵਾਪਰਦੀ ਹੈ, ਨਿਰੰਕਾਰੀ ਸਾਧ ਤੇ ਉਸ ਤੋਂ ਬਾਅਦ ਡੇਰਾ ਮੁਖੀ। ਇਹ ਦੋਵੇਂ ਕਿਵੇਂ ਨਿਕਲ ਗਏ ਪੰਜਾਬ ਚੋਂ, ਤੇ ਦੋਵੇਂ ਅਕਾਲੀ ਦਲ ਦੀ ਸਰਕਾਰ 'ਚ। ਇਹ ਬਹੁਤ ਵੱਡੇ ਸਵਾਲ ਕੁਐਸਚਨ ਮਾਰਕ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਖੜੇ ਹੋਏ, ਉਹਨਾਂ ਦੇ ਰਾਜਨੀਤਿਕ ਕੈਰੀਅਰ ਦੇ ਉੱਤੇ, ਜਾਂ ਆਪਾਂ ਕਹਿ ਦਈਏ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਕੈਰੀਅਰ ਦੇ ਉੱਤੇ ਗੱਲਾਂ ਖੜੀਆਂ ਰਹਿਣਾ ਗਈਆਂ। ਹੁਣ ਵੀ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਗੱਲਾਂ ਆਉਂਦੀਆਂ ਗਈਆਂ ਸਾਹਮਣੇ, ਉਸ ਨੂੰ ਲੈ ਕੇ ਹੀ ਜਿਹੜੇ ਕਾਫੀ ਜਿਹੜੇ ਸਿੰਘਾਂ ਦੇ ਪਰਿਵਾਰ ਆ, ਉਹ ਨਾਰਾਜ਼ ਵੀ, ਬਿਲਕੁਲ ਅੱਜ ਤੱਕ ਨਾਰਾਜ਼ ਨੇ ਵੀ, ਕਿਉਂਕਿ ਉਹ ਗੱਲਾਂ ਉਸ ਹਿਸਾਬ ਦੇ ਨਾਲ ਕਲੀਅਰ ਨਹੀਂ ਹੋ ਸਕੀਆਂ। ਖਾਸ ਹਾਲਾਂਕਿ ਰਤਨ, ਉਸ ਜਿਹੜੀ ਸਿਚੁਏਸ਼ਨ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਸੰਤ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ, ਚਾਹੇ ਉਹ ਲੌਂਗੋਵਾਲ ਹੋਣ ਜਾਂ ਆਪਾਂ ਕਹਿ ਲਈਏ ਹੋਰ ਗਰੁੱਪ ਹੋਣ, ਜਥੇਦਾਰ ਟੌੜਾ ਹੋਣ, ਸਾਰੇ ਨਾਰਾਜ਼ ਵੀ ਸੀਗੇ ਕਿਤੇ ਨਾ ਕਿਤੇ ਜਿਹੜੀ ਘਟਨਾ ਉਹ ਵਾਪਰੀ ਸੀ। ਕਿਉਂਕਿ ਅਕਾਲੀ ਦਲ ਦੀ ਸਰਕਾਰ ਦੇ ਲਈ ਬਹੁਤ ਔਖਾ ਹੋ ਗਿਆ ਸੀ ਸਥਿਤੀ ਨੂੰ ਕੰਟਰੋਲ ਕਰਨਾ। ਦੂਜੇ ਪਾਸੇ ਟਕਸਾਲ ਦੇ ਮੁਖੀ ਸੀਗੇ ਬਾਬਾ ਜਰਨੈਲ ਸਿੰਘ। ਜਦੋਂ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ ਨਾ, ਮੇਰੀ ਪਿਛਲੇ ਦਿਨੀ ਆਪਾਂ ਇੰਟਰਵਿਊ ਕਰਿਆ ਹੈਗਾ ਸੀਨੀਅਰ ਪੱਤਰਕਾਰ ਨੇ ਜਸਪਾਲ ਸਿੰਘ ਸਿੱਧੂ ਜੀ, ਉਹਨਾਂ ਨੇ ਬਹੁਤ ਲੰਮਾ ਟਾਈਮ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌੜਾ ਨੂੰ ਕਵਰ ਕੀਤਾ ਗਾ, ਖਾਸ ਕਰਕੇ ਅਕਾਲੀ ਰਾਜਨੀਤੀ ਨੂੰ, ਪੰਥਕ ਰਾਜਨੀਤੀ ਨੂੰ। ਉਹਨਾਂ ਨੇ ਮੈਨੂੰ ਦੱਸਿਆ ਵੀ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਵਾ ਸੀਗਾ, ਤਾਂ ਜਿਹੜਾ ਸਵਾਲ ਚੱਕਣਾ ਸੀਗਾ, ਜਾਂ ਜਿਹੜੀ ਗੱਲ ਮਤਲਬ ਜਿਹੜੀ ਗੱਲ ਤੇ ਨਾ ਕਹਿਣੀ ਸੀਗੀ, ਜਾਂ ਕੁਛ ਵੀ ਗੱਲਾਂ ਮਤਲਬ ਆਪਾਂ ਕਹਿ ਨਹੀਂ ਸੱਚੀਆਂ ਗੱਲਾਂ, ਕੁਛ ਮੀਟਿੰਗ ਦੇ ਵਿੱਚ ਕਈ ਲੀਡਰ ਹੀ ਹੁੰਦੇ ਆ ਜਿਹੜੀਆਂ ਸੱਚੀਆਂ ਗੱਲਾਂ ਕਰ ਸਕਦੇ ਆ, ਬਾਕੀ ਸਾਰੇ ਸਿਰ ਹਿਲਾਉਣ ਵਾਲੇ ਹੁੰਦੇ ਆ, ਤਾਂ ਗੁਰਚਰਨ ਸਿੰਘ ਟੌੜਾ ਗੱਲ ਕਰ ਦਿੰਦੇ ਸੀ ਕਹਿੰਦੇ, ਪਰ ਪ੍ਰਕਾਸ਼ ਸਿੰਘ ਬਾਦਲ ਉਵੇਂ ਨਹੀਂ ਬੋਲਦੇ ਸੀ। ਤਾਂ
ਟੌੜਾ ਸਾਹਿਬ ਅਕਸਰ ਕਹਿੰਦੇ ਇੱਕ ਗੱਲ ਕਿਹਾ ਕਰਦੇ ਸੀ ਵੀ ਬਾਦਲ ਕੋਲੇ ਪੈਸਾ ਬਹੁਤ ਜ਼ਿਆਦਾ ਤਾਂ ਇਹ ਸਰਕਾਰ ਬਣਾ ਜਾਂਦਾ ਜਾਂ ਇਹਦੇ ਨਾਲ MLA ਜ਼ਿਆਦਾ ਚਲੇ ਜਾਂਦੇ ਨੇ, ਤਾਂ ਉਵੇਂ ਸਾਡੇ ਹੱਥ ਨਹੀਂ ਆਪਾਂ ਉਸ ਗੱਲ ਤੇ ਵੀ ਆਉਂਦੇ ਆ ਰਤਨ, ਜਿਵੇਂ ਤੁਸੀਂ ਕਹਿੰਦੇ MLA ਚਲੇ ਜਾਂਦੇ ਆ ਨਾਲ, ਜਿਵੇਂ ਟੌੜਾ ਸਾਹਿਬ ਇਹ ਗੱਲ ਆਖਦੇ ਹੁੰਦੇ ਸੀਗੇ। ਜੀ ਜੀ 1977 ਵਾਲੀ ਜਿਹੜੀ ਸਰਕਾਰ ਬਣ ਜਾਂਦੀ ਆ, 78 ਦੇ ਵਿੱਚ ਨਿਰੰਕਾਰੀ ਕਾਂਡ ਵਾਪਰ ਜਾਂਦਾ। 80 ਤੱਕ ਸਰਕਾਰ ਜਿਹੜੀ ਆ ਉਹ ਚੱਲਦੀ ਆ। 80 ਦੇ ਵਿੱਚ ਜਦੋਂ ਇੰਦਰਾ ਗਾਂਧੀ ਸੈਂਟਰ 'ਚ ਆ ਜਾਂਦੇ ਆ ਜੀ, ਤੇ ਉਸ ਤੋਂ ਬਾਅਦ ਕੀ ਵਾਪਰਦਾ, ਕਾਂਗਰਸ ਸੈਂਟਰ 'ਚ ਆਉਂਦੀ ਆ, ਇੰਦਰਾ ਗਾਂਧੀ ਆਉਂਦੇ ਆ, 9 ਸੂਬਿਆਂ ਦੀ ਸਰਕਾਰ ਸਿੱਟੀ ਜਾਂਦੀ ਆ। 9 ਸੂਬਿਆਂ ਦੀਆਂ ਵਿਧਾਨ ਸਭਾਵਾਂ ਜਿਹੜੀਆਂ ਨੇ ਉਹ ਭੰਗ ਕੀਤੀਆਂ ਜਾਂਦੀਆਂ, ਜਿਨ੍ਹਾਂ 'ਚੋਂ ਪੰਜਾਬ ਵੀ ਇੱਕ ਸੀ, ਤੇ ਪੰਜਾਬ ਸਰਕਾਰ ਡਿੱਗ ਜਾਂਦੀ। ਬਾਅਦ ਦੇ ਵਿੱਚ ਜੇ ਆਪਾਂ ਦੇਸ਼ ਦੀ ਸਿਆਸਤ ਤੇ ਬਾਅਦ 'ਚ ਆਉਂਦੇ ਹਾਂ, ਆਪਾਂ ਮਿਸ਼ਨ ਬਲੂ ਸਟਾਰ ਵਾਪਰਿਆ ਜਾਂ ਜੋ ਵੀ ਸੀ, ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ 1980 ਦੀ, ਆਪਾਂ ਜੇ ਗੱਲ ਕਰੀਏ 1980 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੁੰਦੀ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਦੋਂ ਚੋਣ ਹੁੰਦੀ ਹੈ, ਇੱਕ ਪਾਸੇ ਹੁੰਦੇ ਆ ਜਗਦੇਵ ਸਿੰਘ ਤਲਵੰਡੀ ਤੇ ਦੂਜੇ ਪਾਸੇ ਹੁੰਦੇ ਆ ਸੰਤ ਹਰਚੰਦ ਸਿੰਘ ਲੌਂਗੋਵਾਲ। ਇਹ ਦੋ ਅੱਡ ਅੱਡ ਧੜੇ ਬਣ ਜਾਂਦੇ ਆ। ਪ੍ਰਕਾਸ਼ ਸਿੰਘ ਬਾਦਲ ਚਲੇ ਜਾਂਦੇ ਆ ਸੰਤ ਗਰੁੱਪ ਦੇ ਨਾਲ, ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜਥੇਦਾਰ ਤਲਵੰਡੀ ਹੋਰਾਂ ਦੇ ਨਾਲ ਘੱਟ ਲੋਕ ਜਾਂਦੇ ਆ। ਘੱਟ ਲੋਕ ਇਸ ਕਰਕੇ ਜਾਂਦੇ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਹੁੰਦੇ ਆ। ਜਿਵੇਂ ਟੌੜਾ ਸਾਹਿਬ ਨੇ ਕਿਹਾ ਕਿ ਇਹ ਸਰਕਾਰ ਬਣਾ ਜਾਂਦੇ ਆ, ਪੈਸੇ ਵਾਲੇ ਬੰਦੇ ਆ, ਤਾਂ ਇਹਨਾਂ ਦੇ ਨਾਲ ਜ਼ਿਆਦਾ ਜਿਹੜੇ ਵਰਕਰ ਨੇ ਜਿਹੜੇ ਜੁੜੇ ਹੁੰਦੇ ਆ, ਜਾਂ ਜਿਹੜੇ ਅਕਾਲੀ ਲੀਡਰਸ਼ਿਪ ਦੇ ਜਿਹੜੇ ਹੋਰ ਨਾਮ ਸੀਗੇ, ਉਹ ਸਾਰੇ ਬਾਦਲ ਗਰੁੱਪ ਨਾਲ ਚਲੇ ਜਾਂਦੇ ਆ। ਤੇ ਜਿਹੜਾ ਸੰਤ ਹਰਚੰਦ ਸਿੰਘ ਲੌਂਗੋਵਾਲ ਗਰੁੱਪ ਸੀ ਉਹ ਸਟਰੋਂਗ ਹੋ ਜਾਂਦਾ, ਮਜ਼ਬੂਤ ਹੋ ਜਾਂਦਾ। ਉਦੋਂ ਇਹ ਵੀ ਗੱਲ ਚਰਚਾ ਬਹੁਤ ਚੱਲੀ ਆ, ਅੱਜ ਵੀ ਹੁਣ ਜੇ ਪੁਰਾਣੇ ਬੰਦੇ ਗੱਲਾਂ ਕਰਦੇ ਆ, ਕਹਿੰਦੇ ਵੀ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਜਿਹੜਾ ਟਸਲ ਵਾਲਾ, ਹਾਲਾਂਕਿ ਉਹ ਪਹਿਲਾਂ ਤੋਂ ਹੀ ਸੀਗਾ, ਜੇ ਆਪਾਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦੀ ਗੱਲ ਲਈਏ, ਪਰ 80 ਦੇ ਵਿੱਚ ਕਹਿੰਦੇ ਜਾ ਕੇ ਨਾ ਗੱਲਾਂ ਬਦਲ ਗਈਆਂ ਸੀ। 80 ਦੇ ਵਿੱਚ ਜਾ ਕੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਉਹ ਇੱਕ ਧੌਣ 'ਚ ਕਿੱਲੇ ਵਾਲੀ ਗੱਲ ਆ ਗਿਆ, ਵੀ ਜਾਂ ਕਹਿ ਦਈਏ ਵੀ ਸਾਡੀ ਤਾਂ ਸਵਾਲ ਆ, ਇਹ ਮੁੱਛ ਦਾ ਸਵਾਲ ਆ, ਤਾਂ ਉਹ ਗੱਲਾਂ ਤੱਕ ਉਵੇਂ ਗੱਲਾਂ ਚਲੀਆਂ ਗਈਆਂ। ਅਕਾਲੀ ਦਲ ਦੀਆਂ ਕਾਫੀ ਚੀਜ਼ਾਂ ਆਪਾਂ ਕਹਿ ਦਈਏ ਨਾ, ਉਦੋਂ ਕਹਿੰਦੇ ਕੁਛ ਚੀਜ਼ਾਂ ਕਹਿੰਦੇ ਲੀਹ ਤੋਂ ਵੀ ਲੈ ਗਈਆਂ, ਆਊਟ ਆਫ ਟਰੈਕ ਹੋ ਗਈਆਂ ਸੀ। ਜਿਹੜੀ ਚੀਜ਼ ਨੂੰ ਲੈ ਕੇ ਅਕਾਲੀ ਦਲ ਬਣਿਆ ਸੀਗਾ, ਉਦੋਂ ਫਿਰ ਸੱਤਾ ਦੇ ਲਈ ਵੱਧ ਕੇਂਦਰਿਤ ਹੋਣਾ, ਨਿੱਜ ਦੇ ਲਈ ਵੱਧ ਕੇਂਦਰਿਤ ਹੋਣਾ, ਇਹ ਚੀਜ਼ਾਂ ਕਹਿੰਦੇ ਉਦੋਂ ਹੋਣੀਆਂ ਵਾਪਰਨੀਆਂ ਸ਼ੁਰੂ ਹੋ ਗਈਆਂ ਸੀ। ਤੇ ਇਹਨਾਂ ਗੱਲਾਂ ਦਾ ਹੀ ਕਹਿੰਦੇ ਫਾਇਦਾ ਚੱਕਿਆ ਗਿਆ ਸੀਗਾ 83-84 ਦੇ ਵਿੱਚ। ਫਿਰ ਆ ਕੇ ਜਦੋਂ ਫਿਰ ਅੱਗੇ ਪਤਾ ਹੀ ਆ ਬਰਨਾਲਾ ਸਰਕਾਰ ਬਣਦੀ ਆ ਬਾਅਦ ਦੇ ਵਿੱਚ, ਤੇ ਬਰਨਾਲਾ ਸਰਕਾਰ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਹਨਾ ਪ੍ਰਕਾਸ਼ ਸਿੰਘ ਬਾਦਲ ਜੋੜ ਤੋੜ ਲਾਉਂਦੇ ਆ ਆਪਦੇ, ਕਿਉਂਕਿ ਜਿਹੜਾ ਬੰਦਾ ਜਿਵੇਂ ਗੁਰਨਾਮ ਸਿੰਘ ਹੁਰੀ ਜੋੜ ਤੋੜ ਲਾ ਰਹੇ ਸੀ, ਜਸਟਿਸ ਗੁਰਨਾਮ ਸਿੰਘ, ਜਦੋਂ ਬਾਦਲ ਸਾਹਿਬ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਆ, ਤਾਂ ਜਸਟਿਸ ਗੁਰਨਾਮ ਸਿੰਘ ਵੀ ਜੋੜ ਤੋੜ ਲਾ ਰਹੇ ਸੀ ਕਿ ਮੈਂ ਮੁੱਖ ਮੰਤਰੀ ਬਣਾ, ਕਿਉਂਕਿ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਸੀ। ਪ੍ਰਕਾਸ਼ ਸਿੰਘ ਬਾਦਲ ਵੀ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਸੀ। ਉਹਨਾਂ ਨੂੰ ਵੀ ਆਏ ਸੀ ਕਿ ਸਰਜੀਤ ਸਿੰਘ ਬਰਨਾਲਾ ਕਿਉਂ, ਤਾਂ ਜੋੜ ਤੋੜ ਲੱਗਦੇ ਆ। ਜਸਵਿੰਦਰ ਸਿੰਘ ਬਰਾੜ ਜਾਂਦੇ ਆ ਬਰਨਾਲਾ ਗਰੁੱਪ ਦੇ ਨਾਲ, ਮੰਤਰੀ ਵੀ ਬਣਦੇ ਨੇ ਉਹ, ਤੇ ਪ੍ਰਕਾਸ਼ ਸਿੰਘ ਬਾਦਲ ਢੀਂਡ ਸਿਆਂ ਨੂੰ ਨਾਲ ਲੈ ਕੇ ਹਨਾ ਕਿਵੇਂ ਉਹ ਬਗਾਵਤ ਹੁੰਦੀ। ਅੱਜ ਵੀ ਉਹ ਬਗਾਵਤ ਅਕਾਲੀ ਦਲ ਦੇ ਵਿੱਚ ਸ਼ੁਰੂ ਹੋਈ ਸੀ। ਹਾਲਾਂਕਿ ਅੱਜ ਉਹ ਜਿਹੜੀ ਬਗਾਵਤ, ਚਾਹੇ ਉਹ ਬੀਬੀ ਜਗੀਰ ਕੌਰ ਨੇ ਕੀਤੀ, ਜਾਂ ਉਹ ਜਗਮੀਤ ਸਿੰਘ ਬਰਾੜ ਨੇ ਕੀਤੀ, ਜਾਂ ਜਿਹੜੇ ਹੋਰ ਨਾਮ ਸੀਗੇ ਸਾਰੇ, ਚਾਹੇ ਇਆਲੀ ਹੋਰਾਂ ਦੀ ਵੀ ਮਾੜੀ ਮੋਟੀ ਜਿਹੜੀ ਚੱਲਦੀ ਰਹੀ ਆ, ਬਾਕੀਆਂ ਦੀ ਹਨਾ, ਤਾਂ ਅੱਜ ਜਿਸ ਤਰੀਕੇ ਦੇ ਨਾਲ ਸਭ ਨੇ ਬਗਾਵਤ ਕੀਤੀ, ਤਾਂ ਸੁਖਬੀਰ ਸਿੰਘ ਬਾਦਲ ਸਾਰਿਆਂ ਨੂੰ ਫਰਮਾਨ ਦੇ ਕੇ ਬਾਹਰ ਕੱਢ ਦਿੰਦੇ ਆ। ਤਾਂ ਉਹਨਾਂ ਵੇਲਿਆਂ 'ਚ ਵੀ ਇਹ ਜਿਹੜੀ ਬਗਾਵਤ ਆ ਇਹ ਹੁੰਦੀ ਰਹੀ ਆ, ਵੱਖ-ਵੱਖ ਸਮਿਆਂ ਤੇ ਬਗਾਵਤ ਹੁੰਦੀ ਰਹੀ ਆ। ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਸਰਜੀਤ ਸਿੰਘ ਬਰਨਾਲਾ ਦੇ ਖਿਲਾਫ ਬਗਾਵਤ ਕੀਤੀ ਸੀ, ਤੇ ਬਾਅਦ ਦੇ ਵਿੱਚ 92 ਵਾਲੀ ਇਲੈਕਸ਼ਨ ਜਿਹੜੀ ਆ ਉਹ ਅਕਾਲੀ ਦਲ ਨਹੀਂ ਲੜਦਾਗਾ, ਬਾਈਕਾਟ ਕਰਦਾ ਹੈਗਾ ਅਕਾਲੀ ਦਲ, ਤੇ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਬਣਦੀ ਆ। ਫਿਰ ਬਰਾੜ ਆ ਜਾਂਦੇ ਨੇ, ਹਰਚੰਦ ਸਿੰਘ ਬਰਾੜ ਆਉਂਦੇ ਆ, ਫਿਰ ਬੀਬੀ ਭੱਠਲ ਆਉਂਦੇ ਨੇ। 97 ਦੇ ਵਿੱਚ ਚੋਣ ਲੜਦੇ ਨੇ ਪ੍ਰਕਾਸ਼ ਸਿੰਘ ਬਾਦਲ। ਇੱਕ ਹੋਰ ਵੀ ਗੱਲ ਆ, ਜਿਵੇਂ ਹੁਣ ਇੱਕ ਗੱਲ ਬਹੁਤ ਲੋਕਾਂ ਨੂੰ ਨਾ ਉਹ ਗੱਲ ਹੋਈ ਵੀ PM ਦਾ ਆਉਣਾ, ਜਾਂ ਇਹ ਚੀਜ਼, ਜਾਂ BJP ਦੇ ਬਹੁਤ ਗਿਣਤੀ ਲੀਡਰਾਂ ਦਾ ਆਉਣਾ। ਇੱਕ ਨਾ ਕਿਸੇ ਪੱਤਰਕਾਰ ਨੇ ਸਵਾਲ ਵੀ ਪੁੱਛ ਲਿਆ ਸੀ ਵੀ ਇਹ ਕਿੱਧਰ ਇਸ਼ਾਰਾ ਕਰਦਾ ਹੁਣੀ। ਹਾਲਾਂਕਿ ਇਹ ਉਵੇਂ ਨਹੀਂ ਇਸ਼ਾਰਾ ਕਰ ਰਹੀਆਂ ਗੱਲਾਂ NDA ਦੇ ਨਾਲ ਜਾਂ ਜਨਸੰਘ ਦੇ ਨਾਲ, ਜਾਂ ਆਪਾਂ ਕਹਿ ਦਈਏ ਵੀ BJP ਦੇ ਨਾਲ ਉਹਨਾਂ ਦਾ ਸੰਬੰਧ ਬਹੁਤ ਪੁਰਾਣਾ ਰਿਹਾ ਹੈਗਾ। ਜਿਵੇਂ 1996 ਦੇ ਵਿੱਚ ਜਿਹੜਾ ਇਲੈਕਸ਼ਨ BSP ਦੇ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਲੜਦਾ ਹੈਗਾ, ਜਿਹਦੇ ਵਿੱਚ 13 ਸੀਟਾਂ ਦੇ ਵਿੱਚੋਂ 2 ਸੀਟਾਂ ਹੀ ਕਾਂਗਰਸ ਨੂੰ ਆਉਂਦੀਆਂ, 8 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਉਂਦੀਆਂ ਗਈਆਂ, ਤੇ ਜਿਹੜੀਆਂ 3 ਸੀਟਾਂ ਸੀਗੀਆਂ ਉਹ ਲੈ ਕੇ ਜਾਂਦਾ BSP। ਤੇ ਉਦੋਂ ਬਸਪਾ ਦਾ ਜਿਹੜਾ ਆਪਾਂ ਕਹਿ ਦਈਏ ਵੀ ਵੱਡਾ ਚਿਹਰਾ ਸੀ ਉਹ ਕਾਂਸ਼ੀ ਰਾਮ ਜੀ ਸੀ, ਹੁਸ਼ਿਆਰਪੁਰ ਤੋਂ ਚੋਣ ਲੜਦੇ ਨੇ, ਤੇ ਉਹਨਾਂ ਤੋਂ ਬਿਨਾਂ ਸਹਿਮਤੀ, ਉਹਨਾਂ ਨੂੰ ਭਰੋਸੇ 'ਚ ਲਏ ਤੋਂ ਬਿਨਾਂ ਇਹਨਾਂ ਨੇ ਜਾ ਕੇ ਮਤਲਬ BJP ਨੂੰ ਜਿਹੜਾ ਆਪਣਾ ਸਮਰਥਨ ਦੇ ਦਿੱਤਾ ਸੀਗਾ ਉਦੋਂ। ਹਾਲਾਂਕਿ ਉਦੋਂ ਉਹ ਆਪਾਂ ਕਹਿ ਦਈਏ ਵੀ ਵਾਜਪਾਈ ਸਰਕਾਰ
ਉਨਾ ਟਾਈਮ ਨਹੀਂ ਟਿਕਦੀ। ਫਿਰ ਉਸ ਤੋਂ ਬਾਅਦ ਉਹ ਕੁਝ ਦਿਨਾਂ ਲਈ ਸਰਕਾਰ ਬਣੀ, ਫਿਰ ਦੁਬਾਰਾ 97 ਦੇ ਵਿੱਚ ਫਿਰ ਉਹ 13 ਮਹੀਨਿਆਂ ਲਈ ਸਰਕਾਰ ਬਣੀ, ਫਿਰ ਟੁੱਟਦੀ ਆ। ਫਿਰ ਹਾਲਾਂਕਿ ਉਦੋਂ ਬਾਅਦ ਜਾ ਕੇ ਅਟਲ ਬਿਹਾਰੀ ਵਾਜਪਾਈ ਆਪਦੀ 5 ਸਾਲ ਦੀ ਜਿਹੜੀ ਟਰਨ ਪੂਰੀ ਕਰਦੇ। ਜਦੋਂ NDA ਆਉਂਦਾ ਗਾ ਤਾਂ NDA ਦਾ ਜਿਹੜਾ ਉਹ ਕਹਿੰਦੇ 9 ਮਾਰਚ ਦਾ ਰਿਸ਼ਤਾ, ਤਾਂ ਉਹ ਬਾਦਲ ਸਾਹਿਬ ਦਾ ਇੱਕ ਬਹੁਤ ਪੁਰਾਣਾ ਲਿੰਕ ਸੀਗਾ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਜੇ ਮੈਂ ਗੱਲ ਕਰਾਂ ਨਾ, ਜਦੋਂ ਪਹਿਲੀ ਵਾਰੀ ਵੀ ਮੁੱਖ ਮੰਤਰੀ ਬਣਦੇ ਨਾ ਪ੍ਰਕਾਸ਼ ਸਿੰਘ ਬਾਦਲ 70 ਦੇ ਵਿੱਚ ਹੀ ਜੀ ਉਹਨਾਂ ਨੇ ਇਹ ਗੱਲ ਆਖਤੀ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਅਸੀਂ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹ ਕਾਇਮ ਰੱਖਾਂਗੇ। ਇਹ ਗੱਲ 70 ਤੋਂ ਹੀ ਆਖਤੀ ਸੀ ਤੇ ਇਹ ਗੱਲ ਬਕਾਇਦਾ ਤੌਰ ਤੇ ਆਖੀ ਜਾਂਦੀ ਰਹੀ ਹੈ ਕਿ ਜਿਹੜਾ ਅਕਾਲੀ ਦਲ ਦਾ ਦੂਸਰਾ ਗਰੁੱਪ ਆਪਾਂ ਮੰਨ ਲਈਏ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਜਿਹੜਾ ਉਹ ਗਰੁੱਪ ਸੀ ਜਾਂ ਜਿਹੜੇ ਉਹਨਾਂ ਦੇ ਨਾਲ ਅਕਾਲੀ ਲੀਡਰ ਜਿਹੜੇ ਉੱਥੇ ਜਾਇਆ ਕਰਦੇ ਸੀ, ਜਿਹੜੇ ਮਹਿਤੇ ਚੌਂਕ ਜਾਇਆ ਕਰਦੇ ਸੀ ਜਾਂ ਜਿਹੜੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਤਾਂ ਕੋਲ ਜਾਇਆ ਕਰਦੇ ਸੀ, ਉਹ ਇੱਕ ਗਰਮ ਗਰੁੱਪ ਸੀਗਾ, ਉਹ ਹਾਰਡਕੋਰ ਅਕਾਲੀ ਗਰੁੱਪ ਸੀ। ਪਰ ਜਿਵੇਂ ਤੁਸੀਂ ਕਿਹਾ ਕਿ ਅਕਾਲੀ ਦਲ ਆਪਣੇ ਸਿਧਾਂਤ ਤੋਂ ਥੜਕਿਆ। ਜਿਹੜੀ ਜਗਰਾਉਂ ਵਾਲੀ ਜਿਹੜੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਬਾਦਲਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾਤਾ ਸੀ ਨਾ। ਸੋ ਇਹ ਗੱਲਾਂ ਵੀ ਹੈਗੀਆਂ ਨੇ, ਇਹ ਵੀ ਐਲੀਗੇਸ਼ਨ ਉਸ ਚੀਜ਼ ਨੂੰ ਲੈ ਕੇ ਹੀ ਜੇ ਆਪਾਂ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਦੀ ਗੱਲ ਕਰਦੇ ਹਾਂ, ਉਹ ਇਸ ਚੀਜ਼ ਨੂੰ ਲੈ ਕੇ ਹੀ ਆ ਵੀ ਜਦੋਂ ਦਾ ਮਤਲਬ ਸ਼੍ਰੋਮਣੀ 96 ਤੋਂ ਬਾਅਦ ਵੀ BJP ਦੇ ਨਾਲ ਉਵੇਂ ਰਲੇਵਾਂ ਜਾਂ ਉਹਨਾਂ ਦਾ 9 ਮਾਸ ਦਾ RSS ਦੇ ਨਾਲ ਖਾਸ ਕਰ RSS ਦੇ ਨਾਲ, ਤਾਂ ਜਿਹੜਾ ਅਕਾਲੀ ਦਲ ਆ ਉਹ ਆਊਟ ਆਫ ਟਰੈਕ ਹੋ ਗਿਆ। ਉਹ ਨਿਜ ਕਣੀ ਵੱਧਦਾ ਗਿਆ। ਪਰ 97 ਦਾ ਜਿਹੜਾ ਆਪਾਂ ਪੀਰੀਅਡ, ਆਪਾਂ 97 ਦੀ ਗੱਲ ਕਰਦੇ ਹਾਂ, 97 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਬਣਦੇ ਨੇ, ਫਿਰ ਪਹਿਲੀ ਵਾਰ ਉਹ 5 ਸਾਲ ਮੁੱਖ ਮੰਤਰੀ ਰਹਿੰਦੇ ਨੇ ਤੇ ਬਹੁਤ ਸਾਰੇ ਚਿਹਰੇ ਇਹ ਜੇ ਮੰਤਰੀ ਬਣਦੇ ਨੇ। ਖਾਸ ਕਰਕੇ ਜੇ ਸਾਡੇ ਏਰੀਏ ਦੀ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ, ਪਹਿਲੀ ਵਾਰ ਉਦੋਂ ਸਿੰਚਾਈ ਮੰਤਰੀ, ਬਿਜਲੀ ਮੰਤਰੀ ਵੀ ਰਹਿੰਦੇ ਨੇ। ਮਤਲਬ ਉਦੋਂ ਜਿਹੜੇ ਚਿਹਰੇ ਆਉਂਦੇ ਨੇ, ਜਿਹੜੀ ਉਹ ਟੀਮ ਆਉਂਦੀ ਹੈ ਇਹਨਾਂ ਦੀ ਸਾਹਮਣੇ, ਉਹ ਟੀਮ ਇੱਕ ਵੱਖਰੀ ਹੀ ਟੀਮ ਸੀਗੀ ਤੇ ਉਹਦੇ ਵਿੱਚ ਜਿਹੜੀ ਵੱਡੀ ਭੂਮਿਕਾ ਰਹਿੰਦੀ ਹੈ। ਖਾਸ ਕਰਕੇ ਬਲਵਿੰਦਰ ਸਿੰਘ ਭੂੰਦੜ ਦੀ ਗੱਲ ਕਰ ਲਈਏ, ਰਾਜ ਸਭਾ ਲਈ ਜਾਂਦੇ ਨੇ ਉਹ, ਜਾਂ ਐਮਪੀਸ਼ਿਪ ਲਈ ਜਾਂਦੇ ਨੇ, ਆਪਾਂ MP ਦਾ ਅਹੁਦਾ ਹੁੰਦਾ ਗਾ। ਆਪਣੇ ਢੀਂਡਸਾ ਸਾਹਿਬ ਦੀ ਗੱਲ ਕਰ ਲਈਏ, ਜਾਂ ਖਾਸ ਕਰਕੇ ਜਿਹੜਾ ਵੱਡਾ ਰੋਲ ਕੈਪਟਨ ਕਮਲਜੀਤ ਸਿੰਘ, ਜਿਹੜੇ ਉਦੋਂ ਖਜ਼ਾਨਾ ਮੰਤਰੀ ਰਹਿੰਦੇ ਨੇ। ਕਿਉਂਕਿ ਰਤਨ ਜਿਹੜਾ 97 ਵਾਲਾ ਪੀਰੀਅਡ ਸੀ ਨਾ, ਉਹ ਅਕਾਲੀਆਂ ਦੇ ਲਈ ਗੋਲਡਨ ਪੀਰੀਅਡ ਸੀਗਾ। ਹਾਂ, ਉਹ ਪ੍ਰਕਾਸ਼ ਸਿੰਘ ਬਾਦਲ ਦਾ ਵੀ ਕਹਿੰਦੇ ਸਿਆਸਤ ਦਾ ਉਹ ਚੜ੍ਹਦਾ ਸੂਰਜ ਉਹਨਾਂ ਨੇ ਦੇਖਿਆ, ਤੇ ਉਹ ਐਕਸਟ੍ਰੀਮ ਪਾਵਰ ਜਿਹੜੀ ਉਹ ਐਕਸਟ੍ਰੀਮ ਪਾਵਰ ਆ ਨਾ, ਜੇ ਖਾਸ ਕਰਕੇ ਆਪਾਂ ਸਾਰਾ ਇਤਿਹਾਸ ਚੱਕ ਕੇ ਦੇਖਦੇ ਹਾਂ, ਜਾਂ ਆਪਾਂ ਨੂੰ ਤਾਂ ਵੀ ਇਹ ਜ਼ਿਆਦਾ ਲੱਗਦਾ ਕਿਉਂਕਿ ਆਪਣਾ ਬਰਥ ਉਦੋਂ 90 ਦਾ ਹੈਗਾ, ਤੁਹਾਡਾ ਤਾਂ ਬਾਹਲੇ ਛੋਟੇ ਹੋ, ਤਾਂ ਮਤਲਬ ਉਹ ਜਿਹੜੀ ਉਹ ਸੱਤਾ ਸੀਗੀ ਜਾਂ ਜਿਹੜੀ ਉਹ ਪਾਵਰ ਸੀ 97 ਤੋਂ ਲੈ ਕੇ ਤੇ ਉਦੋਂ ਬਾਅਦ 2007 ਤੱਕ, ਜੇ ਆਪਾਂ ਵਿੱਚ ਕੈਪਟਨ ਦੀ ਸਰਕਾਰ ਵੀ ਉਹਨਾਂ ਦੀ ਵੀ ਸਰਕਾਰ ਦੇਖਦੇ ਹਾਂ, ਤਾਂ ਉਹ ਜਿਹੜੀ ਐਕਸਟ੍ਰੀਮ ਪਾਵਰ ਉਹ ਜਿਹੜੇ ਲੋਕਾਂ ਨੇ ਦੇਖੀ ਆ ਨਾ, ਉਦੋਂ ਬਾਅਦ ਉਹੋ ਜਿਹੀਆਂ ਐਕਸਟ੍ਰੀਮ ਪਾਵਰ ਨਹੀਂ ਰਹੀਆਂ। ਖਾਸ ਕਰਕੇ ਬਾਦਲਾਂ ਦੀ ਵੀ ਉਹ ਪਹਿਲੇ 5 ਸਾਲ ਜਦੋਂ ਰਿਪੀਟ ਹੁੰਦੇ ਨੇ, 7 ਤੋਂ ਬਾਅਦ ਜਦੋਂ ਸਰਕਾਰ ਆਉਂਦੀ ਆ, ਤਾਂ ਪਹਿਲੇ 5 ਸਾਲ ਵਾਲੀ ਸੀਗੀ ਐਕਸਟ੍ਰੀਮ ਪਾਵਰ। 12 ਤੋਂ ਬਾਅਦ ਜਾ ਕੇ ਫਿਰ ਐਲੀਗੇਸ਼ਨਸ ਵਧਣ ਲੱਗ ਗਏ, ਚੀਜ਼ਾਂ ਬਦਲੀਆਂ, ਤੇ 2015 ਤੋਂ ਬਾਅਦ ਕੋਟਕਪੂਰਾ ਬਾਈਬਲ ਕਲਾਂ ਤੋਂ ਬਾਅਦ ਤਾਂ ਬਹੁਤ ਸਾਰੀਆਂ ਚੀਜ਼ਾਂ ਢਲਾਣ ਵੱਲ ਨੂੰ ਹੋ ਗਈਆਂ ਸੀ। ਜਿਵੇਂ ਮੈਂ ਰਤਨ ਗੱਲ ਕੀਤੀ ਨਾ, ਜਿਹੜਾ ਗੋਲਡਨ ਪੀਰੀਅਡ ਸੀਗਾ ਅਕਾਲੀਆਂ ਦਾ, ਕਿਉਂਕਿ ਖਾਸ ਕਰ ਜਿਹੜੀਆਂ ਪਹਿਲਾਂ ਲੜਾਈਆਂ ਸੀਗੀਆਂ ਉਹ ਸਾਰੀਆਂ ਮੋਰਚਿਆਂ 'ਚ ਲੰਘੀਆਂ ਸੀ। ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਹੋਵੇ, ਜਾਂ ਉਹ ਵੱਖ-ਵੱਖ ਮੋਰਚੇ, ਕਪੂਰੀ ਨਹਿਰ ਦਾ ਮੋਰਚਾ ਹੋਵੇ, SYL ਦਾ ਮੋਰਚਾ ਧਰਮ ਯੁੱਧ ਮੋਰਚੇ 'ਚ ਤਬਦੀਲ ਹੁੰਦਾ ਹੈ ਨਾ, ਉਹ ਸਾਰੇ ਮੋਰਚਿਆਂ 'ਚ ਅਕਾਲੀਆਂ ਦਾ ਟਾਈਮ ਲੰਘ ਗਿਆ ਸੀ। ਚਾਹੇ ਵੱਖ-ਵੱਖ ਸਰਕਾਰਾਂ ਵੀ ਰਹੀਆਂ, ਸਰਕਾਰਾਂ ਦੇ ਸਮਿਆਂ 'ਚ ਵੀ ਜੇ ਆਪਾਂ ਗੱਲ ਕਰੀਏ ਹੈ ਨਾ, ਵੱਖ-ਵੱਖ ਮੋਰਚੇ ਲੱਗੇ ਹੈ ਨਾ। ਜੇ 70 ਤੋਂ 71 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ, ਫਿਰ ਵੀ ਦਿੱਲੀ ਤੋਂ ਜਿਹੜਾ ਗੁਰੂ ਘਰਾਂ ਦਾ ਜਿਹੜਾ ਕਬਜ਼ਾ ਲਿਆ ਸੀ, ਉਦੋਂ ਵੀ ਮੋਰਚਾ ਲੱਗਿਆ, ਜੱਥੇ ਤੁਰੇ ਦਿੱਲੀ ਵੱਲ ਨੂੰ, ਉਦੋਂ ਵੀ ਗ੍ਰਿਫਤਾਰੀਆਂ ਹੋਈਆਂ ਹੈ ਨਾ, ਡਾਂਗਾਂ ਖਾਧੀਆਂ, ਜੇਲ੍ਹਾਂ ਕੱਟੀਆਂ। ਸੋ ਅਕਾਲੀ ਜਿਹੜੇ ਵਰਕਰ ਹੁੰਦੇ ਸੀ ਜਾਂ ਜਿਹੜੇ ਅਕਾਲੀ ਲੀਡਰ ਹੁੰਦੇ ਸੀ, ਇਹਨਾਂ ਬਾਰੇ ਕਿਹਾ ਜਾਂਦਾ ਸੀ ਵੀ ਤੜਕੇ ਇਹਨਾਂ ਨੇ ਉੱਠ ਕੇ ਨਿਤਨੇਮ ਕਰਨਾ, ਤੇ ਇਹ ਤੜਕੇ ਹੀ ਘਰੋਂ ਚਲੇ ਜਾਇਆ ਕਰਦੇ ਸੀ। ਐਂ ਨਹੀਂ ਪਤਾ ਕਦੋਂ ਪੁਲਿਸ ਆ ਜੇ ਤੇ ਕਦੋਂ ਰੇਡ ਵੱਜ ਜੇ ਜਾਂ ਕਦੋਂ ਸਾਨੂੰ ਗ੍ਰਿਫਤਾਰ ਕਰ ਲਿਆ ਜਾਣਾ। ਜਿਹੜਾ 97 ਵਾਲੀ ਟਰਮ ਸੀਗੀ, 97 ਵਾਲੀ ਟਰਮ ਦੇ ਵਿੱਚ ਨਾ ਇੱਕ ਜਿਹੜੀ ਗੱਲ ਸੀਗੀ, ਜੇ ਆਪਾਂ ਗੱਲ ਕਰਦੇ ਹਾਂ, ਅੱਜ ਆਪਾਂ ਗੱਲ ਚੱਕ ਕੇ ਦੇਖਦੇ ਹਾਂ ਨਾ, ਜਿਹੜੀ ਐਕਸਟ੍ਰੀਮ ਪਾਵਰ ਤਾਂ ਸੀਗੀ, ਪਰ ਉਦੋਂ 3 ਅਜਿਹੇ ਲੋਕ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕਰ ਲਈਏ, ਆਪਾਂ ਜਥੇਦਾਰ ਕੌਂਕੇ ਸਾਹਿਬ ਦੀ ਗੱਲ ਕਰ ਲਈਏ, ਤੇ ਖੁੱਡੀਆਂ ਸਾਹਿਬ ਦੀ ਗੱਲ ਕਰ ਲਈਏ, ਗੁਰਮੀਤ ਸਿੰਘ ਖੁੱਡੀਆਂ ਦੇ ਜਿਹੜੇ ਫਾਦਰ ਸੀ, ਉਹਨਾਂ ਦਾ ਜਿਹੜਾ ਮਸਲਾ ਸੀ ਉਸ ਨੂੰ ਲੈ ਕੇ ਵੀ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀਗਾ ਵੀ ਜਿਹੜੇ ਉਹਨਾਂ ਦੇ ਕਤਲ ਹੋਏ ਨੇ ਜਾਂ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਜਾਂ ਉਹਨਾਂ ਨੂੰ ਲਾਸ਼ਾਂ ਹੀ ਨਹੀਂ ਮਿਲੀਆਂ ਵੀ ਬੰਦੇ ਕਿੱਥੇ ਨੇ, ਵੀ ਉਹ ਅਸੀਂ ਚੀਜ਼ਾਂ ਹੋਰ ਵੀ ਖੜਕੂ ਸਿੰਘਾਂ ਦੀਆਂ, ਉੱਥੇ ਕਿਤੇ ਨਾ ਕਿਤੇ ਸਰਕਾਰ ਫੇਲ ਰਹੀ ਆ। ਪਰ ਉਹ ਪਾਵਰ ਹੀ ਇਹ ਜੀ ਐਕਸਟ੍ਰੀਮ ਆ ਗਈ ਸੀ। ਉਹਦਾ ਇੱਕ ਕਾਰਨ ਇਹ ਸੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਨੇੜਤਾ, ਉਹ ਜਿਹੜੀ ਨੇੜਤਾ ਰਹੀ
ਅਟਲ ਬਿਹਾਰੀ ਵਾਜਪਾਈ ਦੇ ਨਾਲ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ, ਜਾਂ ਇੱਕ ਜਿਹੜਾ ਛੋਟੇ ਗੈਪ ਲਈ ਪ੍ਰਧਾਨ ਮੰਤਰੀ ਬਣਦੇ ਨੇ ਇੰਦਰ ਕੁਮਾਰ ਗੁਜਰਾਲ, ਉਹਨਾਂ ਦੇ ਨਾਲ ਵੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਨੇੜਤਾ ਸੀ। ਜਿਵੇਂ ਸਾਇੰਸ ਸਿਟੀ ਦਾ ਉਹਨਾਂ ਨੇ ਬਾਅਦ ਦੇ ਵਿੱਚ ਸਾਇੰਸ ਸਿਟੀ ਉਹਨਾਂ ਦੇ ਨਾਮ 'ਤੇ ਹੀ, ਉਹਨਾਂ ਦੀ ਮਾਤਾ ਦੀ ਨਾਮ 'ਤੇ ਬਣਦੀ ਆ ਗੁਜਰਾਲ ਸਾਹਿਬ ਦੇ, ਤਾਂ ਉਹ ਜਿਹੜੀ ਚੀਜ਼ ਸੀ ਨਾ, ਉਦੋਂ ਬਾਦਲ ਸਾਹਿਬ ਦਾ ਜਿਹੜਾ ਸੈਂਟਰ ਦੇ ਵਿੱਚ ਵੀ ਇੱਕ ਦਬਦਬਾ ਹੋਰ ਹਿਸਾਬ ਦਾ ਹੋ ਗਿਆ ਸੀਗਾ। ਤਾਂ ਫਿਰ ਜਿਹੜਾ ਉਹ ਇੱਕ ਆਪਾਂ ਕਹਿ ਦਈਏ ਵੀ ਖੇਤਰੀ ਮੁੱਦੇ ਸੀ ਜਾਂ ਲੋਕਾਂ ਦੇ ਆਮ ਗੱਲਾਂ ਸੀ, ਉੱਥੋਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਪਾਸੇ ਹੋਇਆ। ਪਰ ਉਹ 97 ਵਾਲਾ ਪੀਰੀਅਡ ਉਹਨਾਂ ਦਾ ਐਕਸਟ੍ਰੀਮ ਪਾਵਰ ਦਾ ਸੀ, ਅਤੇ ਉਹ ਮੁੱਖ ਮੰਤਰੀ ਰਹਿੰਦੇ ਹੋਏ ਮੋਟਰਾਂ ਦੀ ਗੱਲ ਕਰੀਏ, ਜੇ ਆਪਾਂ ਫੋਕਲ ਪੁਆਇੰਟਾਂ ਦੀ ਗੱਲ ਕਰੀਏ, ਤਾਂ ਨਹਿਰੀ ਪਾਣੀ ਦੀ ਗੱਲ ਕਰੀਏ, ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਗੀਆਂ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹੀ ਹਿੱਸੇ ਇੰਨਾ ਗੀਆਂ, ਇਹ ਤੋਂ ਕੋਈ ਦੋ ਰਾਏ ਨਹੀਂ। ਤੇ ਫਿਰ ਜੇ ਆਪਾਂ ਇਹ 2007 ਤੋਂ ਬਾਅਦ ਦੀ ਸਰਕਾਰ ਦੀ ਗੱਲ ਕਰਦੇ ਹਾਂ, ਇਹ 7 ਦੇ ਵਿੱਚ ਆਉਂਦੀ ਆ, 12 ਦੇ ਵਿੱਚ ਸਰਕਾਰ ਆਉਂਦੀ ਆ, ਸੜਕਾਂ ਦੀ ਗੱਲ ਕਰਦੇ ਹਾਂ, ਹਾਲਾਂਕਿ 12 ਦੇ ਵਿੱਚ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਇਹਨਾਂ ਨੂੰ ਜ਼ਿਆਦਾ, ਪਰ ਐਜ਼ ਆ ਮੁੱਖ ਮੰਤਰੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਗੀਆਂ ਉਹ ਬਾਦਲ ਸਾਹਿਬ ਦੇ ਹਿੱਸੇ ਹੀ ਜਾਂਦੀਆਂ ਗੀਆਂ। ਜਦੋਂ ਅਸੀਂ ਸਾਰੇ ਪੰਜਾਬ ਦਾ ਅੱਜ ਤੱਕ ਦਾ ਇਤਿਹਾਸ ਦੇਖਾਂਗੇ, ਸਭ ਜੇ ਪ੍ਰਕਾਸ਼ ਸਿੰਘ ਬਾਦਲ ਤੇ ਐਲੀਗੇਸ਼ਨ ਲੱਗਦੇ ਨੇ, ਤਾਂ ਦੂਜੇ ਪਾਸੇ ਜਿਹੜੇ ਸਫਲ ਮੁੱਖ ਮੰਤਰੀਆਂ ਦੀ ਗੱਲ ਆਉਂਦੀ ਆ, ਤਾਂ ਉਹਦੇ ਵਿੱਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੋਹਰੀ ਨੇ, ਕਿਉਂਕਿ ਬਹੁਤ ਸਾਰੇ ਜਿਹੜੇ ਕੰਮ ਆ ਖਾਸ ਕਰਕੇ ਕਿਸਾਨੀ ਨੂੰ ਲੈ ਕੇ ਉਹ ਇਹਨਾਂ ਦੇ ਹਿੱਸੇ ਆਏ ਨੇ। ਜਾਂ ਯਾਦਗਾਰਾਂ ਬਣਾਉਣ ਦੀ ਆਪਾਂ ਗੱਲ ਕਰ ਲਈਏ, ਵਿਰਾਸਤ-ਏ ਖਾਲਸਾ ਦੀ ਗੱਲ ਕਰਦੇ ਹਾਂ, ਹੋਰ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਹੋਰ ਬਹੁਤ ਸਾਰੀਆਂ ਜਿਹੜੀਆਂ ਯਾਦਗਾਰਾਂ ਗੀਆਂ ਉਹ ਵੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹਿੱਸੇ ਜਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਹਨ। ਜਿਵੇਂ ਮੈਂ 97 ਦੀ ਗੱਲ ਕਰ ਰਿਹਾ ਸੀ ਨਾ, 97 ਦਾ ਜਿਹੜਾ ਗੋਲਡਨ ਪੀਰੀਅਡ ਦੀ ਆਪਾਂ ਗੱਲ ਕੀਤੀ ਆ ਜੀ, ਕਿਉਂਕਿ ਅਕਾਲੀ ਦਲ ਦੇ ਜਿਹੜੇ ਵਰਕਰ ਜਾਂ ਆਗੂ ਸੀ, ਇਹਨਾਂ ਨੂੰ ਪਹਿਲਾਂ ਇਹੀ ਸੀਗਾ ਵੀ ਜਿਵੇਂ ਮੋਰਚਿਆਂ 'ਚ ਜ਼ਿਆਦਾ ਰੁੱਝੇ ਹੋਣ ਕਰਕੇ ਜਿਹੜੇ ਘਰੇ ਵੀ ਬੈਠੇ ਹੁੰਦੇ ਸੀ, ਘਰੇ ਤਾਂ ਚੈਨ ਮਿਲਦਾ ਹੀ ਨਹੀਂ ਸੀ ਨਾ। ਜਾਂ ਤਾਂ ਮੋਰਚੇ ਲੱਗੇ ਰਹਿੰਦੇ ਸੀ, ਉੱਧਰ ਜਾਣਾ ਪੈਂਦਾ ਸੀ, ਜਾਂ ਜੱਥੇ ਤੁਰਦੇ ਸੀ ਗ੍ਰਿਫਤਾਰੀਆਂ ਦੇ ਲਈ, ਵੱਖ-ਵੱਖ ਸਮਿਆਂ 'ਚ ਮੋਰਚੇ ਲੱਗੇ। ਪੰਜਾਬ ਦੇ ਵਿੱਚ ਜਿਹੜਾ ਸਥਿਰਤਾ ਰਿਹਾ ਹੀ ਨਹੀਂ ਵਾਤਾਵਰਨ, ਹੈ ਨਾ, ਕਦੇ ਵੀ ਨਹੀਂ ਰਿਹਾ ਗਾ ਜੀ। ਤੇ ਆਪਾਂ ਹੁਣ ਦੀ ਜਿਵੇਂ ਗੱਲ ਕਰਦੇ ਹਾਂ ਤਾਂ ਕਦੇ ਵੀ ਨਹੀਂ ਰਿਹਾ ਪੰਜਾਬ ਦੇ ਵਿੱਚ ਸਥਿਰ। ਪੰਜਾਬ ਹਮੇਸ਼ਾ ਹੀ ਜਿਹੜਾ ਜੂਝਦਾ ਹੀ ਆਇਆ ਪੰਜਾਬ। ਤੇ ਜੇ ਆਪਾਂ ਗੱਲ ਕਰੀਏ 97 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ, ਕਈ ਜਿਹੜੇ ਨੌਜਵਾਨ ਜਿਹੜੇ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਮਾਰੇ ਗਏ, ਜਾਂ ਕਈ ਜਿਹੜੇ ਝੂਠੇ ਕੇਸਾਂ 'ਚ ਫਸਾਏ ਗਏ, 97 ਦੇ ਵਿੱਚ ਕਈ ਅਜਿਹੇ ਨੌਜਵਾਨ ਆ ਜਿਨ੍ਹਾਂ ਨੂੰ ਝੂਠੇ ਕੇਸਾਂ ਦੇ ਵਿੱਚੋਂ ਕੱਢਿਆ ਵੀ ਗਿਆ। ਪਰ ਜਥੇਦਾਰ ਜਿਹੜੇ ਵਡਾਲਾ ਸੀ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੇ ਫਾਦਰ ਸਾਹਿਬ, ਉਹ ਬਹੁਤ ਜ਼ਿਆਦਾ ਇਸ ਗੱਲ ਨੂੰ ਲੈ ਕੇ ਐਫਰਟ ਕਰਦੇ ਸੀ, ਇਸ ਚੀਜ਼ ਨੂੰ ਲੈ ਕੇ, ਕਿਉਂਕਿ ਕਈ ਪਰਿਵਾਰਾਂ ਦੇ ਉਹ ਨਜ਼ਦੀਕ ਸੀਗੇ, ਹੈ ਨਾ, ਸਾਰੇ ਜਾ ਕੇ, ਕਿਉਂਕਿ ਉਹ ਜਿਹੜੇ ਪੰਥਕ ਸੋਚ ਵਾਲੇ ਅਕਾਲੀ ਸੀ, ਉਹਨਾਂ ਨੂੰ ਜਾ ਕੇ ਸਾਰੇ ਮਿਲਦੇ ਵੀ ਸੀ, ਭਾਈ ਸਾਡਾ ਮੁੰਡਾ, ਹੈ ਨਾ, ਸਾਡਾ ਇਹ, ਮਤਲਬ ਕਈਆਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਕੇਸਾਂ 'ਚੋਂ ਕੱਢਿਆ ਵੀ ਹੈ। ਕਈ ਅਜਿਹੇ ਨੇ ਜਿਹੜੇ ਸ਼ੋਅ ਵੇਖ ਰਹੇ ਹੋਣਗੇ ਜਾਂ ਨਾ ਵੀ ਸੁਣ ਰਹੇ ਹੋਣਗੇ, ਕਈ ਵਿਦੇਸ਼ਾਂ 'ਚ ਬੈਠੇ ਆ, ਜਿਹੜੇ ਉਹਨਾਂ ਸਮਿਆਂ 'ਚ ਕੇਸਾਂ 'ਚ ਫੜੇ ਗਏ ਸੀ, ਤੇ ਅਕਾਲੀ ਸਰਕਾਰ ਆਉਣ ਦੇ ਨਾਲ ਉਹਨਾਂ ਨੂੰ ਰਾਹਤ ਵੀ ਮਿਲੀ ਸੀ। ਪਰ ਮਾਲਵੇ ਦੇ ਵਿੱਚ ਜ਼ਿਆਦਾ ਜਿਹੜਾ ਆਪਾਂ ਕਹਿ ਦਈਏ ਨਾ, ਜ਼ਿਆਦਾ ਜਿਹੜਾ ਫੈਕਟਰ ਜਾਂ ਜ਼ਿਆਦਾ ਵੱਡੇ ਨਾਮ ਸੀ ਜਿਹੜੇ, ਖਾਸ ਕਰਕੇ ਖੁੱਡੀਆਂ ਸਾਹਿਬ ਤੇ ਜਥੇਦਾਰ ਕੌਂਕੇ, ਉਹਨਾਂ ਨੂੰ ਲੈ ਕੇ ਉਹ ਚੀਜ਼ਾਂ ਉਸ ਹਿਸਾਬ ਨਾਲ ਨਹੀਂ ਗਈਆਂ, ਤਾਂ ਫਿਰ ਉਹ ਚੀਜ਼ਾਂ ਬਦਲ ਗਈਆਂ। ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਲੈ ਕੇ ਵੀ ਗੱਲ ਹੁੰਦੀ ਰਹੀ ਹੈ, ਹਾਲਾਂਕਿ ਉਹਨਾਂ ਦਾ ਕੇਸ ਵੀ ਬਾਅਦ ਦੇ ਵਿੱਚ ਉਹ ਨਹੀਂ ਅੱਗੇ ਤੋਰਿਆ ਗਿਆ, ਹਾਲਾਂਕਿ ਉਹ ਮਾਝੇ ਤੋਂ ਸੀਗੇ। ਪਰ ਇੱਧਰ ਜਿਹੜਾ ਮਾਲਵੇ ਦੀ ਰਾਜਨੀਤੀ ਤੇ ਇਹ ਦੋ ਲੋਕਾਂ ਦੇ ਜਿਹੜੇ ਕੇਸਾਂ ਨੇ ਕਾਫੀ ਪ੍ਰਭਾਵਿਤ ਕੀਤਾ। ਹਾਲਾਂਕਿ ਉਸ ਨੂੰ ਲੈ ਕੇ ਜਥੇਦਾਰ ਸਾਹਿਬ ਕੌਂਕੇ ਦੀ ਜੇ ਆਪਾਂ ਗੱਲ ਕਰਦੇ ਹਾਂ, ਵੀ ਇੰਟਰਵਿਊਜ਼ ਵੀ ਕਾਫੀ ਆਉਂਦੀਆਂ ਗਈਆਂ, ਅੱਜ ਕੱਲ੍ਹ ਵੀ ਹੁਣ ਚੱਲਦਾ ਹੈਗਾ, ਬਹੁਤ ਸਾਰੀਆਂ ਚੀਜ਼ਾਂ। ਐਲੀਗੇਸ਼ਨ ਵੀ ਪ੍ਰਕਾਸ਼ ਸਿੰਘ ਬਾਦਲ ਤੇ ਐਲੀਗੇਸ਼ਨ ਵੀ ਲੱਗਦੇ ਰਹੇ, ਬਿਲਕੁਲ ਲੱਗਦੇ ਰਹੇ। ਪਰ ਜਥੇਦਾਰ ਕੌਂਕੇ ਹੋਰਾਂ ਦਾ ਪਰਿਵਾਰ ਅੱਜ ਵੀ ਅਕਾਲੀ ਦਲ ਬਾਦਲ ਦੇ ਨਾਲ ਹੈ। ਉਹ ਕਿਉਂ ਹੈ, ਉਹਨਾਂ ਦੇ ਕਈ ਰੀਜ਼ਨ ਨੇ। ਉਹਨਾਂ ਦੇ ਬੇਟੇ ਦੇ ਨਾਲ ਮੈਂ ਬੈਠਾ, ਮੈਂ ਇੰਟਰਵਿਊ ਵੀ ਕੀਤਾ ਸੀ ਉਹਨਾਂ ਦੇ ਬੇਟੇ ਦੇ ਨਾਲ, ਗੱਲਬਾਤ ਵੀ ਹੋਈ ਮੇਰੀ। ਹਰੀ ਸਿੰਘ ਉਹਨਾਂ ਦੇ ਬੇਟੇ ਅਕਾਲੀ ਦਲ ਦੇ ਵਿੱਚ ਐਕਟਿਵ ਨੇ। ਉਹ ਇਕੱਲੇ ਨਹੀਂ, ਇੱਕ ਤੁਸੀਂ ਹੋਰ ਤੁਹਾਨੂੰ ਮੈਂ ਗੱਲ ਦੱਸ ਦਾਂਗਾ, ਬਹੁਤ ਸਾਰੇ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ 83-84 ਜਾਂ ਧਰਮ ਯੁੱਧ ਮੋਰਚੇ ਦੀਆਂ ਉਹ ਚੀਜ਼ਾਂ ਨੂੰ ਲੈ ਕੇ ਭੰਡਦੇ ਨੇ, ਪਰ ਬਹੁਤ ਸਾਰੇ ਸਿੰਘਾਂ ਦੇ ਪਰਿਵਾਰ, ਬਹੁਤ ਗਿਣਤੀ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਅੱਜ ਵੀ ਉਹਨਾਂ ਦੇ ਪਰਿਵਾਰ ਵਰਤਦੇ ਨੇ, ਤੇ ਉਹ ਗਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਵਰਤਦੇ ਨੇ। ਜਿਵੇਂ ਪਿੱਛੇ ਜਿਹੜੇ ਵੱਡੀ ਤਸਵੀਰ ਸਾਹਮਣੇ ਆਈ, ਜੋ ਸੰਤਾਂ ਦੇ ਪੋਤੇ ਦਾ ਜਿਹੜਾ ਵਿਆਹ ਸਮਾਗਮ ਹੁੰਦਾ ਗਾ, ਭਾਈ ਸਤਵੰਤ ਸਿੰਘ ਅਗਵਾਨ ਹੋਰਾਂ ਦੇ ਪਰਿਵਾਰ ਦੇ ਨਾਲ ਵੀ, ਬਿਕਰਮ ਮਜੀਠੀਆ ਦੀਆਂ ਵੀ ਪਿਛਲੇ ਦਿਨੀ ਫੋਟੋਆਂ ਆਈਆਂ ਹਨ, ਜਾਂ ਹੋਰ ਵੀ ਸਾਰਾ। ਕਿਉਂਕਿ ਕਈ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਅਕਾਲੀ ਦਲ ਦੀ ਜਿਹੜੀ 97 ਵਾਲਾ ਪੀਰੀਅਡ ਸੀ, ਉਹ ਸਰਕਾਰ ਨੇ ਰਾਹਤ ਦਿੱਤੀ। ਖਾੜਕੂ ਪਰਿਵਾਰਾਂ ਨੂੰ ਖਾਸ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਬਿਹਾਈਂਡ ਦਾ ਸੀਨ ਚੱਲੀਆਂ, ਲੋਕਾਂ ਦੇ ਸਾਹਮਣੇ ਉਵੇਂ ਨਹੀਂ ਆਈਆਂ। ਲੋਕਾਂ ਦੇ
ਸਾਹਮਣੇ ਨਹੀਂ ਆਉਂਦੀਆਂ। ਜਿਵੇਂ ਮੈਂ ਕਿਸੇ ਪੱਤਰਕਾਰ ਨੂੰ ਪੁੱਛ ਰਿਹਾ ਸੀ ਜਿਨ੍ਹਾਂ ਨੇ ਬਹੁਤ ਸਾਰਾ ਮਤਲਬ ਆਪਾਂ ਕਹਦੇ ਵੀ ਸੰਗਤ ਦਰਸ਼ਨ ਕਵਰ ਕੀਤੇ ਆ, ਉਹਨਾਂ ਦੇ ਵਿੱਚੋਂ ਇੱਕ ਸ਼ਾਇਦ ਮਿੰਟੂ ਗੁਰੂ ਸਰੀਆ, ਉਹ ਕਹਿੰਦੇ ਵੀ ਅਸੀਂ ਤਾਂ ਸਕੂਟਰਾਂ ਤੇ ਜਾਂਦੇ ਹੁੰਦੇ ਸੀ ਬਾਦਲ ਸਾਹਿਬ ਦਾ ਸੰਗਤ ਦਰਸ਼ਨ ਕਵਰ ਕਰਨ, ਹਨਾ। ਤਾਂ ਕਈ ਇਹੋ ਜਿਹੇ ਵੀ ਸੀਗੇ ਜਦੋਂ ਸਾਡੇ ਕੋਲ ਇਕੱਲੇ ਰਿਕਾਰਡਰ ਹੁੰਦੇ ਸੀ, ਰਿਕਾਰਡਰ ਦੇ ਵਿੱਚ, ਹਨਾ। ਤਾਂ ਬਾਦਲ ਸਾਹਿਬ ਦਾ ਇੱਥੋਂ ਤੱਕ ਸੀ ਪਹਿਲਾਂ, ਜਦੋਂ ਕੱਲ ਵੀ ਸਿਕਿਉਰਿਟੀ ਵਾਲਿਆਂ ਦੀ ਤਸਵੀਰ ਆਈ ਰੋਂਦਿਆਂ ਦੀ, ਜਿਹੜੇ ਬਹੁਤ ਪੁਰਾਣੇ ਨਾਲ ਸੀ ਬਾਦਲ ਸਾਹਿਬ ਦੇ ਜੁੜੇ ਹੋਏ, ਤਾਂ ਸਿਕਿਉਰਿਟੀ ਵਾਲੇ ਕਈ ਕਹਿ ਦਿੰਦੇ ਵੀ ਇੱਥੇ ਧੁੱਪ ਆ ਵੀ ਨਹੀਂ ਮੁੱਖ ਮੰਤਰੀ ਸਾਹਿਬ, ਤਾਂ ਉਹ ਕਹਿ ਦਿੰਦੇ ਵੀ ਕਾਕਾ ਕੋਈ ਨਾ ਵੀ ਧੁੱਪੇ ਖੜਿਆ ਆ ਜਾਣ ਦੋ। ਮਤਲਬ ਜਿਹੜੀਆਂ ਉਹਨਾਂ ਦੀਆਂ ਇਹ ਗੱਲਾਂ ਸੀ ਤਾਂ ਪੋਜ਼ਿਟਿਵ ਪੁਆਇੰਟ ਸੀ। ਇੱਕ ਜਿਹੜਾ ਗੱਲ ਟਾਲਣ ਦਾ ਤਰੀਕਾ ਸੀਗਾ ਪ੍ਰੈਸ ਕਾਨਫਰੰਸਾਂ ਦੇ ਵਿੱਚ, ਕਹਿੰਦੇ ਜਿਹੜੀ ਬਾਦਲ ਸਾਹਿਬ ਗੱਲ ਟਾਲਦੇ ਸੀ ਨਾ, ਉਹ ਬਹੁਤ ਚੰਗੀ ਤਰੀਕੇ ਨਾਲ ਟਾਲਦੇ ਸੀ। ਤੇ ਇੱਕ ਕਹਿੰਦੇ ਅੱਜ ਕੱਲ੍ਹ ਤਾਂ ਲੀਡਰ ਅਗਰੈਸਿਵ ਹੋ ਜਾਂਦੇ ਆ ਨਾ। ਹਾਂ, ਬਾਕੀ ਅੱਜ ਕੱਲ੍ਹ ਦੇ ਲੀਡਰ ਅਗਰੈਸਿਵ ਵੀ ਹੁੰਦੇ ਆ, ਪਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਇਹ ਵੀ ਹੁੰਦਾ ਸੀਗਾ, ਕਹਿੰਦੇ ਉਹ ਬੰਦੇ ਨੂੰ ਫੜ ਲੈਂਦੇ ਸੀ ਵੀ ਜਿਹੜਾ ਇਹ ਸਵਾਲ ਪੱਤਰਕਾਰ ਪੁੱਛ ਰਿਹਾ ਇਹਨੂੰ ਸਕ੍ਰਿਪਟਡ ਉੱਤੋਂ ਆਇਆ ਗਾ ਕਿ ਸਵਾਲ ਆਪਦਾ ਗਾ। ਕਹਿੰਦੇ ਉਹ ਫਿਰ ਕਹਿੰਦੇ ਉਹਨੂੰ ਦੇੜਦੇ ਸੀ ਵੀ ਕਾਕਾ ਕਿਵੇਂ, ਉਹ ਰਿਐਕਸ਼ਨ ਕਹਿੰਦੇ ਉਹ ਇਹੋ ਜਿਹਾ ਕਰਦੇ ਹੈ, ਮਤਲਬ ਇਹ ਗੱਲ ਮੈਨੂੰ ਗਾਂਹ ਵਾਲੀ ਗੱਲ ਦੱਸੂਗਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ। ਇਹ ਚੀਜ਼ਾਂ ਬਹੁਤ, ਇੱਕ ਆਪਣੇ ਮਿੱਤਰ ਨੇ ਉਹ ਪੁਰਾਣੇ ਪੱਤਰਕਾਰ ਨੇ, ਹਨਾ, ਆਪਣੇ ਤੋਂ ਤਾਂ ਵੱਡੇ ਨੇ, ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਹਿੰਦੇ ਵੀ ਇੱਕ ਵਾਰ ਨਾ ਵੀ ਮੇਰੇ ਫ੍ਰੈਕਚਰ ਹੋ ਗਿਆ ਬਾਂਹ ਦੇ ਉੱਤੇ, ਤੇ ਉਹ ਮਹੀਨਾ ਡੇਢ ਮਹੀਨਾ ਜੋ ਉਹਨਾਂ ਦਾ ਬਾਦਲ ਸਾਹਿਬ ਦਾ ਸੰਗਤ ਦਰਸ਼ਨ ਸੀ ਜਾਂ ਪ੍ਰੈਸ ਕਾਨਫਰੰਸਾਂ ਜੋ ਲੰਬੀ ਮੁਕਤਸਰ ਏਰੀਆ ਦੇ ਵਿੱਚ ਉਹ ਨਹੀਂ ਕਵਰ ਕਰਨ ਗਿਆ, ਤਾਂ ਉਹ 1.5 ਮਹੀਨੇ ਬਾਅਦ ਚਲਾ ਗਿਆ। ਉਹਦੇ ਸੱਟ ਲੱਗੀ ਵੀ ਸੀ, ਉਹਨੂੰ ਕਹਿੰਦੇ ਵੀ ਹਾਂ ਵੀ ਕਾਕਾ, ਉਹ ਪ੍ਰਸ਼ਨ ਵੀ ਥੋੜੇ ਜਿਹੇ ਕਸੂਤੇ ਪੁੱਛਦਾ ਹੁੰਦਾ ਸੀ ਬੰਦਾ, ਕਸੂਤਾ ਬੰਦਾ ਯਾਦ ਵੀ ਹੁੰਦਾ ਲੀਡਰ ਦੇ, ਹਨਾ। ਖਾਸ ਕਰਕੇ ਬਾਦਲ ਸਾਹਿਬ ਤਾਂ ਹਰ ਇੱਕ ਬੰਦੇ ਨੂੰ, ਲੰਬੀ ਏਰੀਏ ਦੇ ਤਾਂ ਹਰ ਇੱਕ ਬੰਦੇ ਨੂੰ ਯਾਦ ਰੱਖਦੇ ਸੀ, ਤੇ ਪੱਤਰਕਾਰਾਂ ਦੇ ਤਾਂ ਸਾਰਿਆਂ ਦੇ ਕਹਿੰਦੇ ਬਾਈ ਨੇਮ ਉਹਨਾਂ ਨੂੰ ਯਾਦ ਹੀ ਹੁੰਦੇ ਸੀ। ਤਾਂ ਉਹਨਾਂ ਨੇ ਪੁੱਛਿਆ ਵੀ ਕਾਕਾ ਤੂੰ ਕਿੱਥੇ, ਉਹ ਕਹਿੰਦਾ ਜੀ ਫ੍ਰੈਕਚਰ ਹੋ ਗਿਆ ਸੀ ਵੀ ਐਂ ਕਰਕੇ। ਉਹ ਕਹਿੰਦੇ ਵੀ ਫਿਰ ਅੱਜ ਤੂੰ ਕਿਉਂ ਆ ਗਿਆ ਵੀ ਤੂੰ ਰੈਸਟ ਕਰ ਲੈਂਦਾ। ਉਹ ਕਹਿੰਦਾ ਜੀ ਤੁਸੀਂ ਨੇੜੇ ਆਏ ਵੇ ਸੀਗੇ, ਹਨਾ, ਵੀ ਉਹਦੀ ਪ੍ਰੈਸ ਕਾਨਫਰੰਸ ਸੀ, ਹਨਾ। ਉਹ ਕਹਿੰਦਾ ਯਾਰ ਤੂੰ ਦੱਸ ਦਿੰਦਾ ਮਹੀਨਾ ਆਉਂਦਾ, ਮਹੀਨਾ ਪ੍ਰੈਸ ਕਾਨਫਰੰਸ ਰੱਖਦਾ, ਹਨਾ, ਜਾਂ ਮੈਂ ਤੁਹਾਡੇ ਘਰੇ ਆ ਜਾਂਦਾ। ਮਤਲਬ ਇਹੋ ਜਿਹੀਆਂ ਗੱਲਾਂ ਜਿਹੜੀਆਂ ਦਿਲ ਨੂੰ ਕਹਿਣ ਵਾਲੀਆਂ ਗੱਲਾਂ ਗੀਆਂ। ਤੇ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਲੰਬੀ ਏਰੀਏ ਦੇ, ਉਹਨਾਂ ਬਾਰੇ ਲੋਕਲ ਲੀਡਰ ਬਾਦਲ ਸਾਹਿਬ ਕੋਲੇ ਸ਼ਿਕਾਇਤਾਂ ਬਹੁਤ ਲੈ ਕੇ ਜਾਂਦੇ ਸੀ। ਕਿਸੇ ਦੀ ਕਹਿੰਦੇ ਕੁੰਡੀ ਫੜੀ ਜਾਣੀ ਕਾਲੀ ਲੀਡਰ ਦੀ, ਕਿਸੇ ਦਾ ਹੋਰ ਕੰਮ ਹੋ ਜਾਣਾ ਹੈ, ਤਾਂ ਉਹ ਪੱਤਰਕਾਰ ਨੇ ਖਬਰ ਲਾ ਦੇਣੀ ਵੀ ਆਹ ਦੇਖੋ ਵੀ ਕਾਲੀਆਂ ਦਾ ਫਲਾਨਾ ਲੀਡਰ, ਕਿਉਂਕਿ ਉਹ ਲੰਬੀ ਏਰੀਏ 'ਚ ਜਦੋਂ ਖਬਰ ਲੱਗਦੀ ਸੀ ਤੇ ਉਹ ਮੁੱਖ ਮੰਤਰੀ ਦੇ ਹਲਕੇ 'ਚ ਉਹ ਤਾਂ ਵੱਡੀ ਗੱਲ ਬਣਦੀ ਸੀ। ਤੇ ਉਹ ਬਾਦਲ ਸਾਹਿਬ ਕੋਲੇ ਸ਼ਿਕਾਇਤਾਂ ਲੈ ਕੇ ਜਾਂਦੇ ਵੀ ਆਹ ਪੱਤਰਕਾਰ ਨਾ ਤੰਗ ਕਰਦਾ, ਇਹ ਆਪਣੇ ਖਿਲਾਫ ਲਿਖਦਾ ਗਾ, ਇਹ ਖਿਲਾਫ ਬੋਲਦਾ। ਉਹ ਕਹਿੰਦੇ ਕਾਕਾ ਜੀ ਖਿਲਾਫ ਬੋਲਦਾ ਨਹੀਂ, ਇਹਨੂੰ ਪਿਆਰ ਨਾਲ ਹੀ ਆਪਾਂ ਲਿਆ ਸਕਦੇ ਹਾਂ ਆਪਦੇ ਨਾਲ, ਇਹ ਜਿਹੜੇ ਹਿਸਾਬ ਨਾਲ ਤੁਸੀਂ ਚੱਲਦੇ ਹੋ ਉਸ ਹਿਸਾਬ ਨਾਲ ਨਹੀਂ ਆਉਂਦੇ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਔਨ ਰਿਕਾਰਡ, ਸੁਨੀਲ ਜਾਖੜ ਹੋਰਾਂ ਨੇ ਕਿਹਾ ਵੀ ਜਿਹੜੇ ਅੱਜ ਦੇ ਲੀਡਰ ਆ ਉਹਨਾਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਬਾਦਲ ਸਾਹਿਬ ਤੋਂ। ਸੋ ਮੈਨੂੰ ਲੱਗਦਾ ਵੀ ਕਈ ਚੀਜ਼ਾਂ ਸਿੱਖਣ ਦੀ ਲੋੜ ਆ ਅੱਜ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਵੀ। ਹਾਂਜੀ ਹਾਂ, ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ। ਤੇ ਪਰ ਜਿਸ ਤਰੀਕੇ ਇੱਕ ਵਾਰ ਤੁਹਾਨੂੰ ਯਾਦ ਆ ਵਿਕਰਮ ਸਿੰਘ ਮਜੀਠੀਆ ਪਿੱਛੇ ਖੜੇ ਹੁੰਦੇ ਨੇ, ਤੇ ਆਪਣੇ ਡਾਕਟਰ ਚੀਮਾ ਵੀ ਖੜੇ ਹੁੰਦੇ ਨੇ, ਜਿਹੜੇ ਉਹਨਾਂ ਦੇ ਹਨਾ ਮੀਡੀਆ ਸਲਾਹਕਾਰ ਵੀ ਰਹੇ, ਹਨਾ, ਐਡਵਾਈਜ਼ਰ ਰਹੇ। ਤਾਂ ਉਦੋਂ ਕਹਿੰਦੇ ਨੇ ਵੀ ਅਸੀਂ ਤਾਂ ਇੰਨੇ ਸਾਲ ਜੇਲ੍ਹਾਂ ਕੱਟੀਆਂ, ਵੀ ਇਹਨਾਂ ਨੂੰ ਪੁੱਛੋ ਵੀ ਜੇਲ੍ਹਾਂ ਕੱਟੀਆਂ। ਮਤਲਬ ਉਹ ਉਹਨਾਂ ਦਾ ਇੱਕ ਵਿਅੰਗ ਦਾ ਤਰੀਕਾ ਸੀ। ਇਹਨਾਂ ਨੂੰ ਤਾਂ ਪੱਕਿਆ ਪਕਾਇਆ ਮਿਲ ਗਿਆ ਸਾਰਾ ਕੁਝ। ਹਾਂ, ਇਹਨਾਂ ਨੂੰ ਬਣਿਆ ਬਣਾਇਆ ਪੱਕਿਆ ਪਕਾਇਆ ਮਿਲ ਗਿਆ। ਤਾਂ ਇੱਕ ਕਹਿਣ ਦੀ ਗੱਲ ਵੀ ਸੀ ਤੇ ਉਹ ਸਿੱਖਣ ਵਾਲੀਆਂ ਗੱਲਾਂ ਵੀ ਸੀਗੀਆਂ, ਸਿੱਖਣ ਵਾਲੀਆਂ ਗੱਲਾਂ ਵੀ ਸੀ। ਤਾਂ ਉਹ ਕੋਈ ਮਤਲਬ ਬਹੁਤ ਸਾਰੇ ਲੋਕਾਂ ਨੇ ਉਹ ਗੱਲਾਂ ਮਜ਼ਾਕ ਦੇ ਤੌਰ ਦੇ ਵਿੱਚ ਜਾਂ ਇੱਦਾਂ ਲੈਣਾ। ਕਹਿੰਦੇ ਇੱਕ ਵਾਰ ਨਾ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਇਹ ਕਹਿਤਾ ਸੀਗਾ ਵੀ ਬਜ਼ੁਰਗ ਹੋ ਗਿਆ ਹੁਣ ਬਾਪੂ। ਤਾਂ ਅਗਲੇ ਦਿਨ ਕਹਿੰਦੇ ਬਾਪੂ ਦੀ ਸਟੇਟਮੈਂਟ ਇਹ ਆਈ ਸੀ ਬਾਪੂ ਬਾਦਲ ਦੀ ਵੀ ਘੁਲ ਕੇ ਦੇਖ ਲੈ ਬਾਪੂ ਨਾਲ, ਪਤਾ ਲੱਗ ਜੂ, 2 ਹੱਥ ਕਰਕੇ ਦੇਖ ਲੈ। ਮਤਲਬ ਇਹ ਵੀ ਚੀਜ਼ ਉਹਨਾਂ ਨੇ ਕਿਤੇ ਨਾ ਕਿਤੇ ਦਿਖਾਈ ਆ। ਹਾਲਾਂਕਿ ਇਹ ਜਿਹੇ ਬਿਆਨ, ਉਹ ਇਹ ਬਿਆਨ ਤਾਂ ਹੀ ਕਹਿੰਦੇ ਬਹੁਤ ਹਾਈਲਾਈਟ ਹੋਇਆ ਸੀ। ਮਤਲਬ ਇਹ ਗੱਲ ਜਿਹੜੀ 17 ਸਾਲ ਜੇਲ੍ਹ ਵਾਲੀ ਗੱਲ ਚੱਲਦੀ ਆ ਨਾ, ਵੀ 17 ਸਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜੇਲ੍ਹ ਕੱਟੀ, ਇਹ ਗੱਲ ਆਮ ਤੌਰ 'ਤੇ ਚੱਲਦੀ ਆ। ਪਰ ਇਹਦੇ ਬਾਰੇ ਵੀ ਜਿਵੇਂ ਮੈਂ ਕਹਾਂ ਵੀ ਘੋਖ ਪੜਤਾਲ ਜਿੰਨੀ ਕੁ ਮੈਂ ਕੀਤੀ ਆ, ਐਮਰਜੈਂਸੀ 'ਚ ਉਹਨਾਂ ਨੇ ਜੇਲ੍ਹ ਕੱਟੀ ਜਾਂ 92 ਦੇ ਨਜ਼ਦੀਕ ਉਹਨਾਂ ਨੇ ਜੇਲ੍ਹ ਕੱਟੀ। ਤੇ ਜਿਹੜੇ ਅੰਕੜੇ ਮੈਨੂੰ ਪ੍ਰਾਪਤ ਹੋਏ ਉਹ 18 ਕੁ ਮਹੀਨਿਆਂ ਦਾ ਵਕਫਾ ਮਿਲਦਾ। ਇਹ ਐਲੀਗੇਸ਼ਨ ਜਿਹੜੇ ਆ ਅਮਰਿੰਦਰ ਸਿੰਘ ਕੈਪਟਨ ਹੋਰਾਂ ਨੇ ਵੀ ਲਾਏ ਸੀਗੇ ਕਿ ਇਹ ਨਹੀਂ। ਤੇ 2014 ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ 'ਚ ਇਹ ਗੱਲ ਆਖੀ ਸੀ ਕਿ ਬਾਦਲ ਸਾਹਿਬ ਨੇ ਇੰਨਾ ਸਮਾਂ ਜਿਹੜੀ ਜੇਲ੍ਹ ਆ ਉਹ ਨਹੀਂ ਕੱਟੀ 17 ਸਾਲ, ਸਗੋਂ 18 ਮਹੀਨੇ ਦਾ ਜਿਹੜਾ ਵਕਫਾ ਜਿਹੜਾ ਐਮਰਜੈਂਸੀ 'ਚ ਬਣਦਾ ਕੁਛ ਸਮਾਂ। ਹਾਂ, ਉਹ ਕੁਛ ਰਿਕਾਰਡ ਵੀ ਦਿਖਾਇਆ ਸੀ, ਰਿਕਾਰਡ ਜਿਹੜਾ ਕਾਫੀ। ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਗਈਆਂ, ਜਾਂ ਪਰ ਉਹਨਾਂ ਦਾ ਜੇ ਪੋਲੀਟੀਕਲ ਆਪਾਂ ਕੈਰੀਅਰ ਸਾਰਾ ਦੇਖਦੇ ਹਾਂ, ਜਾਂ ਆਪਾਂ ਕਹਿ ਦਈਏ ਵੀ ਸਿੰਪਲ ਬੰਦਾ ਕਿੱਥੇ ਜਾ ਕੇ ਪੜੂ, ਵਿਕੀਪੀਡੀਆ ਤੇ ਜਾਂਦਾ ਗਾ ਜਾਂ ਕਿਤੇ ਜਿਹੜੀ ਸੌਖਾ ਸੋਰਸ ਆ, ਬਿਲਕੁਲ ਗੂਗਲ ਕਰਦੇ ਹੋ ਨਾ, ਤਾਂ ਉੱਥੇ ਇਹ ਗੱਲਾਂ ਨਹੀਂ ਸਾਹਮਣੇ ਉਸ ਹਿਸਾਬ ਨਾਲ ਨਹੀਂ ਸਾਹਮਣੇ ਆ ਰਹੀਆਂ ਨਹੀਂ ਹੈਗੀਆਂ। ਤਾਂ ਜੇ ਆਪਾਂ ਪੋਲੀਟੀਕਲ ਲੋਕਾਂ ਨੂੰ, ਜਿਵੇਂ ਤੁਸੀਂ ਸੰਪਰਕ ਕੀਤਾ ਗਾ, ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਆ, ਹਨਾ, ਤਾਂ ਉੱਥੇ 17 ਸਾਲ ਦਾ ਪੀਰੀਅਡ ਉਵੇਂ
ਕਿਵੇਂ ਕਿਤੇ ਖਾਸ ਕਰ ਨਹੀਂ ਸਾਹਮਣੇ ਆਉਂਦਾ। ਇੱਕ ਕਰੈਕਟਰ ਜਿਹੜਾ ਨਾ, ਇੱਕ ਕਰੈਕਟਰ ਬਹੁਤ ਅਹਿਮ ਹੈ ਪੂਰੀ ਸਟੋਰੀ ਦੇ ਵਿੱਚ। ਉਹ ਕਰੈਕਟਰ ਹੈ ਜਗਮੀਤ ਸਿੰਘ ਬਰਾੜ ਦਾ ਕਰੈਕਟਰ। ਕਿਉਂਕਿ 77 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਚੋਣ ਲੜਦੇ, ਉਹਨਾਂ ਦੇ ਖਿਲਾਫ ਜਗਮੀਤ ਸਿੰਘ ਬਰਾੜ ਲੜਦੇ ਆ ਜੀ। ਤੇ ਜਗਮੀਤ ਸਿੰਘ ਬਰਾੜ ਹੋਰਾਂ ਕੋਲ ਪਿਛਲੇ ਦਿਨ ਵੀ ਮੈਂ ਕੁਝ ਸਮਾਂ ਬੈਠਾ, ਮੈਨੂੰ ਬਹਿਣ ਦਾ ਮੌਕਾ ਮਿਲਿਆ ਕਿਸੇ ਪ੍ਰੋਗਰਾਮ ਦੇ ਵਿੱਚ, ਫੰਕਸ਼ਨ 'ਚ, ਤੇ ਉਹ ਕਹਿ ਰਹੇ ਸੀ, ਕਹਿੰਦੇ ਯਾਰ ਵੀ ਮੈਂ ਤਾਂ ਉਦੋਂ 23 ਸਾਲਾਂ ਦਾ ਸੀ, 25 ਸਾਲ ਦਾ ਵਿਅਕਤੀ ਚੋਣ ਲੜ ਸਕਦਾ। ਕਹਿੰਦੇ ਕਿਸੇ ਨੂੰ ਪਤਾ ਹੀ ਨਹੀਂ ਸੀ, ਨਹੀਂ ਤਾਂ ਕਹਿੰਦੇ ਮੇਰੇ ਖਿਲਾਫ ਵੀ ਕਾਰਵਾਈ ਹੋ ਸਕਦੀ ਸੀ। ਪਰ ਕਹਿੰਦੇ ਮੈਂ ਉਹ ਚੋਣ ਹਾਰ ਗਿਆ ਸੀ, ਪਰ ਬਾਦਲ ਸਾਹਿਬ ਤੋਂ ਕਹਿੰਦੇ ਮੈਂ ਬਹੁਤ ਕੁਝ ਸਿੱਖਿਆ। ਹਾਲਾਂਕਿ ਉਹ ਇਹ ਵੀ ਗੱਲਾਂ ਕਹਿੰਦੇ ਰਹੇ ਇੱਕ ਸਮੇਂ ਆ ਕੇ, ਹੈ ਨਾ, ਵੀ ਮੇਰੇ ਪਿਓ ਦੇ ਕਾਤਲ ਜਾਂ ਮੇਰੇ ਪਿਓ ਦੇ ਸਿਆਸੀ ਕਾਤਲ, ਹੈ ਨਾ, ਇਹ ਗੱਲਾਂ ਹੁੰਦੀਆਂ ਰਹੀਆਂ। ਕਿਉਂਕਿ ਜਿਹੜੀ 70 ਵਾਲੀ ਟਰਮ ਸੀ, ਰਾਜ ਮੰਤਰੀ ਵੀ ਰਹੇ ਗੁਰਮੀਤ ਸਿੰਘ ਬਰਾੜ, ਤੇ ਗੁਰਮੀਤ ਸਿੰਘ ਬਰਾੜ ਤੇ ਤੇਜਾ ਸਿੰਘ ਤੇ ਤਰਲੋਚਨ ਸਿੰਘ, ਇਹ ਬਾਦਲ ਸਾਹਿਬ ਹੋਰਾਂ ਦੇ, ਜਿਵੇਂ ਆਪਾਂ ਕਹਿ ਲਈਏ, ਚੁੰਡੀਆਂ ਵੀ ਵੱਢਦੇ ਰਹੇ, ਸਿਆਸੀ ਚੁੰਡੀਆਂ, ਜਿਹਦੇ ਕਰਕੇ ਕਿਤੇ ਨਾ ਕਿਤੇ ਮਨਾਉਣ 'ਚ ਵੀ ਬਹੁਤ ਸਮਾਂ ਜਿਹੜਾ ਲੱਗਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਰਕਾਰ ਨੂੰ 1 ਸਾਲ। ਅਕਸਰ ਹੀ ਉਹ ਕਹਿੰਦੇ ਲੀਡਰਾਂ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਬੰਦੇ ਟਿਕਣ ਨਹੀਂ ਦਿੰਦੇ, ਹਾਂ ਇਹ ਬੰਦੇ ਟਿਕਣ ਨਹੀਂ ਦਿੰਦੇ, ਇਹ ਗੱਲਾਂ ਹੁੰਦੀਆਂ ਰਹੀਆਂ ਗੀਆਂ। ਤੇ ਜਗਮੀਤ ਸਿੰਘ ਬਰਾੜ ਹੋਰਾਂ ਦੀ ਆਪਾਂ ਗੱਲ ਕਰ ਲਈਏ, 77 'ਚ ਵੀ ਇੱਕ ਚੈਲੰਜ ਸੀਗੇ, ਕਿਉਂਕਿ ਗੁਰਮੀਤ ਸਿੰਘ ਬਰਾੜ ਦੇ ਬੇਟੇ ਸੀ। ਤੇ 99 ਵਾਲੀ ਜਿਹੜੀ ਚੋਣ ਆ, ਜਦੋਂ ਸੁਖਬੀਰ ਸਿੰਘ ਬਾਦਲ ਬਤੌਰ MP ਜਿਹੜੀ ਚੋਣ ਲੜਦੇ ਆ, ਬਤੌਰ MP ਕੈਂਡੀਡੇਟ, ਫਰੀਦਕੋਟ ਹਲਕਾ, ਆਪਣਾ ਹੀ ਹਲਕਾ, ਹੈ ਨਾ, ਤੇ ਚੋਣ ਹਾਰਦੇ ਤੇ ਉਹ ਜਿਹੜੀ ਚੋਣ, ਕਿਉਂਕਿ ਜਿਹੜਾ ਪਾਰਲੀਮੈਂਟ ਜਿਹੜੀ ਚੋਣ ਹਾਰਨੀ, ਮੈਂ ਇੱਕ ਜਿਹੜੀ ਕਵਿਤਾ ਵੀ ਲਿਖੀ ਸੀ ਤੇ ਉਹ ਸਾਰੀ ਲੋਕ ਸਭਾ ਹਲਕੇ ਫਰੀਦਕੋਟ ਦੇ, ਉਹਦੇ ਵੀ ਵਿੱਚ ਮੈਂ ਲਿਖਿਆ ਸੀ, ਹੈ ਨਾ, ਵੀ ਵਿੱਚ ਸਰਕਾਰ ਦੇ ਪੁੱਤ CM ਦਾ ਪਾਰਲੀਮੈਂਟ ਹਰਾਇਆ ਸੀ। ਮਤਲਬ ਉਹ ਪਾਰਲੀਮੈਂਟ ਦੀ ਸੀਟ ਜਿਹੜੀ ਆ, ਬਤੌਰ ਮੁੱਖ ਮੰਤਰੀ ਦਾ ਪੁੱਤ ਹੋ ਕੇ ਚੋਣ ਲੜਨੀ, ਤੇ ਉਹ ਚੋਣ ਹਾਰ ਜਾਣੀ। ਖਾਸ ਕਰਕੇ ਸਰਕਾਰ ਦਾ, ਹੈ ਨਾ, ਸਰਕਾਰ ਦੇ ਵਿੱਚ CM ਹੋਣਾ ਤੁਹਾਡੇ ਬਾਪੂ ਦਾ, ਤੇ ਤੁਸੀਂ ਪਾਰਲੀਮੈਂਟ ਦੀ ਚੋਣ ਹਾਰ ਜਾਣੀ। ਕਿਉਂਕਿ ਇਹ ਐਲੀਗੇਸ਼ਨ ਲੱਗਦੇ ਆ। ਹੁਣ ਜਲੰਧਰ ਜਿਮਣੀ ਚੋਣ ਵੀ ਹੈ, ਇਹ ਵੀ ਐਲੀਗੇਸ਼ਨ ਲੱਗਦੇ ਵੀ ਹਾਂ, ਜਿਵੇਂ ਰਾਣਾ ਗੁਰਜੀਤ ਨੇ ਪਿਛਲੇ ਦਿਨੀ ਆਪਾਂ ਨੂੰ ਕਿਹਾ ਕਿ ਵੀ ਸਰਕਾਰ ਆਪਦੇ ਤੰਤਰ ਦਾ ਇਸਤੇਮਾਲ, ਹੈ ਨਾ, ਇਹ ਚੀਜ਼ਾਂ ਚੱਲਦੀਆਂ। ਤੇ ਜਦੋਂ ਸਰਕਾਰ ਆਪਦੀ ਹੋਵੇ, ਕੀ ਉਦੋਂ 99 ਦੇ ਵਿੱਚ ਤੰਤਰ ਦਾ ਇਸਤੇਮਾਲ ਨਾ ਹੋਇਆ ਹੋਊਗਾ? ਫਿਰ ਵੀ ਸੁਖਬੀਰ ਸਿੰਘ ਬਾਦਲ ਚੋਣ ਹਾਰੇ। ਉਦੋਂ ਤਾਂ ਜਿਹੜੀ ਰਾਜਨੀਤੀ ਜਾਂ ਪੋਲੀਟਿਕਸ ਸੀ, ਉਹ ਇੱਕ ਹੋਰ ਲੈਵਲ ਦੀ, ਹੋਰ ਤਰ੍ਹਾਂ ਦੀ ਸੀ। ਇੱਕ ਜਿਹੜਾ ਉਹ ਆਪਾਂ ਕਹਿ ਦਈਏ ਨਾ, ਵੀ ਜਿਵੇਂ ਹੁਣ ਤਾਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਵੀ ਇਹ ਕਮਜ਼ੋਰ ਸਰਕਾਰ ਆ, ਬਾਕੀ ਇਹ ਮਤਲਬ ਆਪਾਂ ਕਹਿ ਦਈਏ ਵੀ ਖੇਤਰੀ ਪਾਰਟੀ ਨਹੀਂ ਨਾ, ਇਹ ਕਿਤੇ ਨਾ ਕਿਤੇ ਨੈਸ਼ਨਲ ਪਾਰਟੀ ਵੀ ਉੱਤੋਂ ਦਿੱਲੀ ਤੋਂ ਚੱਲਦੀ ਆ, ਜਾਂ ਉਹ ਚੀਜ਼ ਹੋਰ ਆ। ਪਰ ਉਹ ਖੇਤਰੀ ਪਾਰਟੀ ਦਾ ਹੋਣਾ ਤੇ ਉਹਨਾਂ ਦਾ ਪਾਵਰ ਦਾ ਹੋਣਾ, ਉਦੋਂ ਇੱਕ ਐਕਸਟ੍ਰੀਮ ਲੈਵਲ ਦੀ ਪਾਵਰ ਤੇ ਇੱਕ ਚੜ੍ਹਦਾ ਸੂਰਜ ਸੀ ਉਦੋਂ, ਆਪਾਂ ਕਹਿ ਦਈਏ ਪ੍ਰਕਾਸ਼ ਸਿੰਘ ਬਾਦਲ। ਫਿਰ ਵੀ ਜਦੋਂ ਸੁਖਬੀਰ ਸਿੰਘ ਬਾਦਲ ਹਾਰਦੇ ਆ, ਤਾਂ ਉਹ ਕਿਤੇ ਨਾ ਕਿਤੇ ਜਗਮੀਤ ਬਰਾੜ ਵੀ ਇੱਕ ਵੱਡੇ ਲੀਡਰ ਦੇ ਰੂਪ 'ਚ ਉਸ ਸਮੇਂ ਉੱਭਰਦੇ ਆ। ਕਿਉਂਕਿ ਆਵਾਜ਼ੇ ਪੰਜਾਬ ਉਹਨਾਂ ਨੂੰ ਕਿਹਾ ਜਾਂਦਾ, ਜਾਂ ਜਿਸ ਤਰੀਕੇ ਦੇ ਨਾਲ ਉਹ ਵਿਚਰਦੇ ਨੇ, ਹੈ ਨਾ। ਸੋ ਬਾਅਦ ਦੇ ਵਿੱਚ ਅਕਾਲੀ ਦਲ ਦੇ ਵਿੱਚ ਵੀ ਆ ਗਏ ਸੀਗੇ ਉਹ, ਹੈ ਨਾ, ਲੰਮਾ ਸਮਾਂ। ਹੁਣ ਵੀ ਉਹਨਾਂ ਨੇ ਬਗਾਵਤ ਕੀਤੀ, ਫਿਰ ਉਹਨਾਂ ਨੂੰ ਬਾਹਰ ਜਦੋਂ ਰਸਤਾ ਵਿਖਾਇਆ ਗਿਆ ਪਾਰਟੀ ਤੋਂ, ਹੈ ਨਾ। ਸੋ ਇਹ ਸਾਰੀਆਂ ਗੱਲਾਂ ਨੇ। ਪਰ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਕਾਰਜਕਾਲ ਰਿਹਾ, 5 ਵਾਰ ਮੁੱਖ ਮੰਤਰੀ ਬਣਨਾ ਛੋਟੀ ਗੱਲ ਨਹੀਂ ਹੁੰਦੀ, ਤੇ 5 ਵਾਰ ਦਾ ਜਿਹੜਾ ਕਾਰਜਕਾਲ ਹੈ, ਇੱਕ ਖੇਤਰੀ ਪਾਰਟੀ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ, ਇਹ ਵੀ ਬਹੁਤ ਵੱਡੀ ਗੱਲ ਆ। ਇਹ ਵੀ ਉਹਨਾਂ ਦੇ ਹਿੱਸੇ ਆਇਆ, ਕਿਸੇ ਹੋਰ ਅਕਾਲੀ ਲੀਡਰ ਦੇ ਹਿੱਸੇ ਨਹੀਂ ਆਇਆ। ਦੂਸਰਾ, ਪੰਜਾਬ ਦੇ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਲਈਏ, ਹੋਰ ਚੀਜ਼ਾਂ, ਪਰ ਜਿਹੜੇ ਐਲੀਗੇਸ਼ਨ ਉਹਨਾਂ ਤੇ ਲੱਗੇ ਆ, ਉਹ ਵੀ ਵਾਜਬ ਨੇ, ਉਹ ਵੀ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਰਹਿਣਗੇ। ਜਿਹੜੇ ਕਾਲੇ ਪੰਨਿਆਂ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਿਖਿਆ ਗਿਆ, ਉਹ ਵੀ ਦਰਜ ਹੈ, ਤੇ ਜਿਹੜੇ ਸੁਨਹਿਰੀਆਂ ਤੇ ਲਿਖਿਆ ਗਿਆ, ਉਹ ਵੀ ਦਰਜ ਆ। ਖਾਸ ਕਰਕੇ ਆਪਾਂ ਇਹ ਜਿਹੜੀ ਸਾਰੀ ਗੱਲਬਾਤ ਕਰ ਰਹੇ ਹਾਂ ਨਾ, ਇਹਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਤੇ ਅਹਿਮ ਗੱਲ SGPC ਨੂੰ ਲੈ ਕੇ, ਵੀ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ, ਇਕੱਲੀ ਇਹ ਪੋਲੀਟਿਕਸ ਦੀ ਧਾਰਮਿਕ ਰਾਜਨੀਤੀ ਨੂੰ ਲੈ ਕੇ ਵੀ ਉਹ ਬਹੁਤ ਜ਼ਿਆਦਾ ਸੁਚੇਤ ਸੀਗੇ। ਤੇ ਇੱਕ ਉਹਨਾਂ ਬਾਰੇ ਖਾਸ ਗੱਲ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਆ ਵੀ ਉਹ ਟਾਈਮ ਦੇ ਬਹੁਤ ਪਾਬੰਦ ਸੀ। ਉਹ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਗਰਾਮ ਹੋਊ ਜਿੱਥੇ ਕਹਿੰਦੇ ਲੇਟ ਹੋਏ ਹੋਣੇ ਆ, 7 ਮਿੰਟ ਪਹਿਲਾਂ ਜਾਂ 10 ਮਿੰਟ ਪਹਿਲਾਂ। ਉਹਨਾਂ ਨੇ ਲਾਸਟ ਇੰਟਰਵਿਊ ਦੇ ਵਿੱਚ ਇੱਕ ਨੈਸ਼ਨਲ ਚੈਨਲ ਦੇ ਉੱਤੇ ਕਿਹਾ ਸੀਗਾ ਵੀ ਅਰਲੀ ਟੂ ਬੈੱਡ ਅਰਲੀ ਟੂ ਰਾਈਜ਼। ਉਹਨਾਂ ਦੀ ਜ਼ਿੰਦਗੀ ਦਾ ਇਹ ਫੰਡਾ ਰਿਹਾ। ਤੇ ਸਵੇਰੇ ਉੱਠ ਕੇ ਉਹਨਾਂ ਨੇ ਅਖਬਾਰ ਪੜ੍ਹਨੇ, ਵੱਡੇ ਜਿੰਨੇ ਵੀ 5-6 ਅਖਬਾਰ ਆ, ਜੋ ਮੇਨ ਖਬਰਾਂ, ਤਾਂ ਇਹ ਉਹਨਾਂ ਦਾ ਅੱਜ ਕੱਲ੍ਹ ਕੀ ਹੁੰਦਾ, ਇੱਕ ਆਪਣੇ ਪੱਤਰਕਾਰ ਆ, ਮੈਂ ਨਾਂ ਲਈ ਦਿੰਦਾ ਮੁੰਡਾ, ਪ੍ਰਤੀਕ ਮਾਲ, ਬਹੁਤ ਸੋਹਣਾ ਕੰਮ ਕਰਦਾ ਬਾਈ, HT ਦੇ ਵਿੱਚ ਕੰਮ ਕਰਦੇ। ਉਹ ਕਹਿੰਦੇ ਮੈਂ ਨਾ ਸਿਹਤ ਮੰਤਰੀ ਦੀ ਟੀਮ ਨੂੰ ਕਾਲ ਕੀਤੀ, ਕਿਸੇ ਮੁੱਦੇ ਦੇ ਉੱਤੇ ਕੋਈ ਬਿਆਨ ਲੈਣਾ ਸੀ, ਵਰਜਨ ਲੈਣਾ ਸੀ ਉਹਨਾਂ ਦਾ, ਵੀ ਹਾਂ ਵੀ ਉਹਦੇ ਕਿਸੇ ਮੁੱਦੇ ਦੇ ਉੱਤੇ। ਤੇ ਉਹਨਾਂ ਦੀ ਟੀਮ ਮੈਨੂੰ ਕਹਿੰਦੀ, ਹਾਂਜੀ ਤੁਸੀਂ ਆਪਦੀ ਡਿਟੇਲ ਭੇਜੋ, ਤੁਸੀਂ ਕਿਹੜੀ ਅਖਬਾਰ ਦੇ ਪੱਤਰਕਾਰ ਹੋ, ਕਿੱਥੋਂ ਤੁਸੀਂ। ਅੱਜ ਕੱਲ੍ਹ ਦੇ ਨੂੰ ਪੱਤਰਕਾਰ ਹੀ ਨਹੀਂ ਪਤਾ ਕੌਣ ਹੈ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਸਾਰੀਆਂ ਅਖਬਾਰਾਂ, ਇਹ ਵੀ ਪੁਰਾਣੇ ਲੀਡਰ ਹੀ ਪੜ੍ਹਦੇ। ਆਪਾਂ ਪੁਰਾਣੇ ਲੀਡਰਾਂ ਦੇ ਘਰੇ ਜਾਂਦੇ ਹਾਂ, ਪੁਰਾਣੇ ਆਗੂਆਂ ਦੇ, ਸਿਆਸੀ ਆਗੂਆਂ ਦੇ ਘਰੇ ਜਾਂਦੇ ਹਾਂ, ਹੈ ਨਾ। ਜਦੋਂ ਵੀ ਮੈਂ ਦੇਖਦਾ ਵੀ ਉਹਨਾਂ ਦੇ ਘਰੇ ਅਖਬਾਰਾਂ ਪਈਆਂ ਹੁੰਦੀਆਂ, ਉਹ ਪੜ੍ਹਦੇ ਹੁੰਦੇ ਆ, ਸਵੇਰੇ ਉੱਠ ਕੇ ਘੰਟਾ ਲਾਉਂਦੇ ਸਾਰੀਆਂ ਅਖਬਾਰਾਂ 'ਤੇ ਵੀ ਕਿਹੜੇ ਪੱਤਰਕਾਰ ਨੇ ਸਾਡੇ ਬਾਰੇ ਕੀ ਲਿਖਿਆ।
ਤੇ ਅੱਜ ਕੱਲ ਅਖਬਾਰ ਤਾਂ ਦੂਰ, ਮਤਲਬ ਚੈਨਲ ਇੰਨੇ ਨਹੀਂ, ਜ਼ਿਆਦਾ ਕਈ ਚੀਜ਼ਾਂ scroll ਸਿਆਸੀ ਕਰਨੇ ਤੌਰ ਦੇ ਔਖੇ ਹੋ ਉੱਤੇ, ਗਏ। ਰਾਜਨੀਤਿਕ ਤੌਰ ਦੇ ਉੱਤੇ, ਜਿਵੇਂ ਆਪ ਜੀ ਲਿਖ ਕੇ ਆਪਾਂ ਆਮ ਲੋਕ ਕਹਿੰਦੇ ਆ ਵੀ ਉਹ ਸਿਆਸਤ ਦੇ ਬਾਬਾ ਬੋੜ ਸੀ, ਉਹ ਹੈਗੇ ਵੀ ਸੀ। ਬਿਲਕੁਲ। ਲੰਬੀ ਹਲਕੇ ਦੇ ਕਹਿੰਦੇ ਚੌਕੀਦਾਰ ਤੋਂ ਲੈ ਕੇ ਨਾ ਸਰਪੰਚ ਤੱਕ ਦੇ ਨੰਬਰ ਉਹਨਾਂ ਦੇ ਫੋਨ ਦੇ ਵਿੱਚ ਹੁੰਦੇ ਸੀ ਤੇ ਉਹ ਆਪ ਫੋਨ ਚੱਕਦੇ ਸੀ। ਉਹਨਾਂ ਨੂੰ ਕੋਈ ਵੀ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਆ, 97 ਤੋਂ ਬਾਅਦ ਜਿਹੜੀ ਲੋਕਾਂ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣੀ, ਕਹਿੰਦੇ ਜਦੋਂ ਬਾਦਲ ਸਾਹਿਬ ਸੰਗਤ ਦਰਸ਼ਨ ਦੀ ਜੇ ਆਪਾਂ ਗੱਲ ਕਰਦੇ ਹਾਂ, ਲੋਕਾਂ ਦੇ ਵਿੱਚ ਵਿਚਰਦੇ ਨਾ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਵੀ ਅਹੁਦੇ ਵਾਲਾ ਬੰਦਾ ਹੁੰਦਾ ਸੀ ਉਹਨੂੰ ਕਹਿੰਦੇ ਸਰਪੰਚ ਸਾਹਿਬ, SDM ਸਾਹਿਬ, DC ਸਾਹਿਬ, ਕਹਿੰਦੇ ਲੋਕਾਂ ਦੇ ਵਿੱਚ ਉੱਥੋਂ ਪ੍ਰਚਲਿਤ ਹੋਇਆ ਸੀਗਾ ਵੀ ਐਂ ਕਹਿ ਕੇ ਬੁਲਾਉਣਾ ਹੁੰਦਾ ਅਫਸਰਾਂ ਨੂੰ। ਇਹ ਚੀਜ਼ ਵੀ ਹੈ, ਬਹੁਤ ਪੱਤਰਕਾਰ ਦੱਸਦੇ ਵੀ ਉੱਥੋਂ ਚੀਜ਼ਾਂ ਨਿਕਲੀਆਂ ਸੀਗੀਆਂ, ਮਾਲਵੇ ਦੇ ਲੋਕਾਂ ਨੂੰ ਉੱਥੋਂ ਚੀਜ਼ਾਂ ਸਮਝ ਆਈਆਂ ਸੀ। ਤੇ ਇੱਕ ਖਾਸ ਕਰਕੇ ਬਾਦਲ ਸਾਹਿਬ ਦਾ ਜਿਹੜਾ ਇੱਕ ਡ੍ਰੀਮ ਪ੍ਰੋਜੈਕਟ ਸੀ, ਹਾਲਾਂਕਿ ਉਹ ਸੁਖਬੀਰ ਸਿੰਘ ਬਾਦਲ ਦਾ ਨਾਮ ਆ ਕੇ ਜੁੜ ਜਾਂਦਾ ਵੀ ਸੁਖਬੀਰ ਸਿੰਘ, ਬਠਿੰਡੇ ਨੂੰ ਇੱਕ ਬਹੁਤ ਵਧੀਆ ਸ਼ਹਿਰ ਬਣਾਉਣਾ, ਉਹ ਵੀ ਕਿਤੇ ਨਾ ਕਿਤੇ ਬਾਦਲ ਸਾਹਿਬ ਦਾ, ਕਿਉਂਕਿ ਜਿਹੜੇ ਉਹ ਕਹਿੰਦੇ ਵੀ ਪੁਰਾਣੇ ਗਾਣਿਆਂ ਦੇ ਵਿੱਚ ਜਦੋਂ ਕਹਿੰਦੇ ਬਾਦਲ ਸਾਹਿਬ ਅਕਸਰ ਕਹਿੰਦੇ ਇਹ ਗੱਲ ਕਹਿ ਵੀ ਟਿੱਬਿਆਂ ਦਾ ਇਲਾਕਾ ਸਾਡਾ, ਤਾਂ ਉਹ ਚੀਜ਼ ਵੀ ਕਿਤੇ ਨਾ ਕਿਤੇ ਬਾਦਲ ਸਾਹਿਬ ਦੀ ਦੇਣ ਆ ਵੀ ਬਠਿੰਡੇ ਨੂੰ ਇਹ ਚੀਜ਼ ਬਣਾਉਣਾ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਪਾਸੇ ਸਹੀ ਆ। ਮੈਂ ਐਵੇਂ ਕਹਾਂ, ਜੇ ਮੈਂ 2 ਸਾਲ ਚੰਡੀਗੜ੍ਹ ਵਿੱਚ ਰਿਹਾ ਹਨਾ, ਹੁਣ ਵੀ ਕਈ ਜਿਹੜੀ ਅਫਸਰਸ਼ਾਹੀ ਜਿਨ੍ਹਾਂ ਨਾਲ ਆਪਣਾ ਹੈਗਾ ਹਨਾ, ਬੜੇ ਜਿਹੜੇ ਪੁਰਾਣੇ ਅਫਸਰ ਆ ਉਹ 97 ਵਾਲੀ ਗੌਰਮੈਂਟ ਦੇ ਸੈੱਟ ਹੋਏ ਵੇ ਬਹੁਤ ਜ਼ਿਆਦੇ, ਜਿਹੜੇ 97 ਵਾਲੀ ਗੌਰਮੈਂਟ ਦੇ ਵਿੱਚ ਚੰਡੀਗੜ੍ਹ ਜਾ ਕੇ ਵਸੇ, ਖਾਸ ਕਰ ਜਿਹੜਾ ਮਾਲਵਾ ਏਰੀਆ ਨਾ, ਤੁਹਾਨੂੰ ਚੰਡੀਗੜ੍ਹ ਦੇ ਵਿੱਚ ਬਠਿੰਡਾ, ਮੁਕਤਸਰ, ਫਰੀਦਕੋਟ ਜ਼ਿਆਦਾ ਮਿਲੂਗਾ। ਬਿਲਕੁਲ। ਬਾਅਦ ਚ ਮਲੋਟ ਬੋਰ ਦੀ ਵਾਰੀ ਆਉਂਦੀ ਹੈ। ਖਾਸ ਕਰ ਮਾਲਵਾ ਖਿੱਤਾ ਚੰਡੀਗੜ੍ਹ 'ਚ ਜ਼ਿਆਦਾ ਬੈਠਾ ਹੈ, ਚੰਡੀਗੜ੍ਹ ਜ਼ਿਆਦਾ ਵਸੂਆਂ, ਉਹ ਵੀ ਕਿਤੇ ਨਾ ਕਿਤੇ ਬਾਦਲਾਂ ਕਰਕੇ ਹੀ ਹੈ ਜੇ ਮੈਂ ਕਹਾਂ, ਕਿਉਂਕਿ ਉਹਨਾਂ ਸਮਿਆਂ 'ਚ 97 ਵਾਲੀ ਸਰਕਾਰ 'ਚ ਬਹੁਤ ਜ਼ਿਆਦਾ ਵਸੋਂ ਜਿਹੜੀ ਆ ਉਧਰ ਨੂੰ ਗਈ, ਬਹੁਤ ਜਿਹੜੇ ਆ ਅਫਸਰ ਭਰਤੀ ਹੋਏ। ਕੱਲ ਵੀ ਤੁਸੀਂ ਦੇਖਿਆ ਹੋਣਾ, ਪਰਸੋਂ 28 ਸੈਕਟਰ ਦੇ ਵਿੱਚ ਵੀ ਦਫ਼ਤਰ ਦੇ ਵਿੱਚ ਜਿਹੜੇ ਪੁਰਾਣੇ ਜਿਹੜੇ ਅਫਸਰ ਉਹਨਾਂ ਵੇਲਿਆਂ ਦੇ ਭਰਤੀ ਹੋਏ ਵੇ, ਉਹ ਸਾਰੇ ਹੀ ਉੱਥੇ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸੀਗੇ। ਤੇ ਜਿਹੜੀ ਆਪਾਂ ਗੱਲ ਕੀਤੀ ਆ ਬਾਬੇ ਬੋੜ ਵਾਲੀ, ਇੱਕ ਗੱਲ ਆਮ ਤੌਰ ਤੇ ਕਹੀ ਜਾਂਦੀ ਆ ਵੀ ਬੋੜ ਦੀ ਛਾਵੇਂ ਬੋੜ ਨਹੀਂ ਉੱਗਦਾ, ਤੇ ਬੋੜ ਦੀ ਛਾਵੇਂ ਬੋੜ ਉੱਗੂਗਾ ਜਾਂ ਨਹੀਂ ਉੱਗੂਗਾ, ਇਹ ਵੀ ਬਹੁਤ ਵੱਡਾ ਸਵਾਲ। ਇਹ ਤਾਂ ਹਜੇ ਵਕਤ ਦੇ ਆਪਾਂ ਕਹਿ ਦਈਏ ਗਰਭ ਦੇ ਵਿੱਚ ਗੱਲਾਂ ਪੰਨਾਂਗੀਆਂ। ਸੁਖਬੀਰ ਸਿੰਘ ਬਾਦਲ ਦੇ ਲਈ ਆਪਾਂ ਇਹਦੇ ਤੇ ਮੈਨੂੰ ਲੱਗਦਾ ਅਖੀਰਲੇ 10 ਮਿੰਟ ਜ਼ਰੂਰ ਲਾਵਾਂਗੇ ਵੀ ਰਾਜਨੀਤੀ ਬਾਰੇ, ਪਰ ਮੈਂ ਇੱਥੇ ਇੱਕ ਜ਼ਰੂਰ ਗੱਲ ਕਰੂੰਗਾ ਵੀ ਬਹੁਤ ਲੋਕ ਨਾ, ਜਿਵੇਂ ਬਾਦਲ ਸਾਹਿਬ ਬਾਰੇ ਅਕਸਰ ਵੀ ਉਹ ਘੋੜੀ ਤੇ ਪੜ੍ਹਨ ਜਾਇਆ ਕਰਦੇ ਸੀਗੇ, ਘਰੋਂ ਪਹਿਲਾਂ ਹੀ ਬਹੁਤ ਠੀਕ ਸੀਗੇ, ਸਾਰਾ ਕੁਝ ਵਧੀਆ ਸੀ। ਉਹਨਾਂ ਦੇ ਬਾਪੂ ਜੀ ਸਰਪੰਚ ਰਹੇ ਆ ਹਨਾ ਪਹਿਲਾਂ, ਲਾਹੌਰ ਤੋਂ ਪੜ੍ਹੇ, ਉਹਨਾਂ ਦੇ ਬਾਪੂ ਰਘੂ ਰਾਜ, ਇਹਨਾਂ ਦੇ ਨਾਮ ਤੇ ਹੁਣ ਬੱਸ ਵੀ ਚੱਲਦੀ ਆ ਹਨਾ, ਤੇ ਲਾਹੌਰ ਤੋਂ ਪੜ੍ਹੇ ਨੇ, ਮਤਲਬ ਲਾਅ ਵੀ ਕਹਿੰਦੇ ਬਾਦਲ ਸਾਹਿਬ ਨੇ ਕੀਤਾ ਹੋਇਆ ਸੀ। ਬਹੁਤ ਸਾਰੀਆਂ ਗੱਲਾਂ ਜੁੜਦੀਆਂ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਉਣਾ, ਉਹ ਵਾਕਿਆ ਦੇ ਵਿੱਚ ਸਿਆਸਤ ਦੇ ਬਾਬਾ ਬੋੜ ਸੀ। ਅੱਜ ਵੀ ਜੇ ਆਪਾਂ ਗੱਲ ਕਰ ਦਈਏ, ਹੁਣ ਉਹਨਾਂ ਦਾ ਸੰਸਕਾਰ ਹੋਇਆ, ਅੱਜ ਫੁੱਲ ਚੁਗੇ ਗਏ ਆ ਹਨਾ, ਤਾਂ ਅੱਜ ਵੀ ਜਿਹੜੇ ਵੱਡੇ ਅਖਬਾਰਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਡੇ ਜਿਹੜੇ ਲੇਖ ਛਪੇ ਆ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ, ਇਕੱਲਾ ਨਹੀਂ ਵੀ ਹਿੰਦੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ, ਹੋਰ ਵੀ ਸੂਬਿਆਂ ਦੀਆਂ ਜਿਹੜੀਆਂ ਭਾਸ਼ਾਵਾਂ, ਰਾਜ ਭਾਸ਼ਾਵਾਂ ਦੇ ਵਿੱਚ ਜਿਹੜੇ ਲੇਖ ਲਿਖੇ ਗਏ ਆ, ਉਹ ਤਾਂ ਹੀ ਲਿਖੇ ਗਏ ਆ। ਇੱਕ ਤਾਂ ਉਹ ਇਕੱਲੇ ਦੇਸ਼ ਦੇ ਅਜਿਹੇ ਵਿਅਕਤੀ ਸੀ ਜਿਹੜੇ 5 ਵਾਰ ਮੁੱਖ ਮੰਤਰੀ ਰਹੇ, ਤੇ ਬਾਕੀ ਉਹਨਾਂ ਦੇ ਨਾਲ ਜਿਹੜੀ ਸਿਆਸਤ ਸੀ ਜਾਂ ਕਿਸਾਨੀ ਨੂੰ ਲੈ ਕੇ ਜਿਹੜਾ ਉਹਨਾਂ ਦਾ ਇੱਕ ਬਣਿਆ ਵਾ ਸੀ ਨਾ ਸਿੰਬਲ, ਉਹ ਬਹੁਤ ਉਹਨਾਂ ਨੂੰ ਅਗਾਂਹ ਵਧੂ ਲੀਡਰ ਜਿਹੜਾ ਇੱਕ ਬਣਾਉਂਦਾ ਸੀ। ਤੇ ਦੂਸਰੀ ਗੱਲ ਜਿਹੜੀ ਉਹਨਾਂ ਬਾਰੇ ਸਾਰੇ ਕਹਿੰਦੇ ਆ, ਠਰਮਾ, ਹਲੀਮੀ, ਇਹ ਜਿਹੜੀਆਂ ਚੀਜ਼ਾਂ ਗੀਆਂ, ਠਰਮਾ ਤੇ ਹਲੀਮੀ, ਬਹੁਤ ਵੱਡੀ ਗੱਲ ਆ। ਨਿਮਰਤਾ ਉਹਨਾਂ ਦੇ ਸੁਭਾਅ ਦੇ ਵਿੱਚ ਸੀਗੀ, ਗੱਲ ਟਾਲਣ ਦਾ ਤਰੀਕਾ ਜਾਂ ਗੱਲ ਉਹ ਕਹਿਣ ਦਾ ਤਰੀਕਾ। ਇੱਕ ਰਤਨ, ਜਿਵੇਂ ਤੁਸੀਂ ਗੱਲ ਕੀਤੀ ਨਾ, ਆਪਾਂ ਸਟਾਰਟਿੰਗ 'ਚ ਗੱਲ ਕੀਤੀ, ਕਮੈਂਟਸ ਦੀ ਗੱਲ ਕੀਤੀ ਜੀ, ਮੈਂ ਪੋਸਟ ਪਾਤੀ ਵੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਹੋਇਆ ਦੇਹਾਂਤ, ਉਹ ਮੈਂ ਜੀ ਪਾਤਾ। ਸਤਿਕਾਰਤ ਨੇ, ਸਾਡੇ ਲਈ ਵੱਡੇ ਨੇ, 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਹਨਾ, ਸਾਡੇ ਬਜ਼ੁਰਗ ਨੇ, ਸਾਨੂੰ ਸਤਿਕਾਰ ਕਰਨਾ ਚਾਹੀਦਾ। ਸਾਡੀ ਜੇ ਕਹਿ ਲਈਏ ਪੰਜਾਬ ਦੀ ਪਾਰਟੀ ਦੇ, ਖੇਤਰੀ ਪਾਰਟੀ ਪੰਜਾਬ ਦੀ, ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਵੀ ਜੇਲ੍ਹਾਂ ਕੱਟੀਆਂ, ਜਿਹੜੇ ਸਾਡੇ ਵੱਡ ਵਡੇਰੇ ਸੀਗੇ ਉਹਨਾਂ ਨੇ ਵੀ ਮੋਰਚਿਆਂ 'ਚ। ਬਾਕੀ ਉਹੀ ਹੈ ਨਾ, ਜਿਹੜੀ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ, ਆਪਾਂ ਸਪੈਸ਼ਲ ਐਪੀਸੋਡ ਵੀ ਕਰਨਾ ਹੈ ਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਵੀ, ਇਹ ਤਿੰਨੇ ਸ਼ਬਦਾਂ ਦਾ ਅਲੱਗ-ਅਲੱਗ ਮਤਲਬ ਆ। ਠੀਕ ਆ, ਉਹ ਪਰਿਵਾਰਵਾਦ ਆ ਕੇ ਨਾਲ ਜੁੜਿਆ ਹੋਵੇ ਹੋਇਆ, ਤਾਂ ਸਾਨੂੰ ਬਹੁਤ ਸਾਰੇ ਚੀਜ਼ ਜਦੋਂ ਲੋਕ ਆਪਾਂ ਇਹਨੂੰ ਐਂ ਕੱਢਦੇ ਆ ਨਾ, ਸਾਰੀਆਂ ਚੀਜ਼ਾਂ ਤੇ ਛਾਨਣਾ ਲਾਉਣੇ ਆ, ਤਾਂ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਗੀਆਂ ਵੀ ਜਿਹੇ ਜਾਂ ਉਹਨਾਂ ਨੇ ਕੀਤਾ ਸੀ, ਜੇ ਕੁਝ ਗਲਤੀਆਂ ਕੀਤੀਆਂ ਸੀ ਤਾਂ ਉਹਨਾਂ ਨੇ ਉਹ ਭੋਗਿਆ ਵੀ ਆ, ਇਹ ਚੀਜ਼ਾਂ ਵੀ ਰਹਿਣਗੀਆਂ। ਤਾਂ ਇਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਮੈਂਟ ਹੁੰਦੇ ਨੇ ਜਾਂ ਹੋਰ ਚੀਜ਼ਾਂ ਹੁੰਦੀਆਂ, ਕਈ ਲੋਕਾਂ ਨੂੰ ਨਹੀਂ ਪਤਾ। ਲੋਕ ਜਿਸ ਤਰੀਕੇ ਦੇ ਨਾਲ ਥੱਲੇ ਕਮੈਂਟ ਹਨਾ ਸਾਰਿਆਂ ਦੇ ਆਏ ਹਨਾ, ਜਾਂ ਮੈਂ ਉਸ ਤਰੀਕੇ ਨੂੰ ਜਿਵੇਂ ਦੇਖਿਆ, ਵਾਚਿਆ, ਮਤਲਬ ਮੈਨੂੰ ਲੱਗਦਾ ਵੀ ਐਦਾਂ ਨਹੀਂ ਹੋਣਾ ਚਾਹੀਦਾ ਹੈਗਾ ਜਦੋਂ ਕੋਈ ਜਹਾਨ 'ਚੋਂ ਚਲਿਆ ਜਾਂਦਾ। ਬੇਸ਼ੱਕ ਜਿਵੇਂ ਆਪਾਂ ਗੱਲ ਕੀਤੀ ਆ, ਜਿਵੇਂ ਬਾਦਲਾਂ ਦੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਸਿੰਥੈਟਿਕ ਡਰੱਗ ਜ਼ੋਰਾਂ ਤੇ ਸੀ, ਬਾਅਦ ਦੇ ਵਿੱਚ ਵੀ ਹੋਇਆ, ਹੁਣ ਵੀ ਹੈਗਾ, ਮਤਲਬ ਉਦੋਂ ਜ਼ੋਰਾਂ ਤੇ ਹੋਇਆ ਜਾਂ ਇਹ ਚੀਜ਼ਾਂ ਹੋਈਆਂ, ਜਾਂ ਜੋ
ਘਟਨਾਵਾਂ ਵਾਪਰੀਆਂ, ਮੋਗਾ ਬੱਸ ਕਾਂਡ ਵਾਪਰਿਆ, ਇੱਕ ਲੜਕੀ ਦੀ ਮੌਤ ਹੋਈ, ਜਾਂ ਹੋਰ ਘਟਨਾਵਾਂ ਬਾਦਲਾਂ ਦੇ ਰਾਜ 'ਚ ਵਾਪਰੀਆਂ, ਬੇਅਦਬੀ ਬਾਦਲਾਂ ਦੇ ਰਾਜ 'ਚ ਵਾਪਰੀਆਂ, ਗੋਲੀ ਕਾਂਡ ਹੋਇਆ, ਕੋਈ ਐਲੀਗੇਸ਼ਨ ਲੱਗਦੇ ਆ ਜਾਂ ਉਹਨਾਂ 'ਚ ਬਾਦਲ ਘਿਰਦੇ ਆਏ ਨੇ। ਤੇ ਮੈਨੂੰ ਲੱਗਦਾ ਵੀ ਉੱਥੇ ਇੱਕ ਵੱਖਰੀ ਗੱਲ ਆ। ਪਰ ਸ਼੍ਰੋਮਣੀ, ਜਿਵੇਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਸੀ, ਕਦੋਂ ਬੰਦਿਆਂ ਨੂੰ ਖੋਰਾ ਲਾਉਂਦੇ ਆਪਾਂ, ਸੰਸਥਾਵਾਂ ਨੂੰ ਖੋਰਾ ਲਾ ਕੇ ਸਾਨੂੰ ਪਤਾ ਨਹੀਂ ਲੱਗਦਾ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਹ ਪੰਜਾਬ ਦੇ ਬਜ਼ੁਰਗਾਂ ਦੇ ਲਹੂ ਨਾਲ ਸਿੰਜੀਆਂ ਹੋਈਆਂ ਸੰਸਥਾਵਾਂ ਨੇ, ਇਹ ਬਾਦਲਾਂ ਦੀਆਂ ਨਹੀਂ ਗੀਆਂ। ਜਿਵੇਂ ਇਹ ਗੱਲ ਵੱਖ-ਵੱਖ ਅਕਾਲੀ ਲੀਡਰ ਵੀ ਕਹਿੰਦੇ ਰਹੇ ਆ ਵੀ ਅਕਾਲੀ ਦਲ ਬਾਦਲਾਂ ਦਾ ਥੋੜ੍ਹੀ ਆ। ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਕਿਹਾ ਵੀ ਸਾਡੇ ਘਰ ਦੀ ਪਾਰਟੀ ਨਹੀਂ। ਚਲੋ ਉਹ ਠੀਕ ਹੈ, ਹੁਣ ਜਾ ਕੇ ਕਈ ਚੀਜ਼ਾਂ ਰਿਲਾਈਜ਼ ਹੋ ਰਹੀਆਂ ਜਾਂ ਸਟੇਜਾਂ ਦੇ ਉੱਤੇ, ਹਾਲਾਂਕਿ ਇਹ ਚੀਜ਼ਾਂ ਪਹਿਲਾਂ ਆਉਣੀਆਂ ਚਾਹੀਦੀਆਂ ਸੀ। ਆਪਾਂ ਉਹੀ ਗੱਲ ਵਧਾਂਗੇ ਵੀ ਜਿਵੇਂ ਤੁਸੀਂ ਕਿਹਾ ਵੀ ਬੋਰਡ ਦੀ ਸ਼ਾਮੇ ਬੋਰਡ ਨਹੀਂ ਉਗਦਾ, ਤਾਂ ਕੀ ਹੁਣ ਸੁਖਬੀਰ ਸਿੰਘ ਬਾਦਲ ਇੱਥੋਂ, ਹਾਲਾਂਕਿ ਇਹ ਗੱਲ ਕਰਨੀ ਹਜੇ ਆਪਣੇ ਲਈ ਮੈਨੂੰ ਲੱਗਦਾ ਵਾਜਬ ਨਹੀਂ, ਪਰ ਆਪਾਂ ਜੇ ਸਿਆਸੀ ਤੌਰ ਦੇ ਉੱਤੇ ਦੇਖੀਏ ਗੱਲ, ਆਪਾਂ ਰੋਕ ਵੀ ਨਹੀਂ ਸਕਦੇ, ਕਿਉਂਕਿ ਪੋਲੀਟੀਕਲ ਤੌਰ ਦੇ ਉੱਤੇ ਮਹੀਨੇ 2 ਮਹੀਨੇ 3 ਮਹੀਨਿਆਂ ਨੂੰ ਇਹ ਗੱਲਾਂ ਵੱਡੇ ਚੈਲੰਜ ਤੇ ਬਹੁਤ ਜਿਹੜੀ ਇੰਟਰਨਲ ਪੋਲੀਟਿਕਸ ਹੈ ਨਾ, ਜਿਹੜੀ ਪਰਿਵਾਰ ਦੀ ਪੋਲੀਟਿਕਸ ਹੈ, ਉਹ ਬਹੁਤ ਜਾਣੇ ਕਹਿੰਦੇ ਆ ਪਰਿਵਾਰ ਦੀ ਆਪਸੀ ਪੋਲੀਟਿਕਸ 'ਚ ਵੀ ਬਹੁਤ ਖਿੱਚੋਤਾਣ ਹੈ। ਮਨਪ੍ਰੀਤ ਬਾਦਲ ਨੂੰ ਖੁਦ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ, ਮਨਪ੍ਰੀਤ ਬਾਦਲ ਅਲੱਗ ਹੋ ਗਏ, ਆਪਣੀ ਸੀਟ ਦਿੱਤੀ, ਗਿੱਦੜਬਾਹਾ ਆਪਣੀ ਸੀਟ ਦਿੱਤੀ ਹੈ ਨਾ, ਆਪਦੇ ਮਤਲਬ ਪੁੱਤਾਂ ਵਾਂਗੂ ਰੱਖਿਆ ਹੈ ਨਾ, ਜਿਵੇਂ ਸਾਰਾ। ਬਾਅਦ ਦੇ ਵਿੱਚ ਮਨਪ੍ਰੀਤ ਬਾਦਲ ਚਲੋ ਖਫਾ ਹੋਏ ਕਿ ਮੈਂ ਡਿਪਟੀ ਸੀਐਮ ਦਾ ਅਹੁਦੇਦਾਰ ਸੀ, ਮੈਨੂੰ ਨਹੀਂ ਬਣਾਇਆ ਗਿਆ। ਇਹ ਗੱਲਾਂ ਹੋਈਆਂ ਵਿਦਨ ਪਾਰਟੀ ਹੋਈਆਂ ਜਾਂ ਵਿਦਨ ਫੈਮਿਲੀ ਅੰਦਰ ਦੀਆਂ ਜਿਹੜੀਆਂ ਇਹ ਗੱਲਾਂ ਹੋਈਆਂ, ਬੇਸ਼ੱਕ ਬਾਹਰ ਘੱਟ ਆਈਆਂ ਇਹ ਗੱਲਾਂ, ਪਰ ਮਨਪ੍ਰੀਤ ਸਿੰਘ ਬਾਦਲ ਵੀ ਪ੍ਰਕਾਸ਼ ਸਿੰਘ ਬਾਦਲ ਵਾਂਗੂ ਬੋਲਦੇ ਨਹੀਂਗੇ। ਮਨਪ੍ਰੀਤ ਸਿੰਘ ਬਾਦਲ ਵੀ ਪ੍ਰਕਾਸ਼ ਸਿੰਘ ਬਾਦਲ ਵਾਂਗੂ ਦਿਲ ਦੀ ਗੱਲ ਦਿਲ 'ਚ ਹੀ ਰੱਖਦੇ ਆ। ਚੁੱਪ ਦੀ ਰਾਜਨੀਤੀ ਆਪਣੇ ਜਿਹੜੇ ਬਜ਼ੁਰਗਾਂ ਤੋਂ ਹੀ ਸਿੱਖੇ ਨੇ, ਉਹ ਵੀ ਆਪਣੇ ਤਾਇਆ ਜੀ ਤੋਂ ਹੀ ਸਿੱਖੇ ਨੇ ਵੀ ਕਿਵੇਂ ਕਰਨੀ ਆ ਉਹਨਾਂ। ਜਿਵੇਂ ਹੁਣ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਅਸਲੀ ਸਿਆਸਤ ਸੁਖਬੀਰ ਸਿੰਘ ਬਾਦਲ ਦੀ ਜਾਂ ਉਹਨਾਂ ਦੀ ਜ਼ਿੰਦਗੀ ਦੀ ਰਾਜਨੀਤਿਕ ਜਿਹੜੀ ਛਲਾਂਗ ਆ ਉਹ ਇੱਥੋਂ ਵੱਜਣੀਆਂ ਸ਼ੁਰੂ ਹੋਣੀਆਂ ਗੀਆਂ। ਹੁਣ ਕੀ ਹੁੰਦਾ ਗਾ, ਕਿਉਂਕਿ ਬਹੁਤ ਸਾਰੇ ਲੀਡਰ ਨੇ, ਬਹੁਤ ਸਾਰੀਆਂ ਚੀਜ਼ਾਂ ਆਈਆਂ ਜਿਹੜੀਆਂ ਸਾਹਮਣੇ ਆਉਣ ਵਾਲੀਆਂ ਗੀਆਂ। ਜਿਵੇਂ ਰਤਨ, ਇਹ ਜਿਹੜੀ ਗੱਲ ਤੁਹਾਡੀ ਗੱਲ ਵਿੱਚ, ਜਿਵੇਂ ਆਪਾਂ ਕਿਹਾ ਵੀ ਬੋਰਡ ਦੀ ਛਾਵੇਂ ਬੋਰਡ ਨਹੀਂ ਉਗਦਾ ਜੀ, ਪਰ ਕਈ ਵਾਰੀ ਇਹ ਹੁੰਦਾ ਬੋਰਡ ਦੀਆਂ ਸ਼ਾਖਾਵਾਂ ਬੋਰਡ ਬਣ ਜਾਂਦੀਆਂ ਜੀ। ਬੋਰਡ ਕੰਧਾਂ 'ਚੋਂ ਵੀ ਉੱਗ ਪੈਂਦਾ, ਬੋਰਡ ਦੀਆਂ ਸ਼ਾਖਾਵਾਂ ਬੋਰਡ ਬਣ ਜਾਂਦੀਆਂ। ਹੁਣ ਬੋਰਡ ਦੀਆਂ ਸ਼ਾਖਾਵਾਂ ਮਾਝੇ ਵੱਲ ਜਾਣਗੀਆਂ ਜਾਂ ਬੋਰਡ ਦੀਆਂ ਸ਼ਾਖਾਵਾਂ ਦੁਆਬੇ ਵੱਲ ਜਾਣਗੀਆਂ, ਬੋਰਡ ਦੀਆਂ ਸ਼ਾਖਾਵਾਂ ਕਿੱਧਰ ਜਾਣਗੀਆਂ ਇਹ ਵਕਤ ਦੱਸੂਗਾ। ਕਿਉਂਕਿ ਸਾਰੇ ਉਹਨਾਂ ਨੂੰ ਐਜ਼ ਆ ਮਤਲਬ ਇੱਕ ਲੀਡਰ ਦੇ ਤੌਰ 'ਤੇ, ਇੱਕ ਪਰਿਵਾਰਕ ਬਜ਼ੁਰਗ ਦੇ ਤੌਰ 'ਤੇ ਉਸ ਹਿਸਾਬ ਦੇ ਨਾਲ ਦੇਖਦੇ ਸੀ। ਪਰ ਦੂਜੇ ਪਾਸੇ ਜੇ ਆਪਾਂ ਗੱਲ ਨੂੰ ਸਮਾਪਤੀ ਵੱਲ ਹੀ ਲੈ ਕੇ ਜਾਵਾਂਗੇ, ਜੇ ਕਮੈਂਟਾਂ ਦੀ ਗੱਲ 'ਤੇ ਆਉਣੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ 'ਤੇ ਆਉਣੇ ਆ, ਤਾਂ ਕਿਤੇ ਨਾ ਕਿਤੇ ਹੁਣ ਤੁਸੀਂ ਨੈਸ਼ਨਲ ਪਾਰਟੀ ਆ ਕਾਂਗਰਸ। ਹੁਣ ਜਿਮਨੀ ਚੋਣ ਦੀ ਵੀ ਆਪਾਂ ਜੇ ਗੱਲ ਕਰ ਲਈਏ, ਜਿਮਨੀ ਚੋਣ ਦੀ ਜੇ ਆਪਾਂ ਗੱਲ ਕਰਦੇ ਹਾਂ, ਜਿਮਨੀ ਚੋਣ ਕਾਂਗਰਸ ਵੀ ਲੜ ਰਹੀ ਆ, ਪਰ ਉਹਨਾਂ ਨੇ ਇੱਕ ਦਿਨ ਦੇ ਆਪਦੇ ਸਾਰੇ ਪ੍ਰੋਗਰਾਮ ਬੰਦ ਕੀਤੇ। ਉਹ ਤਾਂ ਹੀ ਕੀਤੇ ਆ, ਉਹ ਇੱਕ ਰਿਸਪੈਕਟ ਆ ਬਹੁਤ ਵੱਡੇ ਲੀਡਰ ਨੂੰ। ਰਾਜਨੀਤੀ ਦੇ ਤੌਰ 'ਤੇ ਦੇਖੋ, ਪ੍ਰਕਾਸ਼ ਸਿੰਘ ਬਾਦਲ ਦਾ ਇਤਿਹਾਸ ਇਹ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਗਾ। ਬਹੁਤ ਸਾਰੀਆਂ ਗੱਲਾਂ ਜਿਵੇਂ ਆਪਾਂ ਕਹੀਏ ਵੀ ਕਾਲੇ ਅੱਖਰਾਂ ਦੇ ਵਿੱਚ ਵੀ ਲਿਖੀਆਂ ਗਈਆਂ, ਪਰ ਕਿਤੇ ਨਾ ਕਿਤੇ ਸੁਨਹਿਰੀ ਅੱਖਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਈਆਂ ਜਿਹੜੀਆਂ ਸੜਕਾਂ ਨੂੰ ਲੈ ਕੇ, ਫੋਕਲ ਪੁਆਇੰਟਾਂ ਨੂੰ ਲੈ ਕੇ, ਹਾਲਾਂਕਿ ਆਪਾਂ ਇਹ ਪਹਿਲਾਂ ਗੱਲ ਕਰਤੀ ਜੀ, ਪਾਣੀਆਂ ਨੂੰ ਲੈ ਕੇ, ਫਿਰ ਆਪਾਂ ਮੋਟਰਾਂ ਨੂੰ ਲੈ ਕੇ, ਇਹ ਚੀਜ਼ਾਂ, ਸ਼ਗਨ ਸਕੀਮ ਨੂੰ ਲੈ ਕੇ, ਇਹ ਸਕੀਮਾਂ ਸੀਗੀਆਂ ਜਿਹੜੀਆਂ ਆਟਾ ਦਾਲ ਨੂੰ ਲੈ ਕੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਲਿਖੀਆਂ ਗਈਆਂ ਗੀਆਂ। ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਦਾ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਯਾਦ ਰੱਖਿਆ ਜਾਊਗਾ, ਕਿਉਂਕਿ ਇੱਕ ਲੀਡਰ ਦਾ ਨਿਮਰਤਾ ਦੇ ਨਾਲ ਰਹਿਣਾ ਤੇ ਉਵੇਂ ਹੀ ਜ਼ਿੰਦਗੀ ਦੇ ਉੱਤੇ, ਜਿਵੇਂ ਬਹੁਤ ਸਾਰੇ, ਇੱਕ ਕੱਲ੍ਹ ਮੈਂ ਬਿਰਸਾ ਸਿੰਘ ਬਲਟੋਹਾ ਦਾ ਬਿਆਨ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਅਖੀਰਲੇ ਸਮੇਂ ਦੇ ਉੱਤੇ ਨਾ ਕਈ ਚੀਜ਼ਾਂ ਉਹਨਾਂ ਨੂੰ ਤੰਗ ਕਰ ਰਹਿਣਾ ਸੀ। ਜਾਂ ਆਪਾਂ ਯਾਦਦਾਸ਼ਤ ਤੌਰ 'ਤੇ ਲੈ ਲਈਏ, ਪ੍ਰਕਾਸ਼ ਸਿੰਘ ਬਾਦਲ ਦੀ ਕਹਿੰਦੇ ਯਾਦਦਾਸ਼ਤ ਬਹੁਤ ਸੀਗੀ। ਉਹ ਇਕੱਲੇ ਆਪਣੇ ਹਲਕੇ ਦੇ ਜਾਂ ਆਪਣੇ ਮਤਲਬ ਏਰੀਏ ਦੇ ਲੋਕਾਂ ਨੂੰ ਨਹੀਂ, ਜਿਹੜੇ ਹੋਰ ਏਰੀਏ ਤੋਂ ਬਾਹਰ ਦੇ ਦੁਆਬੇ ਮਾਝੇ ਦੇ ਲੋਕਾਂ ਨੂੰ ਬਾਏ ਨੇਮ ਬਹੁਤ ਸਾਰਿਆਂ ਨੂੰ ਜਾਣਦੇ ਸੀਗੇ। ਅਫਸਰਾਂ ਤੱਕ ਨੂੰ ਤਾਂ ਜਾਣਣੇ ਹੀ ਆ, ਜਿਹੜੇ ਆਮ ਸਰਪੰਚ ਹੁੰਦੇ ਸੀ ਜਾਂ ਆਮ ਆਪਾਂ ਕਹਿ ਦਈਏ ਬਲਾਕ ਸੰਮਤੀ ਮੈਂਬਰ ਕਹਿ ਲਈਏ ਹੈ ਨਾ, ਜਾਂ ਨਗਰ ਕੌਂਸਲਾਂ ਦੇ ਪ੍ਰਧਾਨ, ਬਹੁਤਿਆਂ ਨੂੰ ਉਹ ਬਾਏ ਨੇਮ ਜਾਣਦੇ ਹੁੰਦੇ ਸੀਗੇ। ਤੇ ਇੱਥੋਂ ਤੱਕ ਜਿਵੇਂ ਕੱਲ੍ਹ ਇੱਕ ਗੱਲ ਦੱਸ ਰਹੇ ਸੀਗੇ, ਸੁਨੀਲ ਜਾਖੜ ਸ਼ਾਇਦ ਦੱਸ ਰਹੇ ਸੀ ਵੀ ਅਰਲੀ ਮਾਰਨਿੰਗ ਉਹਨਾਂ ਦਾ ਕਿਵੇਂ ਕਾਲ ਆਉਂਦੀ ਸੀ ਜਾਂ ਕਿਵੇਂ, ਮਤਲਬ ਸਾਰੀਆਂ ਗੱਲਾਂ, ਮਤਲਬ ਉਹਨਾਂ ਦੇ ਗੱਲ ਮਾਈਂਡ 'ਚ ਰਹਿੰਦੀ ਸੀ। ਉਹ ਇਹ ਨਹੀਂ ਫੀਲ ਕਰਨ ਦਿੰਦੇ ਸੀਗੇ ਵੀ ਮੈਂ ਮੁੱਖ ਮੰਤਰੀ ਹਾਂ, ਇਹ ਕਿਸੇ ਨੂੰ ਫੀਲ ਨਹੀਂ ਹੋਣ ਦਿੰਦੇ ਸੀ ਵੀ ਉਹ ਮੁੱਖ ਮੰਤਰੀ ਨੇ। ਆਪਣੇ ਏਰੀਏ ਦੇ ਵਿੱਚ ਤਾਂ ਖਾਸ ਕਰਕੇ ਬਠਿੰਡਾ, ਮੁਕਤਸਰ, ਫਰੀਦਕੋਟ, ਇਹ ਏਰੀਏ ਦੇ ਵਿੱਚ ਤਾਂ ਬਾਦਲਾਂ ਦੀ ਰਾਜਨੀਤੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦਾ ਹਮੇਸ਼ਾ ਹੀ ਪ੍ਰਭਾਵ ਰਹੂਗਾ। ਤਾਂ ਕਰਕੇ ਹੀ ਕਦੇ ਕਦੇ ਲੱਗਦਾ ਹੁੰਦਾ ਵੀ ਲੀਡਰ ਵੀ ਇੱਥੋਂ ਬਹੁਤ ਜ਼ਿਆਦਾ ਨਿਕਲ ਰਹੇ ਨੇ, ਤੇ ਤਾਂ ਕਰਕੇ ਪੱਤਰਕਾਰ ਵੀ ਬਹੁਤ ਜ਼ਿਆਦਾ ਨੇ। ਤਾਂ ਬਹੁਤ ਸਾਰੀਆਂ ਗੱਲਾਂ ਆਈਆਂ, ਤੇ ਇਹਨਾਂ ਨੂੰ ਕੋਈ ਮੰਨੇ ਚਾਹੇ ਨਾ ਮੰਨੇ, ਇਹ ਚੀਜ਼ਾਂ ਹੈਗੀਆਂ। ਜਿਵੇਂ ਰਤਨ, ਉਹੀ ਜਿਹੜੀ ਆਪਾਂ ਕਵਿਤਾ ਦੀ ਗੱਲ ਕਰਦੇ ਨੇ, ਜਿਹੜੀ ਮੈਂ ਲਿਖੀ ਸੀ, ਉਹਦੇ 'ਚ ਅਸੀਂ ਮਤਲਬ ਲੀਡਰਾਂ ਦਾ ਵੀ ਜ਼ਿਕਰ, ਪੱਤਰਕਾਰਾਂ ਦਾ ਵੀ। ਆਪਾਂ ਦੁਆਬੇ 'ਚ ਵੀ ਜਿਮਣੀ ਚੋਣ ਕਰਕੇ ਗਏ ਜੀ, ਤਾਂ ਦੁਆਬੇ 'ਚੋਂ ਕੋਈ ਮੁੱਖ ਮੰਤਰੀ
ਇੱਕ ਹੀ ਹੋਇਆ ਦਰਬਾਰਾ ਸਿੰਘ ਦਰਬਾਰਾ ਸਿੰਘ ਹਨਾ ਮਾਲਵੇ ਦੇ ਮੁੱਖ ਮੰਤਰੀ ਰਹੇ ਆ ਹਮੇਸ਼ਾ ਜਾਂ ਮਾਲਵੇ ਦੀਆਂ ਸੀਟਾਂ ਵੀ ਵੱਧ ਨੇ ਚਲੋ ਪਰ ਫਿਰ ਵੀ ਜਿਹੜਾ ਆਹ ਏਰੀਆ ਨਾ ਜੇ ਕੋਈ ਸਰਪੰਚ ਵੀ ਹੈ ਉਹਨੂੰ ਵੀ ਐਂ ਆ ਵੀ ਹਾਂ ਮੈਂ ਮੰਤਰੀ ਬਣਨਾ ਹੈਗਾ ਉਹਦੇ ਪਿੱਛੇ ਵੀ ਹਾਂ ਵੀ ਉਹਨੂੰ ਪਤਾ ਹੁੰਦਾ ਸਾਡੇ ਏਰੀਏ 'ਚ ਫਲਾਨਾ ਸਿਉਂ ਫਲਾਨਾ ਸਿਉਂ ਫਲਾਨਾ ਸਿਉਂ ਹਨਾ ਬਾਦਲ ਨੇ ਸਾਡੇ ਏਰੀਏ 'ਚ ਜਾਂ ਵੜਿੰਗ ਆ ਸਾਡੇ ਏਰੀਏ ਜਾਂ ਹੋਰ ਨੇ ਹਨਾ ਵੀ ਮਤਲਬ ਇਹ ਜਿਹੜੀ ਏਰੀਏ ਦੀ ਪੋਲੀਟਿਕਸ ਆ ਹਮੇਸ਼ਾ ਚੰਡੀਗੜ੍ਹ ਤੇ ਰਾਜਧਾਨੀ ਤੇ ਭਾਰੂ ਰਹੀ ਹੈ। ਮੈਂ ਉਹ ਜ਼ਰੂਰ ਚਾਹੂੰਗਾ ਉਹ 2 ਲੈਣਾ ਚਾਹੇ 2 ਹੀ ਹੋ ਜਾਣਾ ਉਹ ਮੈਂ ਉਹ ਵੀ ਚਲੋ ਮੈਂ ਸੁਣਾ ਦਿੰਦਾ ਹੈ ਨਾ ਇੱਕਦਮ ਯਾਦ ਨਹੀਂ ਮੇਰੇ ਉਹ ਆ ਰਿਹਾ ਮੈਂ ਮਾੜਾ ਜਿਹਾ ਦੇਖ ਲਾਂ। ਹਾਂ ਤੁਸੀਂ ਦੇਖ ਲਓ ਤੁਸੀਂ ਉਹਨੇ ਕਿਉਂਕਿ ਉਹ ਜ਼ਰੂਰੀ ਆ ਉਹ 4-5 ਯਾਦ ਆ ਗਿਆ ਚਲੋ ਮੈਂ ਸੁਣਾਉਣਾ ਜਿਹੜੀ ਮਾਲਵੇ ਦੀ ਰਾਜਨੀਤੀ ਆਪਾਂ ਉਹ 'ਤੇ ਗੱਲਬਾਤ ਕਰਦੇ ਹਾਂ ਵੀ ਸਾਰੀ ਲੋਕ ਸਭਾ ਫਰੀਦਕੋਟ ਸੀਟ ਰਾਜਧਾਨੀ ਦੇ ਮੇਚਨਾ ਆਉਂਦੇ ਇਹ ਮਲਵਈਆ ਖਵਾਉਂਦੇ ਆ ਬੈਲਟ ਸਿਆਸੀ 69 ਸੀਟਾਂ ਸੂਬਾ ਕਿਵੇਂ ਹਿਲਾਉਂਦੇ ਆ ਜੈਲ ਗਿਆਨੀ ਦੇ ਹਲਕੇ 'ਚੋਂ ਬਰਾੜ LOP ਹੋਇਆ ਏ MP ਖੁੱਡੀਆਂ CM ਕਾਕਾ ਸਪੀਕਰ ਨੇ ਦਿਲ ਮੋਹਿਆ ਏ ਬੁੱਧ ਸਿੰਘ ਆਲਾ ਹੋਇਆ ਚੋਬਰ ਪੁਲਿਸ ਨੂੰ ਵਾਹਣੀ ਪਾਇਆ ਸੀ ਵਿੱਚ ਸਰਕਾਰ ਦੇ ਪੁੱਤ CM ਦਾ ਪਾਰਲੀਮੈਂਟ ਹਰਾਇਆ ਸੀ ਰਹੀ ਲਗੈਸੀ ਬਾਦਲ ਪਿੰਡ ਤੋਂ ਮਹਾਰਾਜ ਵਾਲੇ ਸਰਦਾਰਾਂ ਦੀ ਜਗਮੀਤ ਵੜਿੰਗ ਜਏ ਕਈ ਬੁਲਾਰੇ ਥੋੜ ਨਾ ਪੱਤਰਕਾਰਾਂ ਦੀ 88 ਨੰਬਰ ਹਲਕਾ ਬੱਲਗੇ ਐ ਬਨਾ ਕੋਈ ਪਰਚਾ ਆ ਚੰਦ ਭਾਣ ਦੇ ਡੈਂਪੀ ਵਾਂਗੂ UP ਤੀਕਰ ਚਰਚਾ ਹੈ ਮਤਲਬ ਜਿੰਨੇ ਪੋਲੀਟੀਕਲ ਨੌਜਵਾਨ ਸੀ ਹਾਲਾਂਕਿ ਬੁੱਧ ਸਿੰਘ ਵਾਲੇ ਹਨਾ ਉਹਨਾਂ ਨੂੰ ਛੱਡ ਕੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹਨਾਂ ਦਾ ਵੀ ਇੱਕ ਸਿਆਸੀ ਪ੍ਰਭਾਵ ਰਿਹਾ ਹੈਗਾ ਜੀ ਬਿਲਕੁਲ ਰਿਹਾ ਉਹਨਾਂ ਦਾ ਵੀ ਬਿਲਕੁਲ ਰਿਹਾ ਬਹੁਤ ਵੱਡਾ ਪ੍ਰਭਾਵ ਰਿਹਾ ਹੈਗਾ ਸ਼ਹੀਦ ਨੇ ਹਨਾ ਉਹ ਵੀ ਤੇ ਪਰ ਜਿਹੜੇ ਬਾਕੀ ਸਾਰੇ ਪੋਲੀਟੀਕਲ ਚਾਹੇ ਉਹ ਨੌਜਵਾਨ ਜਿਹੜੇ ਅੱਜ ਦੇ ਪੋਲੀਟੀਸ਼ੀਅਨਸ ਨੇ ਸਪੀਕਰ ਹੋਣ ਵਿਧਾਨ ਸਭਾ ਜਾਂ ਜਿਹੜੇ ਹੋਰ ਚਾਹੇ ਗਿਆਨੀ ਜੈਲ ਸਿੰਘ ਤੋਂ ਲੈ ਕੇ ਹਨਾ ਉਹ ਸਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ ਉਹ ਮੈਨੂੰ ਲੱਗਦਾ ਵੀ ਜਿਹੜੇ ਇਸ ਸਟਰੀਮ ਪੋਲੀਟਿਕਸ ਦੇ ਆਉਂਦੇ ਆ ਜਿਹੜੇ ਇਹ ਖਿੱਤੇ ਨੂੰ ਬਿਲੋਂਗ ਕਰਦੇ ਆ ਜਿਨ੍ਹਾਂ ਨੇ ਰਾਜਨੀਤੀ ਨੂੰ ਸਾਂਭਿਆ ਤੇ ਜਿਨ੍ਹਾਂ ਨੇ ਇਹਨਾਂ ਦਾ ਚੰਡੀਗੜ੍ਹ ਰੋਬ ਅੱਡ ਹੀ ਹੁੰਦਾ ਕੁੜਤੇ ਪਜਾਮਿਆਂ 'ਚ ਮਾਲਵੇ ਵਾਲਿਆਂ ਦਾ ਇਹ ਚੀਜ਼ ਵੀ ਯੂਨੀਵਰਸਿਟੀਆਂ ਤੋਂ ਹੀ ਹਾਲਾਂਕਿ ਇਹ ਚੀਜ਼ਾਂ ਸ਼ੁਰੂ ਹੋਣਗੀਆਂ ਤਾਂ ਮੈਨੂੰ ਲੱਗਦਾ ਵੀ ਆਪਾਂ ਇਹ ਜਿਹੜਾ ਪੌਡਕਾਸਟ ਇਹਦੀ ਸਮਾਪਤੀ ਵੀ ਕਰਾਂਗੇ ਤੇ ਅਖੀਰਲੇ ਸ਼ਬਦਾਂ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਤੁਸੀਂ ਆਪਣੀ ਟਿੱਪਣੀ ਜ਼ਰੂਰ ਕਰ ਲਈ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਪੌਡਕਾਸਟ ਅਸੀਂ ਤਾਂ ਹੀ ਕੀਤਾ ਗਾ ਕਿਉਂਕਿ ਉਹ ਸਿਆਸਤ ਦੇ ਬਾਬਾ ਬੋੜ ਵੀ ਸੀ ਅਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਵੀ ਮਿਲਦੀਆਂ ਹਾਂ ਇਹ ਸੱਚ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਜਾਂ ਜਦੋਂ ਉਹ ਸੱਤਾ ਦਾ ਨਿੱਘ ਮਾਣ ਰਹੇ ਸੀ ਉਦੋਂ ਬਹੁਤ ਸਾਰੀਆਂ ਚੀਜ਼ਾਂ ਅਨਸਟੇਬਲ ਵੀ ਹੋਈਆਂ ਜਿਨ੍ਹਾਂ ਦੇ ਵਿੱਚੋਂ ਆਪਾਂ ਕਹਿ ਦਈਏ ਵੀ 78 ਦੇ ਵਿੱਚ ਅਤੇ ਉਸ ਤੋਂ ਬਾਅਦ 2007 ਦੇ ਵਿੱਚ ਜਾਂ 2015 ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਸਿਮਰ ਬਦਲੀਆਂ ਵੀ ਉਹ ਵੀ ਆਪਾਂ ਚਰਚਾ ਕੀਤੀ ਆ ਜੇਲ੍ਹ ਉਹਨਾਂ ਨੇ ਕਿੰਨਾ ਟਾਈਮ ਕੱਟੀ ਜਾਂ ਕੀ ਕੁਛ ਰਿਹਾ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੁਣ ਮੈਨੂੰ ਅਤੇ ਸਿਮਰ ਨੂੰ ਦਿਓ ਇਜਾਜ਼ਤ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ।